ਵੌਇਸ ਆਫ ਖਾਲਸਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਸੁਖਵਿੰਦਰ ਸਿੰਘ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਕਈ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਸਰੂਪ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹ ਲਾਪਤਾ ਹੁੰਦੇ ਨੇ। 4 ਸਾਲ ਤੋਂ ਕਾਫੀ ਇਹਦੇ ਬਾਰੇ ਦੇ ਵਿੱਚ ਚਰਚਾ ਰਹੀ ਆ। ਹੁਣ ਵੀ ਬਹੁਤ ਜ਼ਿਆਦਾ ਮੁੱਦਾ ਇਹ ਭਖਿਆ ਹੋਇਆ। ਸੋ ਸਾਡੀ ਕੋਸ਼ਿਸ਼ ਆ ਕਿ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾਏ ਜਿਨ੍ਹਾਂ ਦੇ ਕੋਲ ਭਰਪੂਰ ਜਾਣਕਾਰੀ ਆ ਜਾਂ ਜਿਹੜੇ ਇਸ ਮਾਮਲੇ ਦੇ ਵਿੱਚ ਸ਼ਮੂਲੀਅਤ ਕਰਕੇ ਆਪਣਾ ਯੋਗਦਾਨ ਪਾਉਂਦੇ ਨੇ, ਤਾਂ ਕਿ ਇਹਦਾ ਪਤਾ ਲਾਇਆ ਜਾ ਸਕੇ ਕਿ ਜਿਹੜੇ ਸਰੂਪ ਨੇ ਉਹ ਗਏ ਕਿੱਥੇ। ਜਿਸ ਤਰ੍ਹਾਂ ਸਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ 10ਵੇਂ ਪਾਤਸ਼ਾਹ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਜਿਸ ਤਰ੍ਹਾਂ ਕਹੀਏ ਕਿ ਇੱਕ ਅਯਾੜ ਹੈ ਸਿੱਖ ਦੇ ਲਈ, ਅੱਜ ਉਹੋ ਹੀ ਮੁੱਦਾ, ਚਾਹੇ ਉਹਨੂੰ ਅਸੀਂ ਬੇਅਦਬੀ ਦਾ ਰੂਪ ਦਿੰਦੇ ਹਾਂ, ਚਾਹੇ ਅਸੀਂ ਗਲੀਆਂ ਦੇ ਵਿੱਚ ਦੇਖਦੇ ਹਾਂ ਕਿ ਅੰਗ ਕਿਸ ਤਰ੍ਹਾਂ ਖਿਲਾਰੇ ਗਏ। ਸੋ ਇਹਨਾਂ ਸਾਰੇ ਗੱਲਾਂ ਦੇ ਉੱਤੇ ਅਸੀਂ 3 ਮਹਿਮਾਨ ਸਾਡੇ ਨਾਲ ਰਹਿਣਗੇ। ਸੋ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਕਾਫੀ ਲੰਬੇ ਅਰਸੇ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ, ਬਹੁਤ ਹੀ ਸਤਿਕਾਰਯੋਗ ਕਿਰਨਜੋਤ ਕੌਰ ਜੀ ਸ਼੍ਰੋਮਣੀ ਕਮੇਟੀ ਦੇ, ਤੇ ਸਰਬਜੀਤ ਸਿੰਘ ਜੀ ਵੇਰਕਾ ਹੁਮਨ ਰਾਸ਼ਟਰ ਦੇ ਜਿਹੜੇ ਵਕੀਲ ਨੇ, ਜਾਣੇ ਮੰਨੇ, ਤੁਸੀਂ ਜਾਣਦੇ ਹੋ ਕਾਫੀ ਉਹਨਾਂ ਦੀਆਂ ਯੋਗਤਾਵਾਂ, ਜਿਹੜੇ ਪੰਥਕ ਮਸਲਿਆਂ ਦੇ ਵਿੱਚ ਵੀ ਉਹ ਆਪਣੀਆਂ ਸੇਵਾਵਾਂ ਦਿੰਦੇ ਨੇ। ਤੇ ਸਾਧੂ ਭੁਪਿੰਦਰ ਸਿੰਘ ਜੀ ਜਿਹੜੇ ਕਿ ਤਖਤ ਪਟਨਾ ਸਾਹਿਬ ਐਕਸ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ ਵੀ ਰਹੇ ਨੇ, ਹੁਣ ਵੀ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਆਪਣੀ ਯੋਗਤਾ, ਆਪਣੀ ਸੇਵਾ, ਆਪਣੀ ਤਨ ਮਨ ਧਨ ਦੇ ਨਾਲ ਜਿਹੜੀ ਸੇਵਾਵਾਂ ਦੇ ਰਹੇ ਨੇ। ਸੋ ਆਓ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਹਾਂ। ਭੈਣ ਜੀ ਕਿਰਨਜੋਤ ਕੌਰ ਜੀ ਤੇ ਸਰਬਜੀਤ ਸਿੰਘ ਜੀ ਤੇ ਭੁਪਿੰਦਰ ਸਿੰਘ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਭੈਣ ਜੀ ਮੈਂ ਤੁਹਾਡੇ ਕੋਲ ਆਉਣਾ। ਭੈਣ ਜੀ ਕਿਰਨਜੋਤ ਕੌਰ ਜੀ, ਜਿਹੜਾ ਸ਼੍ਰੋਮਣੀ ਕਮੇਟੀ ਦਾ ਕਾਰਜਕਾਲ ਹੈ, ਕਿਸ ਤਰ੍ਹਾਂ ਇਲੈਕਸ਼ਨ ਹੁੰਦੀ ਆ, ਕਿੰਨੇ ਮੈਂਬਰ ਚੁਣੇ ਜਾਂਦੇ ਨੇ, ਕਿੰਨਾ ਉਹਨਾਂ ਦਾ ਸਮਾਂ ਹੁੰਦਾ, ਉਹ ਸਾਡੇ ਦਰਸ਼ਕਾਂ ਨੂੰ ਬਿਲਕੁਲ ਬਰੀਫ ਦੇ ਵਿੱਚ ਜ਼ਰੂਰ ਦੱਸੋ, ਤਾਂ ਕਿ ਇਹ ਪਤਾ ਚੱਲ ਸਕੇ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਸਿਸਟਮ ਹੈ ਕਿਵੇਂ ਆਪਰੇਟ ਹੁੰਦਾ। ਜੀ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ ਜਿਹੜਾ ਉਹ 5 ਸਾਲੀ ਇਲੈਕਟ ਹੁੰਦਾ ਹੈ, ਔਰ ਤਕਰੀਬਨ ਸਾਡਾ ਉਹੀ ਪੈਟਰਨ ਹੁੰਦਾ ਜੋ ਅਸੈਂਬਲੀ ਦੀ ਇਲੈਕਸ਼ਨ ਦਾ ਹੁੰਦਾ ਹੈ। ਬਕਾਇਦਾ ਜਿੱਥੇ ਜਿੱਥੇ ਇਤਿਹਾਸਿਕ ਗੁਰਦੁਆਰੇ ਹਨ ਜਿਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ, ਜਾਂ ਜਿੱਥੇ ਲੋਕਲ ਕਮੇਟੀਜ਼ ਹਨ, ਉਹਨਾਂ ਸਾਰੇ ਏਰੀਆਜ਼ ਦੇ ਵਿੱਚ ਸਿੱਖਾਂ ਦੀ ਵਸੋਂ ਦੇ ਅਨੁਸਾਰ ਪੁਰਾਣੇ ਹਲਕੇ ਬਣੇ ਹੋਏ 170 ਮੈਂਬਰ ਇਲੈਕਟ ਹੋ ਕੇ ਆਉਂਦੇ ਨੇ। ਸੋ 185 ਮੈਂਬਰਾਂ ਦਾ ਜਿਹੜਾ ਹਾਊਸ ਹੈ ਉਹ ਨੋਟੀਫਾਈ ਹੁੰਦਾ ਹੈ, ਔਰ ਇਹਦੇ ਵਿੱਚ 5 ਮੈਂਬਰ ਜਿਹੜੇ ਤਖਤ ਸਾਹਿਬਾਨ ਦੇ ਜਥੇਦਾਰ ਹਨ ਉਹ ਐਕਸ ਆਫੀਸ਼ੀਓ ਹੁੰਦੇ ਹਨ, ਉਹਨਾਂ ਕੋਲ ਵੋਟਿੰਗ ਰਾਈਟਸ ਨਹੀਂ ਹੁੰਦੀਆਂ, ਪਰ ਹਰ ਜਨਰਲ ਇਜਲਾਸ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ। ਔਰ ਉਹ 190 ਮੈਂਬਰਾਂ ਦਾ ਜਿਹੜਾ ਹਾਊਸ ਹੈ ਉਹ 5 ਜਥੇਦਾਰ ਸਾਹਿਬਾਨ ਜਿਹੜੇ ਮਿਲਾ ਕੇ ਬਣਦਾ ਹੈ। ਹੁਣ ਇਹਦੇ ਵਿੱਚ ਇੱਕ ਚੀਜ਼ ਬੜੀ ਧਿਆਨ ਨਾਲ ਦੇਖਣ ਵਾਲੀ ਹੈ ਕਿ ਜਦੋਂ ਅਸੈਂਬਲੀ ਦੀ ਇਲੈਕਸ਼ਨ ਹੁੰਦੀ ਹੈ ਤਾਂ ਸਰਕਾਰ ਦੇ ਨੁਮਾਇੰਦੇ ਆਉਂਦੇ ਨੇ ਵੋਟਾਂ ਬਣਾਉਣ ਵਾਸਤੇ, ਪਰ ਜਦੋਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੁੰਦੀ ਹੈ ਉਸ ਵੇਲੇ ਕੋਈ ਸਰਕਾਰੀ ਇਹੋ ਜਿਹੀ ਦਖਲ ਅੰਦਾਜ਼ੀ ਨਹੀਂ ਹੁੰਦੀ ਕਿ ਬੰਦੇ ਆਉਂਦੇ ਨੇ ਜਿਹੜੇ ਵੋਟਾਂ ਬਣਾਉਣਗੇ, ਛੱਡ ਜਾਣਗੇ। ਇਹਦਾ ਸਿਸਟਮ ਇਹ ਹੈਗਾ ਕਿ ਜਿਸ ਸਿੱਖ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੋਟਰ ਬਣਨਾ, ਉਹਨੂੰ ਆਪਣਾ ਇੱਕ ਫਾਰਮ ਫਿਲ ਕਰਕੇ ਤੇ ਅਖਬਾਰਾਂ ਦੇ ਵਿੱਚ ਨੋਟੀਫਾਈ ਕਰ ਦਿੱਤਾ ਜਾਂਦਾ ਹੈ ਕਿ ਕਿਹੜੇ ਅਫਸਰ ਦੇ ਕੋਲ ਜਮ੍ਹਾਂ ਕਰਾਣੇ ਨੇ, ਔਰ ਜਦੋਂ ਇਹ ਫਾਰਮ ਜਮ੍ਹਾਂ ਹੋ ਜਾਂਦੇ ਨੇ ਤਾਂ ਉਹਨਾਂ ਦੀ ਲਿਸਟ ਬਣ ਜਾਂਦੀ ਹੈ, ਔਰ ਉਹ ਜਿਹੜੀ ਲਿਸਟ ਹੈ ਉਹ ਗੁਰਦੁਆਰਾ ਵੋਟਰਸ ਦੀ ਲਿਸਟ ਬਣਦੀ ਹੈ। ਸੋ ਜਦੋਂ ਇਹ ਧਿਆਨ ਰੱਖਿਆ ਜਾਵੇ ਕਿ ਜਦੋਂ ਇਲੈਕਸ਼ਨ ਅਨਾਉਂਸ ਹੁੰਦੀ ਹੈ, ਬਕਾਇਦਾ ਅਨਾਉਂਸ ਹੁੰਦਾ ਹੈ ਕਿ ਵੀ ਹੁਣ ਤੁਸੀਂ ਵੋਟਰ ਫਾਰਮ ਭਰ ਕੇ ਫਲਾਂ ਅਫਸਰ ਨੂੰ ਜਮ੍ਹਾਂ ਕਰਾਓ। ਜੇ ਉਸ ਵੇਲੇ ਕਾਰਵਾਈ ਨਾ ਕੀਤੀ ਗਈ ਤੇ ਜਦੋਂ ਇਲੈਕਸ਼ਨ ਆ ਜਾਂਦੀ ਹੈ, ਫਿਰ ਜੇ ਤੁਸੀਂ ਕਹੋ ਜੀ ਸਾਡਾ ਹੁਣ ਨਾਂ ਨਹੀਂ ਹੈਗਾ ਲਿਸਟਾਂ ਵਿੱਚ, ਤਾਂ ਫਿਰ ਕੁਝ ਨਹੀਂ ਹੋ ਸਕਦਾ, ਕਿਉਂਕਿ ਇਹ ਵੀ ਇੱਕ ਸਿਸਟਮ ਦੇ ਨਾਲ ਚੱਲਦਾ ਹੈ, ਔਰ ਉਸ ਸਿਸਟਮ ਦੇ ਵਿੱਚ ਹੀ ਤੁਸੀਂ ਵੋਟਰ ਬਣ ਕੇ ਬਕਾਇਦਾ ਵੋਟ ਕਰ ਸਕਦੇ ਹੋ। ਔਰ ਹਾਊਸ ਜਿਹੜਾ ਉਹਦੀ ਵੈਸੇ ਤਾਂ 5 ਸਾਲ ਬਾਅਦ ਇਲੈਕਸ਼ਨ ਲਾਜ਼ਮੀ ਹੈ, ਪਰ ਅਸੀਂ ਪਿਛਲੇ ਕੁਝ ਸਮਿਆਂ 'ਚ ਦੇਖ ਰਹੇ ਹਾਂ ਕਿ 5 ਸਾਲ ਬਾਅਦ ਨਹੀਂ ਹੁੰਦੀ, ਕਈ ਵਾਰ ਗੈਪ ਪੈ ਜਾਂਦੇ ਨੇ, ਕਾਫੀ ਗੈਪ ਪੈ ਜਾਂਦਾ। ਔਰ ਐਜੂਕੇਸ਼ਨਲ ਟਰਸਟ ਦੇ ਜਿਹੜੇ 3 ਪ੍ਰਧਾਨ ਹਨ, ਪ੍ਰਧਾਨ, ਸੀਨੀਅਰ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ, ਇਹ ਤਿੰਨੋਂ ਮੈਂਬਰ ਹੁੰਦੇ ਨੇ। ਸੋ ਇਹ ਐਜੂਕੇਸ਼ਨਲ ਟਰਸਟ ਦੇ ਮੈਂਬਰ ਹਨ।
ਤੇ ਇਹ ਜਿਹੜਾ ਹੁਣ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਾਲਾ ਇਹ ਪਬਲੀਕੇਸ਼ਨ ਦਾ ਵੱਖਰਾ ਵਿਭਾਗ ਹੈ, ਪਰ ਇਹ ਓਵਰਆਲ ਜਿਹੜਾ ਜੀ ਟਰਸਟਾਂ ਜੀ ਦੇ ਥੱਲੇ ਆਂਦਾ ਹੈ। ਜੀ ਸੋ ਕੰਮ ਵੰਡੇ ਹੋਏ ਨੇ, ਬਕਾਇਦਾ ਦਫ਼ਤਰ ਦੇ ਵਿੱਚ ਕੰਮ ਵੰਡੇ ਹੋਏ ਨੇ। ਕਿਰਨਜੋਤ ਕੌਰ ਜੀ, ਮੈਂ ਤੁਹਾਡੇ ਕੋਲ ਦੁਬਾਰਾ ਆਉਣਾ। ਆਪਾਂ ਸਰਬਜੀਤ ਸਿੰਘ ਜੀ 2016 ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਲੈ ਆਨੇ ਹੋ ਹਿਊਮਨ ਰਾਈਟਸ ਦੇ ਵੱਲੋਂ, ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਇਹ ਮੁੱਦਾ ਭਰਨਾ, ਉਹ 4 ਸਾਲ ਚੱਲਦੇ ਚੱਲਦੇ ਹੁਣ ਦੁਬਾਰਾ ਫੇਰ ਕਰਮਾਇਆ। ਤੁਸੀਂ ਕਿੱਥੇ ਤੱਕ ਪਹੁੰਚੇ ਹੋ ਤੇ ਇਹਨੂੰ ਕਿਵੇਂ ਦੇਖਦੇ ਹੋ ਜੋ ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਚੱਲ ਰਿਹਾ ਹੈਗਾ? ਈਵਨ ਕਿ 2 ਦਿਨ ਪਹਿਲਾਂ ਜਿਹੜੀ ਆ ਪ੍ਰਧਾਨ ਲੌਂਗੋਵਾਲ ਸਾਹਿਬ ਦੀ ਸਟੇਟਮੈਂਟ ਵੀ ਆਂਦੀ ਹੈ, ਤੇ ਜਿਹੜਾ ਇਨਵੈਸਟੀਗੇਸ਼ਨ ਕੀਤੇ ਆ ਉਹਦਾ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਪਿਆ ਵੀ ਹੋਇਆ ਰਿਪੋਰਟ ਜਿਹੜੀ ਆ। ਹੁਣ ਤੁਸੀਂ ਜਦੋਂ 4 ਸਾਲ ਦੇ ਪੀਰੀਅਡ ਦੇ ਇਸ ਸਾਰੇ ਸਿਸਟਮ ਨੂੰ ਦੇਖਦੇ ਹੋ, ਹੁਣ ਇਸ ਵੇਲੇ ਕਿੱਥੇ ਖੜਾ ਦੇਖਦੇ ਹੋ ਇਸ ਵੇਲੇ ਜੀ? ਵੇਖੋ ਜੀ, ਇਹ ਅਸੀਂ ਜਿਹੜਾ ਕਈ ਸਾਲਾਂ ਤੋਂ ਲੱਗੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਹੜੇ ਇਹਨਾਂ ਦਾ ਅੰਦਰੂਨੀ ਕੰਮਕਾਜ, ਜਿਹੜੇ ਇਹਦੇ ਚ ਸਾਨੂੰ ਜੋ ਐਮਬੈਜਲਮੈਂਟ ਜਾਂ ਫਰਾਡ ਜਾਂ ਜਿਹੜੀਆਂ ਵੀ ਚੀਜ਼ਾਂ ਸਾਨੂੰ ਉਨਤਾਈਆਂ ਲੱਗਦੀਆਂ ਸੀ, ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਨੇ ਕਾਫੀ ਦੇਰ ਪਹਿਲਾਂ ਇੱਕ ਹਦਾਇਤ ਕੀਤੀ ਸੀ ਵੀ ਆਪਾਂ ਇਹਦੇ ਤੇ ਵਰਕ ਕਰੀਏ। ਕੋਈ ਸਿੱਖਾਂ ਦੀ ਸਰਵਉੱਚ ਸੰਸਥਾ ਵਾ, ਪਰ ਜਿੰਨਾ ਸਿੱਖਾਂ ਦੇ ਵਿੱਚ ਇਹਦਾ ਯੋਗਦਾਨ ਚਾਹੀਦਾ ਉਹ ਚੀਜ਼ਾਂ ਨਹੀਂ ਹੋ ਰਹੀਆਂ, ਕਮੀਆਂ ਵਾ। ਜਿਹੜੇ ਐਜੂਕੇਸ਼ਨ ਚ ਵੀ ਲਾ ਲਈਏ, ਧਾਰਮਿਕ ਕੰਮਾਂ ਚ ਵੀ ਲਾ ਲਈਏ, ਰਹਿਤ ਮਰਿਆਦਾ ਦੀਆਂ ਵਾ, ਹਮੇਸ਼ਾ ਜਿਹੜੀਆਂ ਕੰਟਰੋਵਰਸੀਆਂ ਚ ਬਹੁਤ ਆ। ਤੇ ਦੂਸਰਾ ਜਿਹੜਾ ਚੜਾਵਾ ਵਾ, ਇਹ ਹਮੇਸ਼ਾ ਇਲਜ਼ਾਮ ਲੱਗਦੇ ਰਹੇ ਆ ਸਹੀ ਜਗ੍ਹਾ ਜਿਹੜੇ ਵਰਤੋਂ ਨਹੀਂ ਹੋ ਰਹੇ। ਉਸੇ ਚੱਕਰ ਚ ਜਿਹੜਾ 2016 ਚ ਜਿਹੜੀ ਹੈ ਕੋਈ ਇਹਨਾਂ ਦੇ 19 ਮਈ 2016 ਨੂੰ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਚ ਜਿਹੜਾ ਨਾ ਇੱਕ ਅੱਗ ਲੱਗਣ ਨਾਲ, ਜਿਹੜਾ ਕਿ ਇਹ ਕਿਹਾ ਗਿਆ ਹੈ ਵੀ ਜਿਹੜਾ ਏਸੀ ਆ ਉਹਦੇ ਸ਼ਾਰਟ ਸਰਕਟ ਹੋਣ ਕਰਕੇ ਜਿਹੜੀ ਉਹ ਅੱਗ ਲੱਗੀ ਸੀ, ਉਹਦੇ ਨਾਲ ਮਹਾਰਾਜ ਦੇ ਇੱਕ ਪਾਵਨ ਸਰੂਪ ਜਿਹੜੇ ਅਗਨ ਭੇਟ ਹੋਏ ਸੀ। ਕੋਈ ਪਾਣੀ ਜਦੋਂ ਇਹਨਾਂ ਨੇ ਬੁਝਾਉਣ ਲਈ ਪਾਣੀ ਦੀ ਵਾਸ਼ਰਾਂ ਕੀਤੀਆਂ ਤੇ ਉਹਦੇ ਨਾਲ ਨੁਕਸਾਨੇ ਗਏ। ਤੇ ਉਹ ਗੱਲ ਉਦੋਂ ਜੋ ਅਖਬਾਰਾਂ 'ਚ ਪੜ੍ਹਿਆ ਸੀ, ਕੋਈ 5 ਸਰੂਪ ਇਹਨਾਂ ਨੇ ਦੱਸਿਆ ਵੀ 5 ਸਰੂਪ ਜਿਹੜੇ ਆ ਉਹ ਅਗਨ ਭੇਟ ਹੋਏ ਆ। ਤੇ ਇਹ ਗੱਲ 4 ਸਾਲ ਜਿਹੜੀ ਲੁਕੀ ਰਹੀ ਬਿਲਕੁਲ। ਇਹਨੂੰ 2016 ਚ ਇਹ 4 ਸਾਲ ਲੁਕੀ ਬਿਲਕੁਲ, ਗੱਲ ਇਹ ਬਾਹਰ ਨਹੀਂ ਆਉਣ ਦਿੱਤੀ। ਇਹਦੇ ਜੋ ਵੀ ਸੱਚਾਈ ਇਹਦੇ ਪਿੱਛੇ ਹੀ। ਹੁਣ ਆ ਕੇ ਜਿਹੜਾ ਵਾ 31 ਮਈ 2020 ਨੂੰ ਇੱਕ ਮੁਲਾਜ਼ਮ ਰਿਟਾਇਰ ਹੁੰਦਾ ਵਾ, ਕਵਲਜੀਤ ਸਿੰਘ। ਉਹ ਸਹਾਇਕ ਸੁਪਰਵਾਈਜ਼ਰ ਹੀ ਪਬਲੀਕੇਸ਼ਨ ਵਿਭਾਗ 'ਚ। ਜਦੋਂ ਰਿਟਾਇਰ ਹੁੰਦਾ ਵਾ ਤੇ ਉਹ ਇੱਕ ਜਦੋਂ ਉਹਨੇ ਚਾਰਜ ਦੇਣਾ ਸੀ, ਉਹਨੇ ਇੱਕ ਗਿਣਤੀ ਕਰਾਈ ਸਾਰੀ ਆਪਣੇ ਜੋ ਲਿਟਰੇਚਰ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਸਾਰੀਆਂ ਚੀਜ਼ਾਂ ਦੀ ਜਦੋਂ ਗਿਣਤੀ ਕਰਾਈ, ਤੇ ਉਹਨਾਂ ਦੀ ਰਿਕਾਰਡ ਤੇ ਆ ਗਿਆ ਲਿਖਤੀ ਵੀ ਜਿਹੜੇ 267 ਸਰੂਪ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹ ਰਿਕਾਰਡ ਦੇ ਮੁਤਾਬਕ ਘੱਟ ਆ। ਪਰ ਉਹ ਇਹਨਾਂ ਨੇ ਉਹਦੇ ਤੋਂ ਇੱਕ ਐਫੀਡੈਵਿਟ ਉਹਨੂੰ ਕਿਹਾ ਵੀ ਸਾਨੂੰ ਬਣਾ ਕੇ ਦੇ। ਐਫੀਡੈਵਿਟ ਲਿਖ ਲਿਆ ਵੀ ਮੇਰੇ ਪੈਸੇ ਕੱਟ ਲਓ 267 ਸਰੂਪਾਂ ਦੇ, ਤੇ ਬਾਕੀ ਜਿਹੜੇ ਪੈਸੇ ਮੇਰੀ ਬਣਦੀ ਜੋ ਰਿਟਾਇਰਮੈਂਟ ਦੇ ਫੰਡ ਜੋ ਉਹਦੀ ਬਣਦੇ ਉਹਨੂੰ ਦੇ ਦਿਓ। ਤੇ ਅਸੀਂ ਮਈ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਜਿਹੜੀ ਮਈ 2020 ਦੇ ਵਿੱਚ ਹੀ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ 2016 ਦਾ ਵਾਕਿਆ ਕੋਈ ਹੋਇਆ ਸੀ, ਉਹਦੇ ਵਿੱਚ ਇਹਨਾਂ ਕਾਫੀ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਅਸੀਂ ਜਦੋਂ ਇਹਦੇ ਚ ਡੀਪਲੀ ਜਾਣਾ ਸ਼ੁਰੂ ਕੀਤਾ ਤੇ ਸਾਡੇ ਕੋਲ ਜਿਹੜੀ ਇਹਦੀ ਰਿਟਾਇਰਮੈਂਟ ਦੇ ਸਾਰੇ ਡਾਕੂਮੈਂਟ ਜਿਹੜੇ ਆ ਕਵਲਜੀਤ ਦੇ ਉਹ ਆਏ। ਤੇ ਜਦੋਂ ਹੋਰ ਅਸੀਂ ਇਹਦੇ ਡੀਪ ਜਦੋਂ ਇਹਦੀ ਹੋਰ ਕੋਖ ਕੀਤੀ ਤੇ ਹੈਰਾਨ ਹੋ ਗਏ ਵੀ 2016 ਮਈ ਜਿਹੜਾ ਸੀ ਉਹ ਮਹਾਰਾਜ ਦੇ 80 ਪਾਵਨ ਸਰੂਪ ਜਿਹੜੇ ਆ ਉਹ ਅਗਨ ਭੇਟ ਹੋਏ ਸੀ। ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਪੁਲਿਸ ਕਾਰਵਾਈ 'ਚ ਸਟੇਟਮੈਂਟ ਦਿੱਤੀ ਗਈ, ਰਿਪੋਰਟ ਸਬਮਿਟ ਕੀਤੀ ਗਈ, ਉੱਥੇ ਸਿਰਫ 5 ਸਰੂਪ ਇਹਨਾਂ ਨੇ ਕਿਹਾ ਸੀ। ਜਦੋਂ ਇਹ ਸਾਰੇ ਨੂੰ ਗੋਇੰਦਵਾਲ ਸਾਹਿਬ ਜਿੱਥੇ ਮਹਾਰਾਜ ਦੇ ਸਰੂਪਾਂ ਦਾ ਸੰਸਕਾਰ ਕਰਕੇ ਜਲ ਪ੍ਰਵਾਹ ਕਰਦੇ ਆ, ਅਸੀਂ ਉੱਥੇ ਰਿਕਾਰਡ ਚੈੱਕ ਕੀਤਾ ਤੇ ਉੱਥੇ ਕੋਈ ਰਿਕਾਰਡ ਨਹੀਂ ਹੈਗਾ। ਫਿਰ ਅਸੀਂ ਇਹਨਾਂ ਦੇ ਪਬਲੀਕੇਸ਼ਨ ਵਿਭਾਗ 'ਚ ਆ ਕੇ ਵੇਖਿਆ, ਜਦੋਂ ਅਸੀਂ ਇਹਨਾਂ ਦਾ ਟਰਾਂਸਪੋਰਟ ਦਾ ਰਿਕਾਰਡ ਚੈੱਕ ਕੀਤਾ, ਟਰਾਂਸਪੋਰਟ ਦੇ ਰਿਕਾਰਡ 'ਚ ਜਿਹੜੀਆਂ ਇਹਨਾਂ ਦੀਆਂ ਪਾਵਨ ਸਰੂਪ ਖੜਨ ਵਾਲੀਆਂ ਬੱਸਾਂ ਵਾ ਉਹਦੀ ਐਂਟਰੀ ਹੈਗੀ, ਲੌਗ ਬੁੱਕ 'ਚ ਲਿਖਿਆ ਵਾ ਵੀ ਉਦੋਂ ਗੋਇੰਦਵਾਲ ਸਾਹਿਬ ਗਏ ਆ। ਪਰ ਮਹਾਰਾਜ ਦੇ ਸਰੂਪ ਦਾ ਇੱਕ ਵੀ ਉੱਥੇ ਐਂਟਰੀ, ਇੱਕ ਸਰੂਪ ਦੀ ਵੀ ਐਂਟਰੀ ਨਹੀਂ ਹੈਗੀ। ਜਦੋਂ ਇਹ ਕੇਸ ਕਾਫੀ ਜਿਹੜਾ ਨਾ ਇਹ ਬੜਾ ਸੀਰੀਅਸ ਕੇਸ ਸੀ, ਕਿਉਂਕਿ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਗੱਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ। ਕਿਉਂਕਿ ਆਪਾਂ ਕਾਨੂੰਨ ਮੁਤਾਬਕ ਇੱਕ ਲਿਵਿੰਗ ਪਰਸਨ ਜਿਹੜਾ ਆਪਾਂ ਸੁਪਰੀਮ ਕੋਰਟ ਦੀ ਇਹਦੇ 'ਚ ਜਜਮੈਂਟਾਂ, ਹਾਈ ਕੋਰਟ ਦੀਆਂ ਜਜਮੈਂਟ, ਈਵਨ ਕਿ ਵਿਧਾਨ ਸਭਾ 'ਚ ਆਪਾਂ ਵੇਖਿਆ ਵੀ ਕਾਨੂੰਨ ਵੀ ਪਾਸ ਹੋਇਆ ਇਸ ਬਾਰੇ। ਤੇ ਇੱਕ 2015 'ਚ ਆਪਾਂ ਬੁਰਜ ਜਵਾਹਰ ਸਿੰਘ ਤੇ ਬਰਗਾੜੀ ਵਾਲੇ ਕੇਸਾਂ ਨਾਲ ਆਪਾਂ ਅੱਗੇ ਸੰਤਾਪ ਭੋਗ ਚੁੱਕੇ ਹਾਂ, ਪੰਜਾਬ ਵੀ ਤੇ ਸਿੱਖ ਵੀ, ਕਿਵੇਂ ਬੇਅਦਬੀਆਂ ਹੋਈਆਂ, ਕਿਵੇਂ ਇਹ ਸਾਰਾ ਕੁਝ ਚੱਲਿਆ। ਤੇ ਇਹਦੇ ਪਿੱਛੇ ਸਾਨੂੰ ਮਨਸ਼ਾ ਜਿਹੜੀ ਆਈ ਵੀ ਇਹ ਸਿਰਫ ਇੱਕ ਪੋਲੀਟੀਕਲ ਮਨਸ਼ਾ ਕਰਕੇ ਜਿਹੜੀ ਇਹਨੂੰ ਗੱਲ ਨੂੰ ਜਿਹੜੀ 2016 ਦਾ ਅਗਨ ਕਾਂਡ ਹੀ ਇਹਨੂੰ ਦਬਾ ਕੇ ਰੱਖੀ ਗਈ ਗੱਲ ਵੀ ਇਹ ਬਾਹਰ ਨਹੀਂ ਨਿਕਲਣੀ ਚਾਹੀਦੀ। ਫਿਰ ਸਾਨੂੰ ਸ਼੍ਰੋਮਣੀ ਕਮੇਟੀ ਦੇ ਜਿਹੜੇ ਕੁਝ ਅਧਿਕਾਰੀ ਸੀ ਜਿਹੜੇ ਉਸ ਵੇਲੇ ਮੌਕੇ ਤੇ ਮੌਜੂਦ ਸੀ ਮਈ 2016 19 ਮਈ ਨੂੰ,
ਅਸੀਂ ਉਹਨਾਂ ਨਾਲ ਵੀ ਗੱਲ ਕੀਤੀ, ਜਿਹੜੇ ਮਹਾਰਾਜ ਦੇ ਸਰੂਪ ਲੈ ਕੇ ਗਏ ਆ ਗੋਇੰਦਵਾਲ ਸਾਹਿਬ ਉਹਨਾਂ ਨਾਲ ਵੀ ਗੱਲ ਕੀਤੀ। ਤੇ ਸਾਰੀ ਗੱਲ ਤੋਂ ਇਹ ਸਾਹਮਣੇ ਆਇਆ ਵੀ 2017 ਚ ਇਲੈਕਸ਼ਨ ਸੀ ਵਿਧਾਨ ਸਭਾ ਦੀ ਪੰਜਾਬ 'ਚ, ਤੇ ਜਿਹੜਾ ਅਕਾਲੀ ਦਲ ਆ ਇਹਦੇ ਲੀਡਰ ਸੀਨੀਅਰ ਲੀਡਰ ਜਿਹੜੇ ਉਹ ਇਹ ਸਮਝਦੇ ਸੀ ਵੀ ਅੱਗੇ ਜਿਹੜੇ 2015 ਦੀਆਂ ਬੇਅਦਬੀਆਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਅਕਾਲੀ ਦਲ ਨੂੰ ਹੋਇਆ ਵਾ, ਤੇ ਸਿੱਖ ਵੋਟ ਉਹਨਾਂ ਤੋਂ ਦੂਰ ਜਾ ਰਹੀ ਹੈ। ਤੇ ਇਸ ਕਰਕੇ ਜਿਹੜੀ ਇਹ ਜੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ 80 ਸਰੂਪ ਜਿਹੜੇ ਮਹਾਰਾਜ ਦੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜਾ ਸਭ ਤੋਂ ਜਿੱਥੇ ਇੰਪੋਰਟੈਂਟ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਉਹਦੇ ਵਿੱਚ ਜਿਹੜਾ 80 ਸਰੂਪ ਜਿਹੜੇ ਅਗਨ ਭੇਟ ਹੋ ਗਏ ਤੇ ਨੁਕਸਾਨਦੇਹ ਹੋ ਗਏ ਤੇ ਇੱਕ ਰੌਲਾ ਪੈ ਜਾਊਗਾ, ਉਹਦਾ ਬਹੁਤ ਨੁਕਸਾਨ ਹੋਊਗਾ। ਤੇ ਇੱਕ ਉਹ ਮਨਸ਼ਾ ਦੇ ਹਿਸਾਬ ਨਾਲ ਹੀ ਜਿਹੜੀ ਸਾਰੀ ਗੱਲ ਬਾਹਰ ਨਹੀਂ ਆਉਣ ਦਿੱਤੀ ਇਹਨਾਂ ਨੇ। ਫਿਰ ਹੈਰਾਨੀ ਦੀ ਗੱਲ ਹੈ ਵੀ 19 ਮਈ 2016 ਨੂੰ ਜਿੱਦਣੇ ਅਗਨਕਾਂਡ ਹੁੰਦਾ ਵਾ, ਉਸੇ ਦਿਨ ਜਿਹੜੀ ਆ ਐਮਰਜੈਂਸੀ ਐਗਜ਼ੈਕਟਿਵ ਦੀ ਮੀਟਿੰਗ ਕੀਤੀ ਜਾਂਦੀ ਹੈ। ਉਹਦੇ ਵਿੱਚ ਇੱਕ ਸਬ ਕਮੇਟੀ ਬਣਾਤੀ ਜਾਂਦੀ ਹੈ ਵੀ ਉਹ ਇਨਕੁਆਇਰ ਕਰੂਗੀ, ਉਹ ਇੱਕ ਆਪਣੀ ਪੜਤਾਲ ਕਰੂਗੀ ਵੀ ਇਹਦੇ ਕਾਰਨ ਕੀ ਸੀ, ਅਗਨਕਾਂਡ ਦੇ ਅੱਗ ਲੱਗਣ ਦੇ ਕੀ ਕਾਰਨ ਸੀ, ਤੇ ਇਹਦੇ ਅੱਗੇ ਸੁਝਾਅ ਜਿਹੜੇ ਉਹ ਦਊਗੀ ਸਬ ਕਮੇਟੀ। ਤੇ 7 ਦਿਨਾਂ ਬਾਅਦ 26 ਮਈ ਨੂੰ ਜਿਹੜੀ ਉਹ ਇਨਕੁਆਇਰੀ ਕਮੇਟੀ ਜਿਹੜੀ ਆ 2016 ਚ ਹੀ ਉਹ ਇੱਕ ਰਿਪੋਰਟ ਸਬਮਿਟ ਕਰਦੀ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਵੀ ਉਹ ਰਿਪੋਰਟ ਦੇ ਵਿੱਚ ਇੱਕ ਵੀ ਲਫ਼ਜ਼ ਜਿਹੜਾ ਨਾ, ਇੱਕ ਲਫ਼ਜ਼ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੱਗ ਲੱਗਣ ਦੇ ਕਾਰਨਾਂ ਦੇ ਬਾਰੇ ਇੱਕ ਲਫ਼ਜ਼ ਨਹੀਂ ਲਿਖਿਆ ਗਿਆ। ਉਹ ਸਾਰੀ ਗੱਲਾਂ ਜਿਹੜੀਆਂ ਇਹ ਗੱਲ ਨੂੰ ਜਿਹੜਾ ਸਾਬਤ ਕਰਦੀਆਂ ਸੀ ਵੀ ਇਹਦੇ ਪਿੱਛੇ ਜਿਹੜੇ ਸਿਆਸੀ ਕਾਰਨ ਸੀ ਜਿਹਦੇ ਕਰਕੇ ਕੀਤਾ। ਤੇ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਗੱਲ ਬੇਅਦਬੀ ਵੀ ਆਪਾਂ ਕਹਿ ਸਕਦੇ ਹਾਂ, ਨਿਯਮਾਂ ਦੀ ਉਲੰਘਣਾ ਕਹਿ ਸਕਦੇ ਹਾਂ, ਸ਼੍ਰੋਮਣੀ ਕਮੇਟੀ ਦੀ ਆਪਣੀ ਮਰਿਆਦਾ ਦਾ ਜਿਹੜਾ ਵਾ ਉਹ ਘਾਣ ਕਹਿ ਸਕਦੇ ਹਾਂ ਵੀ ਆਪਣੀ ਮਰਿਆਦਾ ਦੇ ਅਨੁਸਾਰ ਵੀ ਇਹਨਾਂ ਕਾਰਵਾਈ ਨਹੀਂ ਕੀਤੀ। ਤੇ ਉਹਨਾਂ ਪਾਵਨ ਸਰੂਪਾਂ ਦਾ ਜਿਹੜੇ 80 ਪਾਵਨ ਸਰੂਪ ਅਗਨ ਭੇਟ ਹੋਏ ਸੀ ਉਹਦੇ ਬਾਰੇ ਨਾ ਤੇ ਇਹਨਾਂ ਨੇ ਅਖੰਡ ਪਾਠ ਸਾਹਿਬ ਰਖਾਏ, ਨਾ ਉਹਨਾਂ ਦੇ ਪਛਤਾਤਾਪ ਕੀਤੇ, ਨਾ ਅਰਦਾਸ ਕੀਤੀ, ਨਾ ਭੁੱਲਾਂ ਬਖਸ਼ਾਈਆਂ। ਮਤਲਬ ਜਿਹੜੀ ਮਰਿਆਦਾ ਅਨੁਸਾਰ ਤੁਹਾਡੀ ਸਭ ਤੋਂ ਜ਼ਰੂਰੀ ਚੀਜ਼ ਸੀ ਉਹ ਵੀ ਨਹੀਂ ਇਹਨਾਂ ਨੇ ਕੀਤੀ। ਅਸੀਂ ਇੱਕ ਰਿਪੋਰਟ ਲਿਖਤੀ ਜਿਹੜੀ ਹੈ ਸ਼ਬੂਨ 2020 ਨੂੰ 1/17 ਜੋ ਸਾਡੇ ਕੋਲ ਡਾਟਾ ਇਕੱਠਾ ਹੋਇਆ ਸੀ ਦੋਵਾਂ ਵਾਕਿਆ ਬਾਰੇ, ਇੱਕ ਤੇ ਜਿਹੜੇ ਮਈ 2016 ਚ ਅਗਨ ਭੇਟ ਹੋਣ ਬਾਰੇ, ਤੇ ਇੱਕ ਜਿਹੜਾ ਵਾ ਪਾਵਨ ਸਰੂਪਾਂ ਦੇ ਘਟਣ ਬਾਰੇ ਜੋ ਮੌਜੂਦਾ ਸਥਿਤੀ ਸੀ, ਉਹ ਅਸੀਂ ਲਿਖ ਕੇ ਇੱਕ ਕੰਪਲੇਂਟ ਜਿਹੜੀ ਹੈ ਉਹ ਪੰਜਾਬ ਸਰਕਾਰ ਨੂੰ ਭੇਜੀ ਕਿ ਉਹ ਆਪਣੇ ਕਿਸੇ ਸੀਨੀਅਰ ਅਧਿਕਾਰੀ ਤੋਂ ਉਹਦੀ ਜਾਂਚ ਕਰਾਉਣ, ਤੇ ਇੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਜਿਹੜੀ ਉਹਦੀ ਕਾਪੀ ਭੇਜੀ। ਤੇ ਉਹਦੇ ਤੋਂ ਬਾਅਦ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਸਾਰੀ ਮੈਂ 1 ਮਿੰਟ ਤੁਹਾਡੇ ਤੋਂ ਲੈਣਾ ਚਾਹੁੰਦਾ, ਮਾਫ ਕਰਨਾ ਮੈਂ ਤੁਹਾਨੂੰ ਇੰਟਰਰਪਟ ਕਰ ਰਿਹਾ। ਜਿਹੜਾ 267 ਸਰੂਪ ਇੱਕ ਵਾਰੀ ਕਹੇ ਜਾਂਦੇ ਆ, ਇੱਕ ਵਾਰੀ 325 ਕੇ 328 ਦਾ ਫਿਗਰ ਆਉਂਦਾ, ਇਹਨਾਂ ਦੋਨਾਂ 'ਚ ਕੀ ਡਿਫਰੈਂਸ ਹੈਗਾ? ਵੇਖੋ ਪਹਿਲੀ ਜਿਹੜੀ ਉਹਦੀ ਰਿਟਾਇਰਮੈਂਟ ਤੇ ਇਹ 267 ਸਰੂਪ ਜਿਹੜੇ ਆ, ਇਹ ਜਿਹੜੀ ਗਿਣਤੀ ਹੋਈ ਆ 20 ਮਈ 2020 ਨੂੰ, 20 ਮਈ 2020 ਜਿਹੜੀ ਕਵਲਜੀਤ ਦੀ ਰਿਟਾਇਰਮੈਂਟ ਤੋਂ 10 ਦਿਨ ਪਹਿਲਾਂ 31 ਮਈ ਨੂੰ ਉਹਦੀ ਰਿਟਾਇਰਮੈਂਟ ਜਿਹੜੀ ਗਿਣਤੀ ਹੋਈ ਉਹਦੇ ਵਿੱਚ ਆਈ ਆ। ਪਰ ਇਹਦੇ ਵਿੱਚ ਜਿਹੜੀ ਜਦੋਂ ਬਾਅਦ ਚ ਇਨਕੁਆਇਰੀਆਂ ਮਾਰਕ ਹੋਈਆਂ ਵਾ ਜਿਹੜੀਆਂ 45 ਕਮੇਟੀ ਦੀ ਰਿਕੁਐਸਟ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਉਹਦੇ ਵਿੱਚ ਜਿਹੜੀ ਗਿਣਤੀ ਵੱਧ ਕੇ 328 ਹੋ ਗਈ। ਮਤਲਬ ਇਹ ਫਰਕ ਇਹ ਆ ਵੀ ਜਿਹੜੀ ਸਟਾਰਟ ਸੀ ਇਨਕੁਆਇਰੀ ਦਾ ਉਹ 267 ਤੋਂ ਸ਼ੁਰੂ ਹੋਇਆ ਵਾ, ਪਰ ਇਹ ਬਾਅਦ ਚ ਜਦੋਂ ਇਨਕੁਆਇਰੀ ਹੋਈ ਹੈ ਤੇ ਵੱਧ ਕੇ 328 ਜਿਹੜੀ ਹੈ ਹੋ ਗਈ ਹੈ। ਤੇ ਜਦੋਂ ਅਸੀਂ ਇਸ ਕੇਸ ਦੀ ਪਹਿਲੀ ਸ਼ਿਕਾਇਤ ਜਿਹੜੀ ਸਾਡੀ ਸਾਹਮਣੇ ਆਈ ਹੈ ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਰ ਰਜਿੰਦਰ ਸਿੰਘ ਮਹਿਤਾ, ਡਾਕਟਰ ਰੂਪ ਸਿੰਘ ਤੇ ਮਨਜੀਤ ਸਿੰਘ ਹੋਣਾ, ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ, ਇਹ ਜਿਹੜੇ ਹਿਊਮਨ ਰਾਈਟਸ ਵਾਲੇ ਆ ਇਹ ਜਿਹੜਾ ਵਾ ਝੂਠ ਬੋਲ ਰਹੇ ਆ, ਤੇ ਇਹਨਾਂ ਝੂਠ ਬੋਲ ਰਹੇ ਤੇ ਕੋਈ ਪਾਵਨ ਸਰੂਪ 80 ਅਗਨ ਭੇਟ ਨਹੀਂ ਹੋਏ, ਸਾਡੀ ਕੋਈ ਘਟਦੇ ਨਹੀਂ ਗੇ ਪਾਵਨ ਸਰੂਪ। ਜਿਹੜਾ ਕਵਲਜੀਤ ਸਿੰਘ ਆ ਉਹਨੇ ਮੰਨ ਲਿਆ ਵਾ ਵੀ ਮੈਂ ਜੋ ਮੇਰੇ ਕੋਲ ਜਿਹੜੇ ਆ ਪੈਸੇ ਕੱਟ ਲਏ ਜਾਣ ਤੇ ਮੈਨੂੰ ਜਿਹੜਾ ਵਾ ਉਹਦੇ ਪੈਸੇ ਪਾ ਕੇ ਤੇ ਸਾਰੀ ਗੱਲ ਖਤਮ ਕਰਤੀ ਜਾਵੇ। ਤੇ ਅਸੀਂ ਉਸ ਗੱਲ ਤੇ ਸਾਡੇ ਕੋਲ ਸਬੂਤ ਹੀ ਉਸ ਗੱਲ ਦਾ ਇਤਰਾਜ਼ ਕੀਤਾ ਵੀ ਸ਼੍ਰੋਮਣੀ ਕਮੇਟੀ ਤੋਂ ਸਗੋਂ ਜਿਹੜਾ ਸੱਚਾਈ ਵਾਲੇ ਬੰਨੇ ਜਿਹੜਾ ਵਾ ਇਹ ਸਾਹਮਣੇ ਆਉਣਾ ਚਾਹੀਦਾ। ਉਹਨਾਂ ਵੱਲੋਂ ਜਿਹੜਾ ਵਾ ਇਹ ਸ਼ੁਰੂ ਚ ਉਹ ਇਹਨਾਂ ਨੇ ਜਿਹੜਾ ਆਪਣਾ ਸਾਰਾ ਇਹ ਸਟੈਂਡ ਰੱਖਿਆ ਵੀ ਅਸੀਂ ਝੂਠ ਬੋਲਣਾ ਵਾ, ਝੂਠ ਬੋਲ ਕੇ ਅਸੀਂ ਆਪਣੀਆਂ ਜਿਹੜੀਆਂ ਊਨਤਾਈਆਂ ਜਿਹੜੀਆਂ ਗਲਤੀਆਂ ਰਹਿ ਗਈਆਂ ਉਹਨੂੰ ਲੁਕਾਉਣਾ ਵਾ। ਹਾਲਾਂਕਿ ਸਾਡੇ ਮਨ ਚ ਸਟਾਰਟ ਤੇ ਅਸੀਂ ਤੁਹਾਨੂੰ ਇੱਕ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਵੀ ਅਸੀਂ ਇਹ ਰਿਪੋਰਟ ਨੂੰ ਸਰਕਾਰ ਨੂੰ ਭੇਜਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕੀਤੀ, ਇਹਨਾਂ ਦੇ ਅਧਿਕਾਰੀਆਂ ਤੱਕ, ਉਹਨਾਂ ਨੂੰ ਜਾ ਕੇ ਉਹਨਾਂ ਦੇ ਨਾਲ ਡਿਸਕਸ ਕੀਤਾ, ਉਹਨਾਂ ਨੂੰ ਬੇਨਤੀ ਕੀਤੀ ਵੀ ਆਪਾਂ ਨੂੰ ਇਹ ਕੇਸ ਜਿਹੜਾ ਵਾ ਇਹਨੂੰ ਤੁਹਾਨੂੰ ਜਿਹੜਾ ਇਨਕੁਆਇਰ ਕਰਨਾ ਚਾਹੀਦਾ। ਪਰ ਉਹਨਾਂ ਵੱਲੋਂ ਸਾਨੂੰ ਵੀ ਸਗੋਂ ਹਦਾਇਤ ਕੀਤੀ ਗਈ ਵੀ ਤੁਸੀਂ ਜਿਹੜਾ ਇਹਨੂੰ ਬਿਲਕੁਲ ਕੇਸ ਨੂੰ ਇਸ ਤਰ੍ਹਾਂ ਹੀ ਰਹਿਣ ਦਿਓ, ਇਹਨੂੰ ਬਿਲਕੁਲ ਇਹਦੇ ਤੇ ਜਿਹੜਾ ਕੋਈ ਰੌਲਾ ਨਾ ਪਾਓ, ਕੋਈ ਕੰਪਲੇਂਟ ਨਾ ਕਰੋ ਤੇ ਇਹ ਗੱਲ ਬਾਹਰ ਨਾ ਨਿਕਲੇ। ਤੇ ਪਰ ਉਹਦੇ ਬਾਵਜੂਦ ਸਾਨੂੰ ਲੱਗਦਾ ਹੈ ਵੀ ਨਹੀਂ। ਜੀ ਸਰਬਜੀਤ ਸਿੰਘ ਜੀ, ਤੁਸੀਂ 1 ਮਿੰਟ ਚ ਖਤਮ ਕਰੋ, ਆਪਾਂ ਭੁਪਿੰਦਰ ਸਿੰਘ ਕੋਲ ਵੀ ਜਾਣਾ ਕਿਉਂਕਿ ਬਾਅਦ ਚ ਕਿਰਨਜੋਤ ਕੌਰ ਦੇ ਵੀ ਓਪੀਨੀਅਨ ਜਾਣਨਾ ਵੀ ਇਹਦੇ ਉੱਤੇ ਉਹ ਕੀ ਆ ਜਿਹਨੇ ਤੁਹਾਨੂੰ ਸੁਣ ਰਹੇ ਨੇ ਚੰਗੀ ਤਰ੍ਹਾਂ। ਤੇ 1 ਮਿੰਟ ਦੇ ਵਿੱਚ ਫਿਨਿਸ਼ ਕਰੋ ਤੁਸੀਂ, ਫਿਰ ਆਪਾਂ ਅੱਗੇ ਚੱਲੀਏ। ਹਾਂਜੀ
ਜੀ ਵੇਖੋ ਜੀ, ਅਸੀਂ ਤੇ ਜਿਹੜੀ ਸਾਡੇ ਕੰਪਲੇਂਟ ਤੋਂ ਬਾਅਦ ਚ ਇਨਕੁਆਇਰੀਆਂ ਹੋਈਆਂ ਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਜਿਹੜੀ 45 ਕਮੇਟੀ ਬਣਾਈ ਸੀ, ਉਸ ਤੋਂ ਬਾਅਦ ਚ ਹੁਣ ਜਿਹੜੇ ਜੀ 328 ਸਰੂਪ ਜਿਹੜੇ ਸਾਹਮਣੇ ਆ ਗਏ ਵੀ ਘਟਦੇ ਆ। 61 ਸਰੂਪ ਇੱਕ ਤੇ 125 ਸਰੂਪ ਇੱਕ ਜਿਹੜੇ ਆ, ਇਹ ਇਨਕੁਆਇਰੀ ਰਿਪੋਰਟ ਚ ਆਇਆ ਵੀ ਇਹ ਪ੍ਰਿੰਟ ਜਿਹੜੇ ਆ ਬਗੈਰ ਇਜਾਜ਼ਤ ਤੋਂ, ਬਗੈਰ ਆਗਿਆ ਤੋਂ ਜਿਹੜੇ ਆ ਇਹ ਛਪੇ, ਫਿਰ ਬਾਈਂਡ ਹੋ ਕੇ ਮਹਾਰਾਜ ਦੇ ਪਾਵਨ ਸਰੂਪ ਤਿਆਰ ਹੋ ਕੇ ਬਗੈਰ ਇਜਾਜ਼ਤ ਤੋਂ ਜਿਹੜੇ ਆ 61 ਸਰੂਪ ਜਿਹੜੇ ਆ ਉਹ ਬਾਹਰ ਚਲ ਗਏ। ਉਹਦੀ ਕਿਤੇ ਵੀ ਕੋਈ ਐਂਟਰੀ ਨਹੀਂ ਕੀਤੀ ਗਈ। ਤੇ ਅਕਾਲ ਤਖਤ ਸਾਹਿਬ ਦੇ ਜੀ ਜਥੇਦਾਰ ਨੇ ਜਿਹੜੀ 45 ਕਮੇਟੀ ਦੀ ਰਿਪੋਰਟ ਸੀ ਉਹਦੇ ਬੇਸ ਤੇ ਸ਼੍ਰੋਮਣੀ ਕਮੇਟੀ ਨੂੰ ਉਹਦੇ ਤੇ ਕਾਰਵਾਈ ਲਿਖਿਆ। ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਕਿਹਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ, 16 ਮੁਲਾਜ਼ਮਾਂ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਤੇ ਇਹਨਾਂ ਕਿਹਾ ਵੀ ਅਸੀਂ ਮੁਕੱਦਮੇ ਦਰਜ ਕਰਾਵਾਂਗੇ, ਤੇ ਇੱਕ ਹਫ਼ਤੇ ਦੇ ਵਿੱਚ ਹੀ ਇਹਨਾਂ ਨੇ ਉਹ ਆਪਣੀ ਜਿਹੜੀ ਆ ਪਿਛਲਾ ਜਿਹੜਾ ਫੈਸਲਾ ਸੀ ਇਹਨਾਂ ਦੀ ਜਗਤੋ ਦੀ ਮੀਟਿੰਗ 'ਚ, ਉਹਦੇ ਤੋਂ ਇਹਨਾਂ ਨੇ ਯੂ-ਟਰਨ ਲੈ ਲਿਆ ਤੇ ਹੁਣ ਇਹ ਕਹਿ ਰਹੇ ਵੀ ਅਸੀਂ ਆਪੇ ਸਜ਼ਾ ਦੇਵਾਂਗੇ, ਅਸੀਂ ਸਮਰੱਥ ਹੈਗੇ ਆ ਤੇ ਸਾਨੂੰ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ। ਧੰਨਵਾਦ ਸਰਬਜੀਤ ਸਿੰਘ ਜੀ। ਭੁਪਿੰਦਰ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ, ਫਿਰ ਕਿਰਨਜੋਤ ਭੈਣ ਜੀ ਕੋਲ ਜਾਂਦੇ ਹਾਂ ਆਪਾਂ। ਭੁਪਿੰਦਰ ਸਿੰਘ ਜੀ, ਤੁਸੀਂ ਸੁਣਿਆ, ਭੈਣ ਜੀ ਨੂੰ ਵੀ ਸੁਣਿਆ, ਸਰਬਜੀਤ ਸਿੰਘ ਨੂੰ ਵੀ ਸੁਣਿਆ। ਜਦੋਂ ਆਪਾਂ ਇਹ ਦੇਖਦੇ ਹਾਂ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਸਾਡੇ ਕੋਲ ਕੁਝ ਵੀ ਹੈ ਨਹੀਂਗਾ, ਤਾਂ ਤੁਸੀਂ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਵੀ ਰਹੇ ਹੋ, ਹਜੂਰ ਸਾਹਿਬ ਦੇ ਵਿੱਚ ਵੀ ਰਹੇ ਹੋ, ਦਿੱਲੀ ਵਿੱਚ ਵੀ ਕਮੇਟੀ ਦੇ ਵਿੱਚ ਰਹੇ ਹੋ। ਜਦੋਂ ਤੁਸੀਂ ਇਹ ਜੋ ਕੁਝ ਚੱਲ ਰਿਹਾ ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਵੀ ਕਿੱਥੇ ਕਮੀ ਕਿੱਥੇ ਹੈਗੀ ਹੈ? ਕਿਉਂਕਿ ਮੈਂ ਲੰਬਾ ਇਸ ਉੱਤੇ ਨਾ ਆਪਣੀ ਕੋਈ ਟਿੱਪਣੀ ਕਰਾਂ, ਪਰ ਜਦੋਂ ਅਸੀਂ ਦੇਖਦੇ ਹਾਂ 6 ਮਹੀਨੇ ਦੇ ਵਿੱਚ ਜਾਂ 4 ਸਾਲ ਦੇ ਪੀਰੀਅਡ ਦੇ ਵਿੱਚ ਸਟੇਟਮੈਂਟਾਂ ਚੇਂਜ ਹੁੰਦੀਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ, ਸੋ ਕੀ ਕਾਰਨ ਸਮਝਦੇ ਹੋ, ਕਿੱਥੇ ਖੜਾ ਦੇਖਦੇ ਹੋ ਇਸ ਮੁੱਦੇ ਨੂੰ? ਬੀਬੀ ਜੀ ਨੂੰ ਵੀ ਸੁਣ ਲਿਆ, ਵੀਰਕਾ ਸਾਹਿਬ ਨੂੰ ਵੀ ਸੁਣਿਆ। ਇਹਦੇ ਵਿੱਚ ਨਾ ਜੀ ਅੱਜ ਦੇ ਸਮੇਂ ਅਸੀਂ ਕਹਿੰਦੇ ਹਾਂ ਕਿ ਵੀ ਸਾਡੇ ਰਹਿਬਰ, ਸਾਡੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਵੀਰਕਾ ਸਾਹਿਬ ਨੇ ਆਪ ਦੱਸਿਆ ਕਿ ਵੀ ਅਸੀਂ ਇਹਨਾਂ ਨੂੰ ਲਿਵਿੰਗ ਕਹਿੰਦੇ ਹਾਂ, ਅਸੀਂ ਮਹਾਰਾਜ ਨੂੰ ਹਾਜ਼ਰ ਸਮਝਦੇ ਹਾਂ, ਅਸੀਂ ਜਿੰਦਾ ਜਾਗਦਾ ਸਮਝਦੇ ਹਾਂ, ਜਾਇਦਾਦਾਂ ਵੀ ਇਹਨਾਂ ਦੇ ਨਾਲ ਲਈਆਂ ਜਾਂਦੀਆਂ ਨੇ, ਸਭ ਕੁਝ ਕਹਿੰਦੇ ਹਾਂ, ਮੰਨਦੇ ਨਹੀਂ ਆ। ਇਹ ਗੱਲ ਨੂੰ ਫਰਕ ਹੈ, ਕਹਿ ਰਹੇ ਹਾਂ ਮੂੰਹੋਂ ਬਟ ਮੰਨ ਨਹੀਂ ਰਹੇ। ਜੇ ਮੰਨਦੇ ਹੋਈਏ ਨਾ ਤੇ ਇਹੋ ਜਿਹੀਆਂ ਗਿਰਾਵਟਾਂ, ਇਹੋ ਜਿਹੇ ਕੰਮ ਨਾ ਆਉਣ। ਭਾਈ ਸਾਹਿਬ ਨੇ ਕਿਹਾ ਕਿ ਪਛਚਾਤਾਪ ਕਰਾਉਣਾ ਸੀਗਾ, ਪਾਠ ਕਰਾਉਣਾ ਸੀ। ਮੈਂ ਕਹਿੰਦਾ ਪਛਚਾਤਾਪ ਦਾ ਕੀ ਮਤਲਬ? ਮੇਰਾ ਪਿਓ ਹੋਵੇ, ਘਰੋਂ ਦੀ ਨਿਕਲ ਜਾਵੇ, ਕਿਤੋਂ ਲੱਭੇ ਨਾ, ਮੈਂ ਮਰ ਖੱਪ ਗਿਆ, ਮੈਂ ਅਰਦਾਸ ਕਰਾ ਦੇਵਾਂ, ਇਹ ਕਿਵੇਂ ਹੋ ਸਕਦਾ ਹੈ? ਮੈਨੂੰ ਮਰਦੇ ਦਮ ਤੱਕ ਆਪਣਾ ਪਿਓ ਲੱਭਣਾ ਹੈ। ਮੇਰਾ ਪਿਓ ਗਿਆ ਕਿੱਥੇ? ਇਸੇ ਢੰਗ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਗਏ ਕਿੱਥੇ? ਦੂਸਰਾ, ਭਾਈ ਸਾਹਿਬ ਨੇ ਕਿਹਾ ਕਿ ਜੀ ਬਿਨਾਂ ਆਰਡਰ ਦੇ ਛਪੇ ਤੇ ਬਿਨਾਂ ਆਰਡਰ ਦੇ ਵੰਡੇ ਗਏ। ਫਿਰ ਤਾਂ ਕਾਗਜ਼ ਹੀ ਸ਼ਾਰਟ ਹੋਣਾ ਹੈ ਨਾ। ਸਰੂਪ ਦੀ ਗੱਲ ਫਿਰ ਕਿੱਥੋਂ ਆ ਗਈ? ਸਰੂਪ ਤਾਂ ਤਿਆਰ ਹੋਏ ਕਿਸੇ ਦੇ ਆਰਡਰਾਂ ਦੇ ਕਰਕੇ ਹੋਏ। ਆਪਾਂ ਥੋੜਾ ਜਿਹਾ ਪੁਆਇੰਟ ਵੱਲ ਜਾਈਏ ਕਿ ਭਾਈ ਸਾਹਿਬ ਮੈਨੂੰ ਕਹਿ ਰਹੇ ਹੈ ਕਿ ਵੀ ਬਿਨਾਂ ਆਰਡਰ ਦੇ ਛਪੇ ਔਰ ਬਿਨਾਂ ਆਰਡਰ ਦੇ ਵੰਡੇ ਗਏ। ਫਿਰ ਤਾਂ ਪੇਪਰ ਸ਼ਾਰਟ ਹੈ, ਇੰਕ ਸ਼ਾਰਟ ਹੈ, ਸਰੂਪ ਨਹੀਂ ਨੇ। ਸਰੂਪ, ਅਸਲੀ ਸਰੂਪਾਂ ਦੀ ਗਿਣਤੀ ਕਿੱਥੋਂ ਚੱਲ ਰਹੀ ਹੈ, ਕਿੱਥੇ ਆਏ ਨੇ ਔਰ ਕਿੱਥੇ ਗਏ? ਇੱਕ ਤਾਂ ਉਹ ਕੱਢੀਏ। ਦੂਜਾ, ਭੈਣ ਜੀ ਨੇ ਮੈਨੂੰ ਕਿਹਾ ਮੈਨੂੰ ਉਸ ਦੇ ਬਾਰੇ ਜਾਣਕਾਰੀ ਜ਼ਰੂਰ ਚਾਹੀਦੀ ਹੈ। ਪਬਲੀਕੇਸ਼ਨ ਦਾ ਟਰਸਟ ਹੈ, ਕੀ ਉਹ ਟਰਸਟ ਸਿੱਧਾ ਗੋਬਿੰਦ ਲੌਂਗੋਵਾਲ ਦੇ ਅੰਡਰ ਆਉਂਦਾ ਹੈ ਜਾਂ ਐਗਜ਼ੈਕਟਿਵ ਦੇ ਅੰਡਰ ਆਉਂਦਾ ਹੈ, ਜਾਂ ਉਹਦਾ ਕੋਈ ਨਾ ਕੋਈ ਤਾਂ ਕਮੇਟੀ ਬਣੀ ਹੈ ਜਿਹੜਾ ਉਹ ਸੰਭਾਲ ਰਹੀ ਹੈ, ਜਾਂ ਉਹ ਰੂਪ ਸਿੰਘ ਜਿਹਨੂੰ ਇਹਨਾਂ ਨੇ ਚੀਫ ਸੈਕਟਰੀ ਬਣਾਇਆ ਜਾਂ ਉਹਦਾ ਆਉਂਦਾ ਹੈ? ਪਹਿਲਾਂ ਤੇ ਆਪਾਂ ਇਹ ਦੇਖੀਏ ਵੀ ਇਹ ਕਿਹੜੇ ਬੰਦੇ ਨੇ ਜਿਨ੍ਹਾਂ ਦੇ ਅੰਡਰ ਇਹ ਗੁਰੂ ਗੋਬਿੰਦ ਭਵਨ ਜਿੱਥੇ ਛਪਾਈ ਸੁਧਾਈ, ਕਿਉਂਕਿ ਛਪਾਈ ਦੇ ਬਾਅਦ ਸੁਧਾਈ ਹੈ ਭਾਈ ਸਾਹਿਬ, ਆਪਾਂ ਬੜੇ ਆਰਾਮ ਨਾਲ ਸਮਝੀਏ ਪ੍ਰੋਸੈਸ। ਕਿਉਂਕਿ ਮੈਂ ਕਈ ਜਗ੍ਹਾ ਤੇ ਸਰੂਪਾਂ ਦੀ ਜਿਹੜੀ ਹੈ ਸੇਵਾ ਦੇਖੀ ਹੈ ਔਰ ਆਪਣੀ ਅੱਖੀ ਦੇਖਦਾ ਕਿਵੇਂ। ਹੁਣ ਮੈਨੂੰ ਨਹੀਂ ਪਤਾ ਇਹਨਾਂ ਨੇ ਕੀ ਹਰਕਤਾਂ ਕੀਤੀਆਂ, ਕਿਵੇਂ ਕੀਤਾ। ਛਪਾਈ ਦੇ ਬਾਅਦ ਵੀ ਹਮੇਸ਼ਾ ਗ੍ਰੰਥੀ ਸਿੰਘ ਬਿਠਾਏ ਜਾਂਦੇ ਆ ਜਿਹੜਾ ਕਿ ਇਹ ਇੱਕ ਇੱਕ ਅੰਗ ਵੇਖਦੇ ਆ। ਦੇਖੋ ਮਸ਼ੀਨਾਂ ਤੇ ਛਪ ਰਿਹਾ, ਕਦੀ ਨਾ ਕਦੀ ਜਿਹੜੀ ਹੈ ਇੰਕ ਥੋੜੀ ਜਿਹੀ ਫੈਲ ਜਾਏ ਤੇ ਉਹ ਅੱਖਰ ਜਿਹੜੀ ਹੈ ਟਿੱਪੀ, ਬਿੰਦੀ, ਮਾਤਰਾ ਦਾ ਫਰਕ ਪੈ ਕੇ ਉਹ ਗੱਲ ਦਾ ਅੰਤਰ ਹੀ ਬਦਲ ਜਾਂਦਾ ਹੈ। ਇਸ ਕਰਕੇ ਉਹ ਹਰ ਅੰਗ ਦੀ ਸੁਧਾਈ ਹੁੰਦੀ ਹੈ। ਉਹਦੇ ਵਿੱਚ ਜਿਹੜੇ ਸਿਆਣੇ ਨੇ ਗ੍ਰੰਥੀ ਬਿਠਾਏ ਜਾਂਦੇ ਨੇ ਵੀ ਤੁਸੀਂ ਇੱਕ ਇੱਕ ਅੰਗ ਪਲਟਣਾ ਹੈ ਔਰ ਅੰਗ ਸਾਰੀ ਸੁਧਾਈ ਕਰਨ ਦੇ ਬਾਅਦ ਵੀ ਕਿਧਰੇ ਇਹੋ ਜਿਹੀ ਕੋਈ ਕੁਤਾਈ ਤੇ ਨਹੀਂ ਹੈ। ਜਦੋਂ ਬਾਈਂਡ ਹੋਣ ਦੇ ਬਾਅਦ ਕੱਚੀ ਬਾਈਂਡਿੰਗ ਦੇ ਵਿੱਚ ਕਰਦੇ ਆ, ਇਹਦੀ ਪੱਕੀ ਬਾਈਂਡਿੰਗ ਤਦ ਤੱਕ ਨਹੀਂ ਹੁੰਦੀ ਜਦ ਤੱਕ ਉਹ ਸੁਧਾਈ ਨਾ ਹੋ ਜਾਏ। ਔਰ ਸੁਧਾਈ ਦੇ ਬਾਅਦ ਪਿੱਛੇ ਉਹ ਗ੍ਰੰਥੀ ਸਿੰਘ ਆਪਣਾ ਮਾਰਕਾ ਲਾਉਂਦਾ, ਬਕਾਇਦਾ ਆਪਣੇ ਹਸਤਾਖਰ ਜਾਂ ਕੋਈ ਨਿਸ਼ਾਨੀ ਲਾਉਂਦਾ ਕਿ ਵੀ ਹਾਂ, ਉਹਨੂੰ ਦੱਸਿਆ ਜਾਂਦਾ ਵੀ ਤੂੰ ਇਹ ਨਿਸ਼ਾਨੀ ਲਾਣੀ ਹੈ ਭਾਈ, ਤੇਰੀ ਸੁਧਾਈ ਦੇ ਜਿੰਨੇ ਗ੍ਰੰਥ ਨੇ ਉਹ ਸਾਨੂੰ ਪਤਾ ਹੋਣ ਵੀ ਕਿੰਨੀ ਸੁਧਾਈ ਹੋਈ ਹੈ ਔਰ ਤੁਸੀਂ ਕਿੰਨੇ ਗ੍ਰੰਥ ਸੁਧਾਈ ਕਰਕੇ ਓਕੇ ਕੀਤੇ ਆ। ਇਹਦਾ ਪੂਰਾ ਡਾਟਾ ਜਿਹੜਾ ਇੱਕ ਸਿਸਟਮ ਹੈ
ਕੋਈ ਇਹ ਨਹੀਂ ਹੈ ਕਿ ਵੀ ਛਪਿਆ ਤੇ ਚਲਾ ਗਿਆ ਜੀ, ਪਬਲਿਕੇਸ਼ਨ ਹੋ ਗਈ ਜੀ। ਇਹ ਸਾਡੇ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੇ ਔਰ ਬੜੀ ਵੱਡੀ ਸੰਸਥਾ ਦੇ ਵਿੱਚ ਛਾਪ ਰਹੇ ਨੇ, ਜਦ ਕਿ ਇੱਕ ਮਤਾ ਪਾਸ ਕਰ ਲਿਆ ਹੋਇਆ ਇਹਨਾਂ ਨੇ ਕਿ ਕੱਲਾ ਸ਼੍ਰੋਮਣੀ ਕਮੇਟੀ ਛਾਪੇਗੀ, ਕੋਈ ਹੋਰ ਕਿਸੇ ਨੂੰ ਅਖਤਿਆਰ ਨਹੀਂ ਹੈ ਵੀ ਉਹ ਇਸ ਕਰਕੇ ਕਰ ਲਿਆ ਵੀ ਚਲੋ ਕੋਈ ਨਾ ਕੋਈ ਗਲਤ ਕਰਦੇ ਆ। ਇਹ ਵੀ ਗੱਲ ਸੋਹਣੀ ਹੈ, ਲੇਕਿਨ ਹੁਣ ਜੇ ਤੁਸੀਂ ਕਰ ਰਹੇ ਹੋ ਤਾਂ ਹੁਣ ਤੁਹਾਡੇ ਕੋਲ ਇਹ ਹੱਕ ਕਿਵੇਂ ਰਹਿ ਰਹੇ ਨੇ ਜਾਂ ਕਿਵੇਂ ਹੱਕ ਰਹਿਣੇ ਚਾਹੀਦੇ ਨੇ, ਇਹਦੀ ਤਾਂ ਬੜਾ ਸਵਾਲੀਆ ਨਿਸ਼ਾਨ ਪੈਦਾ ਹੋ ਚੁੱਕਾ ਹੋਵੇ। ਸੋ ਪਹਿਲਾਂ ਤਾਂ ਮੈਨੂੰ ਬੇਬੀ ਜੀ ਤੋਂ ਇਹ ਬਿਲਕੁਲ ਗੱਲ ਚਾਹੀਦੀ ਹੈ ਕਿ ਵੀ ਪਬਲਿਕੇਸ਼ਨ ਟਰਸਟ ਜਿਹੜੀ ਹੈ ਇਹਨੂੰ ਕੌਣ ਰਨ ਕਰਦਾ ਹੈ, ਇਹਦੇ ਤੇ ਕੌਣ ਨੇ ਇਹ ਲੋਂਗੋ ਵਾਲੀਆਂ ਐਗਜ਼ੈਕਟਿਵ ਜਾਂ ਇਹ ਜਿਵੇਂ ਮਹਿਤਾ ਸਾਹਿਬ ਦੀ ਇਹਨਾਂ ਨੇ ਜ਼ਿਕਰ ਕਰ ਲਿਆ, ਰਜਿੰਦਰ ਸਿੰਘ ਮਹਿਤਾ ਸਾਹਿਬ ਕਹਿੰਦੇ ਜੀ ਵੀ ਇਹ ਨਾ ਛਪੇ ਨੇ ਤੇ ਨਾ ਆਏ ਨੇ, ਫਿਰ ਕਹਿੰਦੇ ਛਪੇ ਨੇ ਤੇ ਚਲੇ ਗਏ ਨੇ। ਇਹ ਬੜੇ ਕੁਐਸਚਨ ਨੇ, ਹਾਲੇ ਤੱਕ ਕੁਐਸਚਨ ਕਲੀਅਰ ਨਹੀਂ ਨੇ ਦੋਨਾਂ ਤੋਂ ਜਿਹੜਾ ਨਾ ਬੜੇ। ਭੁਪਿੰਦਰ ਸਿੰਘ ਜੀ ਤੁਸੀਂ ਇੱਥੇ ਰੁਕੋ, ਹੁਣੇ ਭੈਣ ਜੀ ਨੂੰ ਪੁੱਛਦੇ ਆ। ਭੈਣ ਜੀ ਜਿਹੜਾ ਇਹਨਾਂ ਨੇ ਸਵਾਲ 2 ਵਾਰੀ ਰਿਪੀਟ ਕੀਤਾ ਕਿ ਜਿਹੜਾ ਪਬਲਿਕੇਸ਼ਨ ਵਿਭਾਗ ਹੈ ਉਹ ਕਿਹਦੇ ਅੰਡਰ ਆਉਂਦਾ ਹੈ? ਸ਼੍ਰੋਮਣੀ ਕਮੇਟੀ ਦਾ ਜਿੰਨਾ ਦਫ਼ਤਰ ਹੈ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅੰਤਰਿੰਗ ਕਮੇਟੀ ਦੇ ਮਤਿਆਂ ਔਰ ਫੈਸਲਿਆਂ ਅਨੁਸਾਰ ਚੱਲਦਾ ਹੈ, ਔਰ ਉਹ ਸਾਰਾ ਜੋ ਵੀ ਫੈਸਲੇ ਇਹਨਾਂ ਬਾਰੇ ਹੋਣੇ ਹੁੰਦੇ ਨੇ ਉਹ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਔਰ ਐਗਜ਼ੈਕਟਿਵ ਕਰਦੀ ਹੈ। ਪਰ ਅਸਲ ਅਸੀਂ ਦੇਖੀਏ ਤਾਂ ਜਿਹੜਾ ਭਾਵੇਂ ਇਸ ਕੇਸ ਦੇ ਵਿੱਚ ਟੈਕਨੀਕਲੀ ਮੁੱਖ ਸਕੱਤਰ ਜਿਹੜਾ ਹੈ ਉਹਦਾ ਕੰਮ ਇਹ ਹੁੰਦਾ ਹੈ ਕਿ ਜਿਹੜੇ ਐਗਜ਼ੈਕਟਿਵ ਨੇ ਮਤੇ ਕੀਤੇ ਨੇ ਉਹ ਲਾਗੂ ਕਰਨੇ ਹੈਗੇ ਨੇ, ਔਰ ਉਹ ਆਪਣਾ ਸਟਾਫ ਜਿਹੜਾ ਹੈ ਉਹ ਇਨਸ਼ੋਰ ਕਰਨਾ ਹੈ ਕਿ ਸਟਾਫ ਉਹ ਮਤੇ ਲਾਗੂ ਕਰੇ। ਪਰ ਸਾਡੀ ਪ੍ਰੋਬਲਮ ਜੋ ਪਿਛਲੇ ਕੁਝ ਸਾਲਾਂ ਵਿੱਚ ਆ ਗਈ ਹੈ ਕਿ ਇੱਕ ਮੁੱਖ ਸਕੱਤਰ ਦੇ ਪੈਰਲਲ ਇੱਕ ਪਾਵਰ ਸੈਂਟਰ ਖੜਾ ਹੋ ਗਿਆ ਹੈ ਜਿਹੜਾ ਕਿ ਪੀਏ ਦਾ ਪ੍ਰਧਾਨ ਹੁੰਦਾ ਹੈ। ਹੁਣ ਪੀਏ ਦੇ ਪ੍ਰਧਾਨ ਨੂੰ ਉਹ ਪਾਵਰ ਨਿਯਮਾਂ ਅਨੁਸਾਰ ਨਹੀਂ ਜਿਹੜੀ ਉਹ ਇਸ ਵੇਲੇ ਵੀਲਡ ਕਰ ਰਿਹਾ ਹੈ। ਸੋ ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਐਗਜ਼ੈਕਟਿਵ ਵਿੱਚ ਨਹੀਂ ਜਾਂਦੀਆਂ ਤੇ ਬਾਹਰੋਂ ਬਾਹਰ ਸਿੱਧੀਆਂ ਪ੍ਰਧਾਨ ਕੋਲ ਹੱਲ ਹੋ ਕੇ ਆ ਜਾਂਦੀਆਂ। ਪਰ ਇਹ ਚੀਜ਼ ਬੜੀ ਕਲੀਅਰ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਕੋਈ ਵੀ ਬਦਲੀ ਹੋਣੀ ਹੈ, ਕਿਸੇ ਨੂੰ ਜੁਰਮਾਨਾ ਹੋਣਾ ਹੈ, ਕਿਸੇ ਨੂੰ ਡਿਸਮਿਸ ਕਰਨਾ ਹੈ, ਕੁਝ ਵੀ ਹੋਣਾ ਉਹ ਪ੍ਰਧਾਨ ਨੇ ਕਰਨਾ ਹੈ, ਔਰ ਬਾਅਦ ਦੇ ਵਿੱਚ ਉਹਦੀ ਜਿਹੜੀ ਰੈਟੀਫਿਕੇਸ਼ਨ ਹੈ, ਪ੍ਰਵਾਨਗੀ ਹੈ, ਉਹ ਐਗਜ਼ੈਕਟਿਵ ਕਮੇਟੀ ਨੇ ਦੇਣੀ ਹੈ। ਪਰ ਕਈ ਵਾਰ ਇਹ ਵੀ ਹੁੰਦਾ ਹੈ ਕਿ ਬੰਦਾ ਡਿਸਮਿਸ ਹੋ ਜਾਂਦਾ ਤੇ ਉਹਦੀ ਪ੍ਰਵਾਨਗੀ ਵੀ ਐਗਜ਼ੈਕਟਿਵ ਤੋਂ ਨਹੀਂ ਲਈ ਜਾਂਦੀ, ਪ੍ਰਧਾਨ ਇਹ ਵੀ ਇਖਤਿਆਰ ਵਰਤ ਲੈਂਦਾ ਹੈ। ਸੋ ਅਸੀਂ ਜੇ ਕਹੀਏ ਕਿ ਸਾਰਾ ਜਿਹੜੀ ਜ਼ਿੰਮੇਵਾਰੀ ਹੈ ਉਹ ਮੁੱਖ ਸਕੱਤਰ ਦੀ ਹੈ ਤੇ ਉਹ ਗੱਲ ਸਹੀ ਨਹੀਂ, ਕਿਉਂਕਿ ਮੁੱਖ ਸਕੱਤਰ ਕੋਈ ਡਿਸੀਜਨ ਲੈਣ ਦੀ ਪਾਵਰ ਨਹੀਂ ਹੈ, ਉਹ ਸਿਰਫ ਡਿਸੀਜਨ ਇੰਪਲੀਮੈਂਟ ਕਰਨ ਦੀ ਉਹਦੀ ਜ਼ਿੰਮੇਵਾਰੀ ਹੈ। ਉਹਦੀ ਪਾਵਰ ਜਿਹੜੀ ਫੈਸਲੇ ਕਰਨ ਦੀ ਹੈ ਉਹ ਪ੍ਰਧਾਨ ਦੀ ਔਰ ਉਸਦੀ ਐਗਜ਼ੈਕਟਿਵ ਦੀ ਹੈ। ਜੀ ਭੁਪਿੰਦਰ ਸਿੰਘ ਜੀ ਦੂਸਰਾ ਸਵਾਲ ਤੁਹਾਡਾ ਕੀ? ਭੈਣ ਜੀ ਇਹਦਾ ਮਤਲਬ ਹੈ ਕਿ ਸਿੱਧਾ ਪਬਲਿਕੇਸ਼ਨ ਵਿਭਾਗ ਜਿਹੜਾ ਉਹ ਪ੍ਰਧਾਨ ਦੇ ਅੰਡਰ ਹੈ ਔਰ ਐਗਜ਼ੈਕਟਿਵ ਦੇ ਅੰਡਰ ਆਉਂਦਾ ਹੈ। ਸਾਰੇ ਆਂਦੇ ਜੀ, ਟਰਸਟ ਵੀ ਆਂਦੇ ਨੇ, 85 ਸਭ ਕੁਝ ਪ੍ਰਧਾਨ ਦੇ ਥੱਲੇ ਔਰ ਐਗਜ਼ੈਕਟਿਵ ਦੇ ਥੱਲੇ ਆ। ਨਹੀਂ ਭੈਣ ਜੀ ਮੈਂ ਮੇਨ ਸਿਰਫ ਹੱਲੇ ਦੀ ਗੱਲ ਕਰਦਾ ਕਿ ਪਬਲਿਕੇਸ਼ਨ ਟਰਸਟ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਭਵਨ ਜਿਹੜਾ ਕਹਿੰਦੇ ਜਿੱਥੇ ਮਹਾਰਾਜ ਦੇ ਸਰੂਪ ਛਪਦੇ ਨੇ, ਜਿੱਥੇ ਸਰੂਪ ਪਏ ਨੇ, ਇਹ ਡਾਇਰੈਕਟ ਕੀ ਇਹ ਪ੍ਰਧਾਨ ਔਰ ਇਹਨਾਂ ਦੇ ਐਗਜ਼ੈਕਟਿਵ ਜਿਹੜੇ 11 ਚੁਣੇ ਜਾਂਦੇ ਨੇ, 4 ਔਰ ਤੁਸੀਂ ਆਪ ਜੀ ਨੇ ਦੱਸਿਆ 11 ਬੰਦਿਆਂ ਦੇ, ਇਹਨਾਂ ਦੇ ਡਾਇਰੈਕਟ ਇਹਨਾਂ ਦੇ ਅੰਡਰ ਆਉਂਦਾ ਹੈ ਜਾਂ ਇਸ ਤੋਂ ਇਲਾਵਾ ਸਿਰਫ 4 ਵੇਖਦੇ ਨੇ, ਇਕੱਲਾ ਪ੍ਰਧਾਨ ਵੇਖਦਾ? ਗੁਰੂ ਗ੍ਰੰਥ ਸਾਹਿਬ ਭਵਨ ਹੈ ਜੀ, ਗੁਰੂ ਗ੍ਰੰਥ ਸਾਹਿਬ ਭਵਨ ਹੈ ਜਿਹੜਾ ਪਬਲਿਕੇਸ਼ਨ ਡਿਪਾਰਟਮੈਂਟ ਹੈ, ਉਹਦਾ ਆਪਣਾ ਇੱਕ ਇੰਚਾਰਜ ਹੁੰਦਾ ਹੈ, ਉਹਦਾ ਥੱਲੇ ਸਟਾਫ ਹੁੰਦਾ ਹੈਗਾ, ਉਹ ਟਰਸਟ ਦੇ ਸਕੱਤਰ ਨੂੰ ਜਵਾਬਦੇਹ ਹੁੰਦਾ ਹੈ। ਜੇ ਅੱਗੇ ਪ੍ਰਧਾਨ ਤੇ ਐਗਜ਼ੈਕਟਿਵ ਹੀ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਸਿਸਟਮ ਦੇ ਵਿੱਚ, ਨਿਯਮਾਂ ਦੇ ਵਿੱਚ ਪ੍ਰਧਾਨ ਔਰ ਉਸਦੀ ਜਿਹੜੀ ਹੈਗੀ ਹੈ ਐਗਜ਼ੈਕਟਿਵ ਕਮੇਟੀ, ਉਹ ਸਾਰੇ ਕੰਮਾਂ ਲਈ ਜ਼ਿੰਮੇਵਾਰ ਹੁੰਦੀ ਹੈ। ਭੈਣ ਜੀ ਕਈ ਜਗ੍ਹਾ ਤੇ ਆਪਾਂ ਦੇਖਿਆ, ਦਿੱਲੀ ਕਮੇਟੀ ਹੋਵੇ, ਹਜੂਰ ਸਾਹਿਬ ਹੋਵੇ, ਪਟਨਾ ਸਾਹਿਬ ਹੋਵੇ, ਅਸੀਂ ਨਾ ਮੈਂਬਰਾਂ ਦੇ ਵਿੱਚੋਂ ਦੇ ਨਾ ਇੱਕ ਮੈਂਬਰ ਨੂੰ ਦੇ ਦਿੱਤੀ ਜਾਂਦੀ ਵੀ ਇਹ ਤੁਸੀਂ ਸਟੇਟ ਦੇ ਚੇਅਰਮੈਨ ਹੋ, ਬਿਲਡਿੰਗਾਂ ਦੇ ਚੇਅਰਮੈਨ, ਲੰਗਰ ਦਾ ਚੇਅਰਮੈਨ, ਧਰਮ ਪ੍ਰਚਾਰ ਦਾ ਚੇਅਰਮੈਨ। ਇਹ ਦਿੱਲੀ ਦੇ ਵਿੱਚ ਵੀ ਪਬਲਿਕੇਸ਼ਨ ਹਾਊਸ ਹੈਗਾ, ਉਹਦਾ ਚੇਅਰਮੈਨ ਇੱਕ ਮੈਂਬਰ ਬਣਾਇਆ ਜਾਂਦਾ, ਉਹਦੇ ਨਾਲ ਕਮੇਟੀ ਬਣਾਈ ਜਾਂਦੀ। ਕਿ ਸ਼੍ਰੋਮਣੀ ਕਮੇਟੀ ਦੇ ਇਸ ਪਬਲਿਕੇਸ਼ਨ ਨੂੰ ਜਾਂ ਇਸ ਭਵਨ ਨੂੰ ਜਿੱਥੇ ਮਹਾਰਾਜ ਦੇ ਸਰੂਪ ਛਪਦੇ ਨੇ ਜਾਂ ਇਹਦੇ ਵਿੱਚੋਂ ਸਰੂਪ ਜਿੱਥੇ ਜਾਂਦੇ ਨੇ, ਇਹਦੇ ਵਾਸਤੇ ਕੋਈ ਵੱਖਰੀ ਕਮੇਟੀ ਜਾਂ ਕੋਈ ਚੇਅਰਮੈਨ ਨਿਯੁਕਤ ਨਾਲ ਨਹੀਂ ਕੀਤਾ ਜਾਂਦਾ? ਜੇ ਕਿਸੇ ਨੂੰ ਸਰੂਪ ਦੇਣੇ ਨੇ ਤਾਂ ਉਹ ਕੌਣ ਕਿਹਨੂੰ ਦੇ ਰਿਹਾ, ਪ੍ਰਵਾਨਗੀ ਕਿਹਨੂੰ ਦੇ ਰਿਹਾ ਔਰ ਕਿੱਥੋਂ ਛਪ ਰਹੇ ਨੇ, ਇਹਦੀ ਪ੍ਰਵਾਨਗੀ ਕੌਣ ਅਸਲ ਵਿੱਚ ਦੇ ਰਿਹਾ? ਸ਼੍ਰੋਮਣੀ ਕਮੇਟੀ ਦਾ ਸਿਸਟਮ ਬਾਕੀ ਗੁਰਦੁਆਰਾ ਜਿਹੜੇ ਕਮੇਟੀਆਂ ਉਹਨਾਂ ਤੋਂ ਵੱਖਰਾ ਹੈ। ਇੱਥੇ ਮੈਂਬਰਾਂ ਨੂੰ ਕੋਈ ਇਹੋ ਜਿਹੀ ਪਾਵਰ ਨਹੀਂ ਹੁੰਦੀ ਕਿ ਇੱਕ ਮੈਂਬਰ ਨੂੰ ਸਕੂਲ ਦੇਤਾ ਵੀ ਤੂੰ ਸਕੂਲ ਸੰਭਾਲ, ਇੱਕ ਨੂੰ ਗੁਰਦੁਆਰਾ ਦੇਤਾ ਤੂੰ ਗੁਰਦੁਆਰਾ ਸੰਭਾਲ, ਇਹੋ ਜਿਹਾ ਕੋਈ ਸਿਸਟਮ ਨਹੀਂ ਹੈ।
ਇੱਥੇ ਬਕਾਇਦਾ ਨਿਯਮ ਉਪਨਿਯਮ ਬਣੇ ਹੋਏ ਨੇ। ਇੱਥੇ ਡਿਟੇਲ ਦੇ ਵਿੱਚ ਜੋ ਨਿਯਮ ਬਣੇ ਹੋਏ ਨੇ ਉਹ ਸ਼ਾਇਦ ਦੂਸਰੇ ਕਮੇਟੀਜ਼ ਦੇ ਵਿੱਚ ਨਹੀਂ ਹਨ। ਸੋ ਇਹਦੇ ਵਿੱਚ ਤੁਸੀਂ ਇੱਕ ਪਾਰਟਿਕੂਲਰ ਬੰਦੇ ਨੂੰ ਨਹੀਂ ਟਾਰਗੇਟ ਕਰ ਸਕਦੇ ਵੀ ਇੱਕ ਪਾਰਟਿਕੂਲਰ ਬੰਦੇ ਦੀ ਜ਼ਿੰਮੇਵਾਰੀ ਹੈਗੀ ਸੀ, ਇੱਕ ਸਿਸਟਮ ਹੈਗਾ। ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਕਿਸੇ ਨੇ ਬੀੜ ਨਵੀਂ ਲੈਣੀ ਹੈ ਤੇ ਉਸ ਵਾਸਤੇ ਵੀ ਇੱਕ ਸਿਸਟਮ ਹੈ ਕਿ ਬਕਾਇਦਾ ਉਹ ਅਪਲਾਈ ਕਰਦਾ ਹੈ, ਆਪਣੀ ਇੱਕ ਦਰਖਾਸਤ ਦਿੰਦਾ ਹੈ ਕਿ ਮੇਰੇ ਘਰ ਵਿੱਚ ਜਾਂ ਗੁਰਦੁਆਰੇ ਜਿੱਥੇ ਵੀ ਮੈਨੂੰ ਜ਼ਰੂਰਤ ਹੈ ਉਹ ਲਿਖ ਕੇ ਦਿੰਦਾ ਹੈ ਕਿ ਵੀ ਮੈਨੂੰ ਬੀੜ ਦਿੱਤੀ ਜਾਵੇ। ਫਿਰ ਉਸ ਐਡਰੈਸ ਦੇ ਉੱਪਰ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਜਾ ਕੇ ਪੜਤਾਲ ਕਰਕੇ ਆਉਂਦਾ ਕਿ ਵਾਕਈ ਇਹ ਜੈਨੂਇਨ ਹੈ, ਕਿਉਂਕਿ ਕਈ ਵਾਰ ਹੁੰਦਾ ਕਿ ਲੋਕੀ ਕਹਿੰਦੇ ਕੁਛ ਹਨ ਤੇ ਕਰਦੇ ਕੁਛ ਹਨ। ਸੋ ਗਲਤ ਥਾਵਾਂ ਦੇ ਉੱਪਰ ਕਈ ਵਾਰ ਜਿਹੜਾ ਲੈ ਜਾਂਦੇ ਨੇ। ਸੋ ਪ੍ਰਚਾਰਕ ਵੈਰੀਫਾਈ ਕਰਦਾ ਹੈ, ਉਸ ਤੋਂ ਬਾਅਦ ਹਲਕੇ ਦਾ ਜਿਹੜਾ ਮੈਂਬਰ ਹੈ ਉਹਦੇ ਕੋਲ ਆਉਂਦੇ ਨੇ ਵੈਰੀਫਿਕੇਸ਼ਨ ਵਾਸਤੇ, ਔਰ ਫਿਰ ਦਫ਼ਤਰ ਜਾ ਕੇ ਫਿਰ ਉਸ ਤੋਂ ਬਾਅਦ ਪਰਮਿਸ਼ਨ ਦੁਬਾਰਾ ਸਕੱਤਰ ਦੀ ਲੈ ਕੇ ਔਰ ਫਿਰ ਬੀੜ ਦਿੱਤੀ ਜਾਂਦੀ ਹੈ। ਸੋ ਇੱਕ ਬਕਾਇਦਾ ਸਿਸਟਮ ਹੈ ਜਿਹਦੇ ਵਿੱਚ ਚੈਕਸ ਐਂਡ ਬੈਲੈਂਸਿਸ ਹੈਗੇ ਨੇ, ਔਰ ਇੱਕ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ। ਫਿਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਉੱਪਰ ਨੰਬਰਿੰਗ ਵੀ ਹੁੰਦੀ ਹੈ, ਇਹ ਵੀ ਆਈਡੈਂਟੀਫਾਈ ਹੋ ਜਾਂਦਾ ਹੈ ਕਿ ਕਿਹੜੀ ਨੰਬਰ ਬੀੜ ਕਿੱਥੇ ਗਈ ਹੈ। ਇਹ ਰਿਕਾਰਡ ਇਹਨਾਂ ਕੋਲ ਹੋਣਾ ਚਾਹੀਦਾ ਹੈ। ਜੇ ਇਹਨਾਂ ਨੇ ਇਹ ਰਿਕਾਰਡ ਮੇਨਟੇਨ ਨਹੀਂ ਜੀ। ਕਿਰਨਜੋਤ ਕੌਰ ਜੀ, ਜਦੋਂ ਅਸੀਂ ਤੁਸੀਂ ਸਰਬਜੀਤ ਸਿੰਘ ਵੇਰਕਾ ਨੂੰ ਵੀ ਸੁਣਿਆ, ਭੁਪਿੰਦਰ ਸਿੰਘ ਨੂੰ ਵੀ ਸੁਣਿਆ, ਜੇ ਪਾਵਰ ਜਿਹੜੀ ਆ ਉਹ ਤੁਸੀਂ ਤੁਹਾਡੀਆਂ ਗੱਲਾਂ ਚੋਂ ਮੈਨੂੰ ਇਹ ਸਮਝ ਲੱਗੀ ਆ ਵੀ ਉਹ ਜ਼ਿਆਦਾ ਪ੍ਰਧਾਨ ਦੇ ਕੋਲ ਹੁੰਦੀ ਹੈ। ਜੇ ਪ੍ਰਧਾਨ ਦੇ ਕੋਲ ਪਾਵਰ ਹੁੰਦੀ ਆ ਤੇ ਜਿਹੜੇ ਸਰੂਪ ਲਾਪਤਾ ਹੁੰਦੇ ਨੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ, ਤੇ ਤੁਸੀਂ ਸਿਸਟਮ ਦੇ ਵਿੱਚੋਂ ਤੁਸੀਂ ਦੋਸ਼ੀ ਕਿਹਨੂੰ ਮੰਨ ਰਹੇ ਹੋ? ਜੇ ਤੁਸੀਂ ਕਿਹਦੀ ਰਿਸਪੌਂਸਿਬਿਲਿਟੀ ਫਿਰ ਬਣਦੀ ਆ ਕਿ ਇਸ ਸਰੂਪਾਂ ਦੇ ਜਿਹੜੇ ਲਾਪਤਾ ਹੋਣ ਦਾ ਕਾਰਨ ਕੀ ਆ, ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਤੁਸੀਂ? ਦੇਖੋ, ਸਭ ਤੋਂ ਵੱਡਾ ਜ਼ਿੰਮੇਵਾਰ ਮੈਂ ਇਹਦਾ ਉਸ ਇੰਟਰਨਲ ਆਡੀਟਰ ਤੇ ਪ੍ਰੀ ਆਡੀਟਰ ਨੂੰ ਮੰਨਦੀ ਆ, SS ਕੋਹਲੀ, ਜਿਹਨੂੰ ਕਿ ਸਾਰੇ ਨਿਯਮਾਂ ਨੂੰ ਛੀਕੇ ਟੰਗ ਕੇ ਔਰ ਉਹਨੂੰ ਸ਼੍ਰੋਮਣੀ ਕਮੇਟੀ ਦੀ ਆਡਿਟ ਵਾਸਤੇ ਜ਼ਿੰਮੇਵਾਰੀ ਦਿੱਤੀ ਗਈ ਸੀ। ਕਿਉਂਕਿ ਜਦੋਂ ਕਾਗਜ਼ ਦੀ ਖਰੀਦ ਹੁੰਦੀ ਹੈ ਉਹਦੇ ਬਿੱਲ ਹੁੰਦੇ ਨੇ, ਜਦੋਂ ਕਾਗਜ਼ ਖਰਚ ਪੈਂਦਾ ਉਹਦੇ ਬਿੱਲ ਹੁੰਦੇ ਨੇ, ਜਦੋਂ ਛਪਾਈ ਹੁੰਦੀ ਹੈ ਗ੍ਰੰਥ ਸਾਹਿਬ ਦੀ ਤੇ ਪੰਨਿਆਂ ਦੀ ਜਦੋਂ ਛਪਾਈ ਹੁੰਦੀ ਹੈ ਔਰ ਉਸ ਤੋਂ ਬਾਅਦ ਬਾਈਂਡਿੰਗ ਲਈ ਜਾਂਦਾ ਹੈ, ਪੰਨੇ ਜਾਂਦੇ ਹਨ, ਜਦੋਂ ਬੀੜ ਤਿਆਰ ਹੁੰਦੀ ਹੈ, ਹਰ ਲੈਵਲ ਦੇ ਉੱਪਰ ਅਕਾਊਂਟੇਬਿਲਿਟੀ ਹੈ। ਔਰ ਜੇ ਆਡਿਟ ਹੁੰਦਾ ਰਵੇ ਤੇ ਇਹ ਗੱਲਾਂ ਸਾਹਮਣੇ ਬੜੀ ਪਹਿਲੇ ਆ ਜਾਣੀਆਂ ਸੀ। ਜੇ 2015-16 ਤੋਂ ਬਾਅਦ ਆਡਿਟ ਹੀ ਨਹੀਂ ਹੋਇਆ, ਜਦੋਂ ਸਿਰ ਤੇ ਕੋਈ ਕੁੰਡਾ ਹੀ ਨਹੀਂ, ਤੇ ਫਿਰ ਤਾਂ ਜੇ ਕਿਸੇ ਦੇ ਮਨ 'ਚ ਬੇਈਮਾਨੀ ਆ ਗਈ ਹੈ ਤੇ ਉਹ ਥੱਲੋਂ ਰਲ ਕੇ ਉਹਨੇ ਜੇ ਕਲਰਕ ਹੈ ਤੇ ਕਲਰਕ ਦੇ ਨਾਲ ਕੋਈ ਸਹਾਇਕ ਉਹਦੇ ਕੋਈ ਨਾ ਕੋਈ ਤਾਂ ਉਹਦੇ ਹੋਣਗੇ ਹੀ, ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂ। ਔਰ ਕਿਉਂਕਿ ਇਹ ਚੈਕਸ ਐਂਡ ਬੈਲੈਂਸਿਸ ਨਹੀਂ ਕੀਤੇ ਗਏ, ਅਕਾ ਮਿਲ ਗਿਆ ਔਰ ਇਹ ਸਾਰਾ ਕੁਝ ਹੋਇਆ ਜਿਹਦੇ ਨਾਲ ਸਿਰ ਨੀਵਾ ਹੁੰਦਾ ਹੈ। ਸੋ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਮੈਂ ਉਸ ਆਡੀਟਰ ਦੀ ਸਮਝਦੀ ਹਾਂ ਜਿਹਨੇ ਵੇਲੇ ਸਿਰ ਇਹ ਜਿਹੜਾ ਮਿਸਮੈਨੇਜਮੈਂਟ ਹੋ ਰਹੀ ਸੀ ਉਹਨੂੰ ਫੜਿਆ ਨਹੀਂ ਜੀ। ਜਿਹੜੀ ਆਡਿਟ ਦੀ ਰਿਪੋਰਟ ਹੈ ਉਹ ਪ੍ਰਧਾਨ ਕੋਲ ਜਾਂਦੀ ਹੈ ਕਿਰਨਜੋਤ ਕੌਰ ਜੀ? ਹਾਂਜੀ, ਪ੍ਰਧਾਨ ਕੋਲ ਜਾਂਦੀ ਹੈ ਆਡਿਟ ਦੀ ਜੀ। ਤੇ ਜੇ ਪ੍ਰਧਾਨ ਕੋਲ ਉਹ ਰਿਪੋਰਟ ਜਾਂਦੀ ਆ ਤਾਂ ਉਹਨੂੰ 4 ਸਾਲ ਪਤਾ ਨਹੀਂ ਲੱਗਾ ਕਿ 5 ਸਾਲ ਜਿਹੜੀ ਆਡਿਟ ਹੈ ਉਹ ਐਵਰੀ ਈਅਰ ਹੁੰਦੀ ਆ ਤੇ ਉਹਦੇ ਕੋਲ ਰਿਪੋਰਟ ਨਹੀਂ ਗਈ। ਤੇ ਜੇ ਹੁਣ ਇਹ ਹੋਇਆ ਇੱਕ ਬੰਦਾ ਜ਼ਿੰਮੇਵਾਰ ਆ, ਜਿੱਦਾਂ ਤੁਸੀਂ ਕਹਿ ਰਹੇ ਹੋ, ਦੋ ਬੰਦੇ ਕਹਿ ਰਹੇ ਜਿਹੜੇ ਉਸ ਡਿਊਟੀ ਤੇ ਸੀ, ਪਰ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਾ ਇਸ ਗੱਲ ਦਾ ਕਿ ਆਡਿਟ ਦੀ ਰਿਪੋਰਟ ਮੇਰੇ ਕੋਲ ਪਹੁੰਚੀ ਨਹੀਂ ਹੈ? ਇਹਦਾ ਮਤਲਬ ਲਾਪਰਵਾਹੀ ਵੀ ਹੋਈ ਹੈ ਕਿਤੇ ਨਾ ਕਿਤੇ। ਦੇਖੋ, ਜਿਹੜਾ ਇਹ ਆਡੀਟਰ ਲਾਇਆ ਹੋਇਆ ਸੀ, ਇਸ ਇੱਕ ਬੰਦੇ ਨੇ ਸ਼੍ਰੋਮਣੀ ਕਮੇਟੀ ਦੇ ਨਿਜ਼ਾਮ ਨੂੰ ਬੜਾ ਤਹਿਸ ਨਹਿਸ ਕੀਤਾ। ਇਹ ਆਪਣੇ ਆਪ ਨੂੰ ਪ੍ਰਧਾਨ ਤੋਂ ਉੱਪਰ ਸਮਝਦਾ ਸੀ, ਕਿਉਂਕਿ ਇਹਦੀ ਛਤਰ ਛਾਇਆ ਹੀ ਜਿਹੜੀ ਹੈ ਉਹ ਪ੍ਰਧਾਨ ਤੋਂ ਉੱਤੋਂ ਹੈਗੀ ਸੀ। ਔਰ ਨਾ ਇਹ ਕੰਮ ਕਰਦਾ ਸੀ, ਨਾ ਇਹਨੂੰ ਬਲ ਸੀ ਕੰਮ ਦਾ, ਨਾ ਇਹਨੂੰ ਢੰਗ ਸੀ, ਪਰ ਇਹ ਟਿਕਿਆ ਹੋਇਆ ਸੀ। ਔਰ ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਜਥੇਦਾਰ ਅਵਤਾਰ ਸਿੰਘ ਮੱਕੜ ਜਦੋਂ ਪ੍ਰਧਾਨ ਸੀ ਉਦੋਂ ਇਹਨਾਂ ਨੇ ਤੰਗ ਆ ਕੇ ਇਹਦੀ ਇਨਐਫੀਸ਼ੀਐਂਸੀ ਤੋਂ ਔਰ ਇਹਦੇ ਹਰ ਕੰਮ ਦੇ ਵਿੱਚ ਦਖਲ ਅੰਦਾਜ਼ੀ ਤੋਂ ਐਗਜ਼ੈਕਟਿਵ ਕਮੇਟੀ ਦੇ ਵਿੱਚ ਇਹਨੂੰ ਵਿਲਿਆ ਕਰਨ ਦੀ ਇੱਕ ਮਤਾ ਕੀਤਾ ਸੀ। ਪਰ 24 ਘੰਟੇ ਨਹੀਂ ਬੀਤੇ, ਉਸ ਐਗਜ਼ੈਕਟਿਵ ਨੇ ਦੁਬਾਰਾ ਕੈਂਸਲ ਕਰਕੇ ਇਹਨੂੰ ਫਿਰ ਉਸੇ ਅਹੁਦੇ ਦੇ ਉੱਪਰ ਨਿਯੁਕਤ ਕੀਤਾ। ਜਦੋਂ ਪ੍ਰਧਾਨ ਤੇ ਐਗਜ਼ੈਕਟਿਵ ਨੇ ਇਸ ਬੰਦੇ ਨੂੰ ਕੱਢ ਸਕੀ ਤੇ ਫਿਰ ਤੁਸੀਂ ਦੇਖੋ ਇਹਨੇ ਦੂਸਰੇ ਮੁਲਾਜ਼ਮਾਂ ਨੂੰ ਸਮਝਣਾ ਕੀ ਸੀ।
ਔਰ ਇਹਦੇ ਜੀ ਨਾਲ ਦੇ ਜਿਹੜੇ ਜੀ ਮੁਲਾਜ਼ਮ ਹਨ ਉਹ ਤਾਂ ਆਪਣੀ ਕੋਈ ਸਮਝਦੇ ਨਹੀਂ ਸੀ ਕਿ ਜਵਾਬਦੇਹੀ ਸਾਡੀ ਕੋਈ ਨਹੀਂ ਹੈ। ਮਤਲਬ ਤੁਸੀਂ ਇਨਕੁਆਇਰੀ ਰਿਪੋਰਟ ਦੇ ਵਿੱਚ ਅਗਰ ਦੇਖੋ ਕਿ ਕਿਸ ਕਿਸਮ ਦੀ ਜੋ ਕੁਝ ਉੱਥੇ ਹੁੰਦਾ ਪਿਆ ਸੀ, ਤੇ ਮੈਂ ਸਮਝਦੀ ਹਾਂ ਕਿ ਜੇ ਉਸ ਵੇਲੇ ਸਖਤ ਸਟੈਂਡ ਲਏ ਹੁੰਦੇ ਤੇ ਇਹ ਸਾਰੀ ਇਹੋ ਜਿਹੀ ਨਮੋਸ਼ੀ ਨਾ ਹੁੰਦੀ। ਜੀ ਸਰਬਜੀਤ ਸਿੰਘ ਜੀ, ਤੁਸੀਂ ਗੱਲ ਜਿਹੜੀ ਜਿਹੜੇ ਅਫੀਸ਼ੀਅਲ ਜਿਹੜੇ ਲੀਗਲ ਪ੍ਰੋਸੈਸ ਹੈ ਉਹਦੇ ਬਾਰੇ ਦੱਸ ਰਹੇ ਸੀਗੇ। ਹੁਣ ਤੁਸੀਂ ਜਿਹੜੀ ਜੋ ਕੁਝ ਹੋ ਰਿਹਾ ਹੈ ਤੁਸੀਂ ਦੇਖ ਹੀ ਰਹੇ ਹੋ। ਮੈਂ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ FIR ਹੈ, ਕੀ ਇਸ ਵੇਲੇ FIR ਦੇ ਵੱਲ ਕੋਈ ਵੱਧ ਰਿਹਾ ਹੈ ਕਿ ਇਹਨਾਂ ਦੇ FIR ਹੋਣੀ ਚਾਹੀਦੀ ਹੈ ਜਿਹੜੇ ਰਿਸਪੌਂਸੀਬਲ ਬੰਦੇ ਨੇ, ਤੇ ਜਾਂ ਜਿਹੜੀ ਦੇਖੋ ਦੋ ਇਸ਼ੂ ਆ, ਇਹਨਾਂ ਨੇ? ਹਾਂਜੀ, ਦੋ ਇਸ਼ੂ ਜੀ ਆ। ਜੀ ਇਹ ਪਹਿਲਾ ਇਸ਼ੂ ਹੈਗਾ ਵਾ ਜਿਹੜਾ ਮਈ 2016 ਵਾਲਾ, ਜਿਹੜੇ ਮਹਾਰਾਜ ਦੇ ਸਰੂਪ ਜੀ ਅਗਨ ਭੇਟ ਹੋਏ ਆ, ਉਹ ਮੈਂ ਭਾਈ ਜੀ ਸਾਹਿਬ ਨੂੰ ਵੀ ਇਹ ਤਦ ਕਲੀਅਰ ਕਰਨਾ ਚਾਹੁੰਦਾ ਵੀ ਉਹਦੇ ਵਿੱਚ ਆਪਾਂ ਅਖੰਡ ਪਾਠ ਸਾਹਿਬ ਜੋ ਆਪਣਾ ਜਿਵੇਂ ਕੋਈ ਲਿਵਿੰਗ ਪਰਸਨ ਆ, ਜਦੋਂ ਕਿਸੇ ਦੀ ਡੈਥ ਹੁੰਦੀ ਆ ਜਾਂ ਆਪਾਂ ਜੋ ਮਹਾਰਾਜ ਦੇ ਸਰੂਪਾਂ ਦਾ ਆਪਾਂ ਅਖੰਡ ਪਾਠ ਸਾਹਿਬ ਰਖਾ ਕੇ ਭੋਗ ਪਾ ਕੇ ਫਿਰ ਆਪਾਂ ਉਹ ਅਰਦਾਸ ਬੇਨਤੀਆਂ ਕਰਦੇ ਆ। ਮੈਂ ਜਿਹੜਾ ਇੱਕ ਦੂਸਰਾ ਇਹਦੇ ਕੇਸ ਵਿੱਚ ਹੈਗਾ ਵਾ ਮੈਨੂੰ ਉਹ ਮਾਫ ਕਰਨਾ 328। ਹਾਂਜੀ ਵੇਰਕਾ ਜੀ, ਮਾਫ ਕਰਨਾ ਜਰਾ। ਹਾਂਜੀ ਇਹ ਜੀ ਜ਼ਰੂਰੀ ਪੁਆਇੰਟ ਹੈ, ਜ਼ਰੂਰੀ ਪੁਆਇੰਟ ਹੈ, ਤੇ ਮੈਂ ਇਸ ਲਈ ਤੁਹਾਨੂੰ ਟੋਕ ਰਹੀ ਹਾਂ। ਹਾਂਜੀ ਦੇਖੋ ਨਹੀਂ, ਸਾਡੇ no problem, ਵਾਸਤੇ ਕੋਈ ਗੱਲ ਨਹੀਂ। ਸ਼ਬਦ ਗੁਰੂ ਹੈ। ਨਹੀਂ, ਦੇਖੋ ਇਹ ਗੱਲ ਕਲੀਅਰ ਕਰਨੀ ਬਹੁਤ ਜ਼ਰੂਰੀ ਹੈ। ਸਾਡੇ ਵਾਸਤੇ ਜੀ ਸ਼ਬਦ ਗੁਰੂ ਹੈ। ਸ਼ਬਦ ਗੁਰੂ ਨੂੰ ਤੁਸੀਂ ਉਹ ਬੀੜ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹੈ ਉਹਨੂੰ ਇੱਕ ਇਨਸਾਨੀ ਇੱਕ ਆਕਾਰ ਨਾ ਦਿਓ। ਗੁਰੂ ਨੂੰ ਆਪਣੇ ਨਾਲ ਨਾ ਜੋੜੋ। ਅਸੀਂ ਫਿਰ ਉਹ ਮੂਰਤੀ ਵਾਲੀ ਗੱਲਾਂ ਦੇ ਉੱਪਰ ਆ ਗਿਆ ਜੀ, ਇਨਸਾਨ ਮਰ ਗਿਆ ਜੀ, ਇਨਸਾਨ ਦਾ ਭੋਗ ਹੁੰਦਾ ਹੈ। ਉਹ ਸ਼ਬਦ ਗੁਰੂ ਤਾਂ ਅਟਲ ਹੈ। ਜੋ ਉਹ ਸ਼ਬਦ ਗੁਰੂ ਦਾ ਤੁਸੀਂ ਕਿਹੜਾ ਭੋਗ ਪਾਣਾ? ਇਹ ਸਾਡੀ ਸ਼ਬਦਾਵਲੀ ਗਲਤ ਹੋ ਗਈ ਹੈ, ਸਾਡੇ ਸਮਝ ਵਿੱਚ ਗਲਤ ਹੋ ਗਿਆ। ਨਹੀਂ, ਇਹ ਸ਼ਬਦਾਵਲੀ ਗਲਤ ਹੈ ਔਰ ਇਹ ਸਿੱਖੀ ਸੋਚ ਦੇ ਅਨੁਕੂਲ ਨਹੀਂ ਹੈ। ਨਹੀਂ, ਇਹ ਮੈਂ ਉਹ ਸੌਰੀ ਮੈਂ ਇਹ ਗੱਲ ਦਾ ਹਾਂਜੀ ਸਾਨੂੰ ਜੋ ਗੁਰਬਾਣੀ ਦੱਸ ਰਹੀ ਹੈ ਆਪਾਂ ਉਹ ਐਗਜ਼ਾਮਪਲ ਨਾ ਦਈਏ। ਦੇਖੋ ਜੇ ਸੁਪਰੀਮ ਕੋਰਟ ਨੇ ਗੁਰੂ ਸਾਹਿਬ ਨੂੰ ਸ਼ਬਦ ਗੁਰੂ ਨੂੰ ਅਗਰ ਜੁਰਿਸਟਿਕ ਪਰਸਨ ਕਿਹਾ ਹੈ, ਉਹਦਾ ਇੱਕ ਰੀਜ਼ਨ ਹੈ ਔਰ ਉਹ ਰੀਜ਼ਨ ਹੈਗਾ ਕਿ ਸ਼ਬਦ ਗੁਰੂ ਦੇ ਨਾਲ ਜਾਇਦਾਦ ਕਿਸ ਤਰ੍ਹਾਂ ਲੱਗੇਗੀ, ਕਿਉਂਕਿ ਬਾਕੀ ਮੰਦਰਾਂ ਵਿੱਚ ਤੁਸੀਂ ਦੇਖੋ ਪਰਸਨਲ ਪ੍ਰਾਪਰਟੀਆਂ ਹੁੰਦੀਆਂ। ਇਹ ਜਿਹੜੀ ਪੰਥਕ ਜਿਹੜੀ ਗੁਰਦੁਆਰਿਆਂ ਦੇ ਸਥਾਨ ਹਨ ਜਾਂ ਪੰਥਕ ਜਿਹੜੀ ਇਹ ਜਾਇਦਾਦ ਹੈ, ਇਹ ਸ਼ਬਦ ਗੁਰੂ ਦੇ ਨਾਂ ਤਾਂ ਹੀ ਲੱਗ ਸਕਦੀ ਹੈ ਜੇ ਜੁਰਿਸਟਿਕ ਪਰਸਨ ਮੰਨਿਆ ਗਿਆ। ਇਹ ਨਹੀਂ ਮੰਨਿਆ ਗਿਆ ਕਿ ਵੀ ਇਹ ਸਾਡੇ ਵਰਗਾ ਇੱਕ ਜਿਉਂਦਾ ਜਾਗਦਾ ਪਰਸਨ ਹੈ। ਸੋ ਸ਼ਬਦ ਗੁਰੂ ਨੂੰ ਇੱਕ ਮੂਰਤੀ ਰੂਪ ਨਾ ਦਿਓ ਪਲੀਜ਼। ਨਹੀਂ, ਬਿਲਕੁਲ ਠੀਕ ਹੈ ਗੱਲ ਤੁਹਾਡੀ। ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਹੈ ਸੁਪਰੀਮ ਕੋਰਟ ਦੀ, ਉਹ ਇਸੇ ਕੰਟੈਸਟ 'ਚ ਹੀ ਆ ਵੀ ਤੁਸੀਂ ਪ੍ਰਾਪਰਟੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਪ੍ਰਾਪਰਟੀ ਜਾਂ ਉਸ ਹਿਸਾਬ ਨਾਲ ਉਹਨਾਂ ਨੇ ਜੁਰਿਸਟਿਕ ਪਰਸਨ ਜਿਹੜੀ ਆ ਉਹ ਇਸ ਹਿਸਾਬ ਨਾਲ ਹੀ ਕੀਤਾ ਸੀ। ਜਿਹੜੀ ਆਪਾਂ ਕੋਈ ਬੇਅਦਬੀ ਹੁੰਦੀ ਹੈ, ਜਿਵੇਂ ਆਪਾਂ ਵੇਖਿਆ ਬਰਗਾੜੀ ਜਾਂ ਹੋਰ ਵੀ ਇਸ ਤੋਂ ਪਹਿਲਾਂ ਜਿਹੜੀਆਂ ਹੁੰਦੀਆਂ ਰਹੀਆਂ ਵਾ, ਉਹ ਇੱਕ ਜਿਹੜੀ ਨਿਯਮ ਹੈ ਜੋ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਵਾ, ਕਿਤੇ ਵੀ ਇਹੋ ਜਿਹਾ ਕੋਈ ਨਿਯਮ ਨਹੀਂ ਹੈ ਜੀ, ਕੋਈ ਨਿਯਮ ਨਹੀਂ ਹੈ ਇਹੋ ਜਿਹਾ। ਇਹ ਤਾਂ ਆਪਣੇ ਮਨ ਦੀ ਸ਼ਰਧਾ ਮਨ ਦੀ ਸ਼ਰਧਾ ਹੀ ਲਾ ਇਹ ਗੱਲ ਮੁਕਾਉਣ ਲਈ ਸਿਰਫ ਪਛਤਾਤਾਪ ਵਾਲੀ ਗੱਲ ਕਰ ਦੇਈਦੀ ਹੁੰਦੀ ਹੈ ਵੀ ਜੀ ਹੁਣ ਮਹਾਰਾਜ ਦਾ ਅਖੰਡ ਪਾਠ ਆਇਆ ਤੇ ਬਸ ਇਹ ਮੁੱਕ ਗਈ ਗੱਲ। ਇਹ ਗੱਲ ਪਛਤਾਤਾਪ ਵਾਲੇ ਪਾਸੇ ਨਹੀਂ ਜਾਣੀ ਚਾਹੀਦੀ ਹੈਗੀ। ਇਹ ਗੱਲ ਬੀਬੀ ਜੀ ਨੇ ਬਿਲਕੁਲ ਦੁਰਸਤ ਬੜੇ ਸੋਹਣੇ ਲਫ਼ਜ਼ਾਂ 'ਚ ਦੱਸ ਦਿੱਤੀ ਔਰ ਇਹ ਸੱਚਾਈ ਹੈ। ਇਹੋ ਹੀ ਹੈ। ਅਸੀਂ ਲਿਵਿੰਗ ਗੁਰੂ ਸਿਰਫ ਜਾਇਦਾਦਾਂ ਨੂੰ ਜੋੜਨ ਵਾਸਤੇ ਵੀ ਕੋਈ ਆਮ ਜਿਹੜੀ ਕਮੇਟੀਆਂ ਉਹਨਾਂ ਨੂੰ ਖੁਰਦ ਨਾ ਕਰੇ ਵੀ ਇਹ ਸਾਰੀ ਦੀ ਸਾਰੀ ਚੀਜ਼ ਉਸ ਪਿਤਾ ਦੀ ਹੈਗੀ ਹੈ ਤੇ ਇਹਨੂੰ ਅਸੀਂ ਸਿਰਫ ਕਸਟੋਡੀਅਨ ਦੇ ਰੂਪ ਦੇ ਉੱਤੇ ਜਾਂ ਅਸੀਂ ਸੇਵਾਦਾਰ ਦੇ ਰੂਪ ਦੇ ਉੱਤੇ ਸਿਰਫ ਇਹਦੀ ਕੰਟਰੋਲ ਕਰਕੇ ਤੇ ਸੇਵਾ ਸੰਭਾਲ ਕਰਨੀ ਹੈ। ਲੇਕਿਨ ਅਸੀਂ ਉਸ ਲਾਈਨ ਤੋਂ ਵੀ ਹਟ ਚੁੱਕੇ ਹਾਂ, ਸਾਰੇ ਹਟ ਚੁੱਕੇ ਹਾਂ। ਬਿਲਕੁਲ। ਬਾਕੀ ਦੂਸਰਾ ਪੁਆਇੰਟ 328 ਜਿਹੜੇ ਮਹਾਰਾਜ ਦੇ ਸਰੂਪ ਜਿਹੜੇ ਆ, ਜਿਹੜੇ ਇਨਕੁਆਇਰੀ ਅਸੀਂ ਕਹਿੰਦੇ ਵੀ ਘੱਟ ਆ, ਰਿਕਾਰਡ ਦੇ ਮੁਤਾਬਕ ਪਤਾ ਨਹੀਂ ਕਿੱਥੇ ਗਏ ਆ। ਜਿਹੜੀ ਇਨਕੁਆਇਰੀ ਕਮੇਟੀ 'ਚ ਵੀ ਆ ਗਿਆ ਕਿ ਉਹ ਮਹਾਰਾਜ ਦੇ ਸਰੂਪ ਜਿਹੜੇ ਉਹ ਪਤਾ ਹੀ ਨਹੀਂ ਗਏ ਕਿੱਥੇ ਆ, ਰਿਕਾਰਡ 'ਚ ਕਿਤੇ ਉਹਨਾਂ ਦਾ ਦਰਜ ਨਹੀਂ ਹੈਗਾ। ਸ਼੍ਰੋਮਣੀ ਕਮੇਟੀ ਦੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ। ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਹ ਸਟੈਂਡ ਲਿਆ ਗਿਆ। ਅਸੀਂ ਦੂਸਰਾ ਪੁਆਇੰਟ ਸਾਡਾ ਇਹ ਹੈਗਾ ਵੀ ਜਦੋਂ ਸ਼੍ਰੋਮਣੀ ਕਮੇਟੀ 'ਚ ਇੱਕ ਨਿਯਮ ਬਣੇ ਆ ਵੀ ਤੁਸੀਂ ਐਪਲੀਕੇਸ਼ਨ ਦੇਣੀ ਆ, ਉੱਥੋਂ ਇਨਕੁਆਇਰੀ ਹੋਣੀ ਆ, ਫਿਰ ਉਹ ਰਿਕਮੈਂਡ ਕਰਦੇ ਆ, ਫਿਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਉਹ ਸਿਫਾਰਿਸ਼ ਕਰਦੇ ਆ, ਫਿਰ ਮਹਾਰਾਜ ਦਾ ਪਾਵਨ ਸਰੂਪ ਜਿਹੜਾ ਉਹ ਦਿੱਤਾ ਜਾਂਦਾ ਵਾ। ਤੇ ਉਹਦੇ ਬਾਵਜੂਦ 328 ਸਰੂਪ ਜਿਹੜੇ ਆ ਉਹ ਬਗੈਰ ਰਿਕਾਰਡ ਤੋਂ ਚਲੇ ਜਾਣੇ। ਇਹ ਜਿਹੜੀ ਆ ਦੂਸਰੀ ਗੱਲ ਹੈ ਜਿਹੜੀ ਕਿ ਸਾਨੂੰ ਲੱਗਦਾ ਵੀ ਇਨਕੁਆਇਰੀ ਹੋਣੀ ਚਾਹੀਦੀ, ਕਿੱਥੇ ਕਿੱਥੇ ਪਾਵਨ ਸਰੂਪ ਗਏ, ਪੂਰਾ ਰਿਕਾਰਡ ਜਿਹੜਾ ਵਾ ਇਹਦਾ, ਜਿਹੜੇ ਜਿੱਥੇ ਵੀ ਇਹਨਾਂ ਮਿਸ ਕੀਤਾ ਵਾ। ਕਿਉਂਕਿ ਸਾਨੂੰ ਲੱਗਦਾ ਵੀ ਜਿਹੜੀ 45 ਰਿਪੋਰਟ ਜਿਹੜੀ ਬਣੀ ਹੈ, ਜਿਹਦਾ ਉਹਦੇ 'ਚ ਐਵੀਡੈਂਸ ਆਇਆ ਵਾ,
ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਦੇ ਕਹਿਣ ਤੇ ਉਹ ਰਿਕਾਰਡ ਸਬਮਿਟ ਨਹੀਂ ਕੀਤਾ ਗਿਆ। ਜਿਹੜੇ 48 ਕਮੇਟੀ ਜਿਹੜੀ ਬਣਾਈ ਸੀ ਇਹਨਾਂ ਨੇ ਇਨਕੁਆਇਰੀ ਕਰਨ ਲਈ, ਤੇ ਇਸ ਕਰਕੇ ਸਾਨੂੰ ਲੱਗਦਾ ਵੀ ਇਹ ਜਿਹੜੇ ਦੂਸਰਾ 328 ਸਰੂਪ ਮਹਾਰਾਜ ਦੇ ਤੇ ਜਿਹੜੇ 61 ਸਰੂਪ ਇੱਕ ਕਹਿੰਦੇ ਵੀ ਉਹ ਇਨਕੁਆਇਰੀ ਚ ਆਇਆ ਵਾ ਵੀ ਉਹ ਪ੍ਰਿੰਟ ਬਗੈਰ ਆਗਿਆ ਤੋਂ ਪ੍ਰਿੰਟ ਹੋ ਕੇ ਉਹਨਾਂ ਨੂੰ ਬਾਈਂਡ ਕਰਕੇ ਤਿਆਰ ਕਰਕੇ ਤੇ ਬਗੈਰ ਰਿਕਾਰਡ ਤੇ ਲਿਆਂਦੇ ਆ ਜਿਹੜਾ ਉਹ ਸੰਗਤ ਨੂੰ ਦੇ ਦਿੱਤੇ ਗਏ। ਔਰ ਤੀਸਰਾ ਪੁਆਇੰਟ ਆ ਗਿਆ 125 ਸਰੂਪ ਜਿਹੜੇ ਆ ਇਹਨਾਂ ਨੇ ਜਦੋਂ ਗਿਣਤੀ ਚ ਮਹਾਰਾਜ ਦੇ ਸਰੂਪ ਜਦੋਂ ਘੱਟ ਆਏ ਆ ਰਿਕਾਰਡ ਦੇ ਮੁਤਾਬਕ, ਇਹਨਾਂ 125 ਸਰੂਪ ਜਿਹੜੇ ਆ ਉਹ ਪ੍ਰਿੰਟ ਕਰ ਲਏ। ਈਵਨ ਕਿ ਉਹਦੀਆਂ ਰਿਕਾਰਡਿੰਗ ਜਿਹੜੀਆਂ ਵਾ ਜਿਹੜੇ ਮੀਤ ਸਕੱਤਰ ਜਿਹੜੇ ਇੰਚਾਰਜ ਪਬਲੀਕੇਸ਼ਨ ਵਿਭਾਗ ਦੇ, ਉਹਨਾਂ ਦੀਆਂ ਫੋਨ ਦੀਆਂ ਰਿਕਾਰਡਿੰਗ ਜਿਹੜੀਆਂ ਉਹ ਵੀ ਇਨਕੁਆਇਰੀ ਕਮੇਟੀ ਦੇ ਕੋਲ ਜਿਹੜੀਆਂ ਉਹ ਆਈਆਂ ਵਾ। ਉਹਦੇ ਵਿੱਚ ਇਹ ਹੋ ਗਿਆ ਵੀ 125 ਸਰੂਪ ਇਹਨਾਂ ਛਾਪ ਕੇ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਭਵਨ 'ਚ ਰੱਖ ਦਈਏ ਤੇ ਜਿਹੜੀ ਗਿਣਤੀ ਘੱਟ ਆਉਂਦੀ ਉਹਨੂੰ ਆਪਾਂ ਠੀਕ ਕਰ ਲਈਏ, ਜਿਹਦੇ ਨਾਲ ਇਹ ਗੱਲ ਬਾਹਰ ਹੀ ਨਾ ਨਿਕਲੇ ਵੀ ਕੋਈ ਪਾਵਨ ਸਰੂਪ ਕਿਤੇ ਗਏ ਆ। ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਸ਼੍ਰੋਮਣੀ ਕਮੇਟੀ ਦੇ ਪਿਛਲੇ 15-20 ਦਿਨਾਂ ਦੇ ਵਿੱਚ ਇਹਨਾਂ ਦੇ 4 ਬਿਆਨ ਜਿਹੜੇ ਵੱਖ-ਵੱਖ ਜਿਹੜੇ ਆ ਚੁੱਕੇ ਆ। ਕਦੀ ਇਹ ਕਹਿੰਦੇ ਵੀ ਮਹਾਰਾਜ ਦੇ ਸਰੂਪ ਘੱਟ ਆ, ਕਦੀ ਕਹਿੰਦੇ ਨਹੀਂ ਘੱਟ, ਕਦੀ ਕਹਿੰਦੇ ਜੀ ਇਹਦੇ 'ਚ ਕੋਈ ਨਹੀਂ, ਸਿਰਫ ਪੈਸਿਆਂ ਦੀ ਹੇਰਾਫੇਰੀ ਹੋਈ ਆ, ਉਹਨਾਂ ਨੇ ਭੇਟਾਂ ਜਮ੍ਹਾਂ ਨਹੀਂ ਕਰਾਈਆਂ। ਜੇ ਉਹਨਾਂ ਭੇਟਾਂ ਵੀ ਜਮ੍ਹਾਂ ਨਹੀਂ ਕਰਾਈਆਂ ਤਾਂ ਤੁਹਾਡੇ ਰਿਕਾਰਡ 'ਚ ਸਾਰਾ ਕੁਝ ਹੋਣਾ ਚਾਹੀਦਾ। ਤਾਂ ਅਸੀਂ ਤੇ ਦੋਵੇਂ ਚੀਜ਼ਾਂ ਵੱਖ-ਵੱਖ ਲੈਂਦੇ ਹਾਂ ਵੀ ਜੇ 2016 'ਚ 80 ਸਰੂਪ ਜਿਹੜੇ ਆਗਣ ਭੇਟ ਹੋਏ ਜਾਂ ਪਾਣੀ ਦੇ ਨਾਲ ਨਸਾਨੇ ਗਏ ਆ, ਉਹ ਵੀ ਰਿਕਾਰਡ ਤੇ ਆਉਣਾ ਬਹੁਤ ਜ਼ਰੂਰੀ ਆ। ਫਿਰ ਜੋ ਤੁਹਾਡਾ ਉਹਦੇ 'ਚ ਨਿਯਮ ਆ, ਜੋ ਤੁਹਾਡੀ ਮਰਿਆਦਾ ਕਹਿੰਦੀ ਆ, ਉਹਦੇ ਅਨੁਸਾਰ ਕਾਰਵਾਈ ਚਾਹੀਦੀ ਆ। ਔਰ ਦੂਸਰਾ 328 ਸਰੂਪ ਜਿਹੜੇ ਮਹਾਰਾਜ ਦੇ, ਉਹ ਜਿਹੜੇ ਸਰੂਪ ਆ ਤੁਹਾਨੂੰ ਦੱਸਣਾ ਪਊਗਾ ਇਹ ਜਿਹੜਾ ਸਿੱਖ ਸੰਗਤ ਨੂੰ ਵੀ ਉਹ ਸਰੂਪ ਕਿੱਥੇ ਗਏ ਆ, ਭਾਵੇਂ ਉਹ ਕਿਸੇ ਨੇ ਪੈਸੇ ਦੇ ਲਾਲਚ ਨਾਲ ਕੀਤੇ ਜਾਂ ਕਿਸੇ ਲੀਡਰ ਦੇ ਕਹਿਣ ਤੇ ਦਿੱਤੇ ਜਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਜਿਹੜੀ ਆ ਉਹਦੇ 'ਚ ਆਪਣੀਆਂ ਸਿਫਾਰਸ਼ਾਂ ਕਰਕੇ ਜਿਹੜੇ ਕੀਤੇ ਆ। ਹਾਲਾਂਕਿ ਪੂਰੀ ਜਿਹੜੀ ਇਹ ਮੁਕੰਮਲ ਜਿਹੜੀ ਇਨਕੁਆਇਰੀ ਰਿਪੋਰਟ ਆ ਉਹ ਪਬਲਿਕ ਨਹੀਂ ਹੋਈ। ਸ਼੍ਰੋਮਣੀ ਕਮੇਟੀ ਵੱਲੋਂ ਇੱਕ 10 ਪੇਜ ਦੀ ਰਿਪੋਰਟ ਜਿਹੜੀ ਆ ਉਹ ਸਿਰਫ ਆਪਣੀ ਵੈਬਸਾਈਟ ਤੇ ਪਾਈ ਆ। ਜਦੋਂ ਕਿ ਪੂਰੀ ਜਿਹੜੀ ਰਿਪੋਰਟ ਆਊਗੀ ਉਦੋਂ ਤੁਹਾਨੂੰ ਸਾਹਮਣੇ ਇਹ ਸੱਚਾਈ ਸਾਹਮਣੇ ਆ ਜਾਊਗੀ ਕਿ ਉਹਦੇ ਵਿੱਚ ਸਭ ਕੁਝ ਸਾਫ਼ ਲਿਖਿਆ ਵਾ ਕਿਹਦੇ ਕਹਿਣ ਤੇ ਜਿਹੜੇ ਮਹਾਰਾਜ ਦੇ ਸਰੂਪ ਗਏ ਆ। ਇਹ ਕੋਈ ਹੇਰਾਫੇਰੀ ਦੀ ਗੱਲ ਨਹੀਂ ਵੀ ਕਿਸੇ ਨੇ 2100 ਰੁਪਇਆ ਲੈ ਕੇ ਤੇ ਉਸ ਤਰ੍ਹਾਂ ਹੀ ਬਗੈਰ ਰਿਕਾਰਡ ਤੋਂ ਜਿਹੜਾ ਮਹਾਰਾਜ ਦਾ ਸਰੂਪ ਦੇ ਦਿੱਤਾ। ਉਹ ਜਿਹੜੇ ਮੁਲਾਜ਼ਮ ਆ ਉਹਨਾਂ ਨੇ ਇਨਕੁਆਇਰੀ 'ਚ ਸਟੇਟਮੈਂਟ ਦਿੱਤੀਆਂ ਕਿ ਉਹਨਾਂ ਕਿਹੜੇ ਅਫਸਰ ਦੇ, ਕਿਹੜੇ ਲੀਡਰ ਦੇ, ਕਿਹੜੇ ਅਧਿਕਾਰੀ ਦੇ ਕਹਿਣ ਤੇ ਮਹਾਰਾਜ ਦੇ ਸਰੂਪ ਜਿਹੜੇ ਉਹ ਦਿੱਤੇ ਆ। ਤੇ ਕਿਵੇਂ ਬੱਸਾਂ ਦਾ ਰਿਕਾਰਡ ਜਿਹੜਾ ਪਾਵਨ ਸਰੂਪ ਦੀਆਂ ਬੱਸਾਂ ਵਾ ਉਹਨਾਂ ਦਾ ਰਿਕਾਰਡ ਜਿਹੜਾ ਵਾ ਉਹ ਇਹਨਾਂ ਤੋਂ ਲੁਕੋਇਆ ਗਿਆ ਵਾ। ਜਿਹੜੀ ਇਨਕੁਆਇਰੀ ਕਮੇਟੀ ਉਹਨਾਂ ਤੋਂ ਲੁਕੋਇਆ ਗਿਆ, ਜਿਹਦੇ ਵਿੱਚ ਪੂਰਾ ਲਿਖਿਆ ਹੁੰਦਾ ਕਿੰਨੇ ਪਾਵਨ ਸਰੂਪ ਜਿਹੜੇ ਆ ਕਿੱਥੇ ਗਏ ਆ, ਕਿੰਨੇ ਵੱਧ ਭੇਜੇ ਆ। ਉਹ ਵਾਪਸ ਆ ਕੇ ਉਹਨਾਂ ਨੇ ਉਹਦੀਆਂ ਐਂਟਰੀਆਂ ਕਰਨੀਆਂ ਹੁੰਦੀਆਂ ਵਾ, ਉਹ ਕਿੱਥੇ ਦਿੱਤੇ ਆ, ਕਿਹਦੇ ਕਹਿਣ ਤੇ ਦਿੱਤੇ ਆ। ਸਿਫਾਰਿਸ਼ ਪੂਰੀ ਜਿਹੜੀ ਪ੍ਰਕਿਰਿਆ ਵਾ ਉਹਨੂੰ ਪੂਰਾ ਕਰਨਾ ਹੁੰਦਾ ਵਾ। ਸ਼੍ਰੋਮਣੀ ਕਮੇਟੀ ਨੇ ਜਾਇਦਾਦਾਂ ਸਾਂਭ ਲੈਂਦੇ ਆ, ਗੁਰੂ ਦੀ ਗੋਲਕ ਸਾਂਭ ਲੈਂਦੇ ਆ। ਉਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਧਿਕਾਰੀ ਆ ਜਾਂ ਜਿਹੜੇ ਇਹਦੇ ਮੈਂਬਰ ਆ ਉਹਨਾਂ ਦੀਆਂ ਡਿਊਟੀਆਂ ਲੱਗਦੀਆਂ ਕਿਹੜੀ ਚੀਜ਼ ਨੂੰ ਸਾਂਭਣਾ। ਤੁਸੀਂ ਸਭ ਤੋਂ ਮਾੜਾ ਪੱਖ ਵੇਖੋ ਵੀ ਸ਼੍ਰੋਮਣੀ ਕਮੇਟੀ ਦਾ ਇਹ ਵੀ ਜਿਹੜੇ ਗੁਰਦੁਆਰਾ ਸਾਹਿਬ ਦਾ ਵੱਧ ਚੜਾਵਾ ਵਾ ਉਹ ਡਾਇਰੈਕਟ ਇਹਨਾਂ ਦੇ ਥੱਲੇ ਆ ਤੇ ਜਿਹਦਾ ਘੱਟ ਚੜਾਵਾ ਇਹ ਨਹੀਂ ਵੇਖਦੇ ਵੀ ਇਤਿਹਾਸਕ ਕੀ ਹੈ। ਸ਼੍ਰੋਮਣੀ ਕਮੇਟੀ ਦਾ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਮੰਨ ਸਿੱਧੇ ਜਾਂ ਪੁਰਾਣੇ ਇਤਿਹਾਸਕ ਗੁਰਦੁਆਰਾ ਸਾਹਿਬ ਆ, ਤੁਸੀਂ ਸਾਰਾ ਇਹਨਾਂ ਇਤਿਹਾਸ ਮਿਟਾ ਕੇ ਰੱਖਤਾ। ਜਿੰਨੀ ਇਹਨਾਂ ਨੇ ਪੱਥਰ ਲਾ ਕੇ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਉਹ ਸਾਰੀਆਂ ਖਤਮ ਕਰਤੀਆਂ। ਸਰਬਜੀਤ ਸਿੰਘ ਜੀ, ਆਪਾਂ ਉਧਰ ਨੂੰ ਨਾ ਜਾਈਏ, ਉਹ ਤਾਂ ਚਲੋ ਸਾਰੇ ਦੇਖ ਰਹੇ ਨੇ ਸ਼੍ਰੋਮਣੀ ਕਮੇਟੀ ਦੇ, ਕਿਉਂਕਿ ਭੈਣ ਜੀ ਕਿਰਨਜੋਤ ਕੌਰ ਜੀ ਆਪਾਂ ਇਹਨਾਂ ਤੋਂ ਹੋਰ ਵੀ ਇਨਫੋਰਮੇਸ਼ਨ ਲੈਣੀ ਆ। ਪਹਿਲਾਂ ਭੁਪਿੰਦਰ ਸਿੰਘ ਜੀ ਮੈਂ ਤੁਹਾਡੇ ਕੋਲ ਆਉਣਾ। ਸਰਬਜੀਤ ਭਾਈ ਸਾਹਿਬ ਜੀ, ਮੈਂ ਇੱਥੇ ਗੱਲਾਂ ਦੇ ਵਿੱਚ ਨਾ ਸਾਨੂੰ ਨਾ 2-4 ਪੁਆਇੰਟ ਬੜੇ ਫੋਕਸ ਕਰਕੇ ਰੱਖਣੇ ਪੈਣ। ਪਹਿਲਾਂ ਤੇ ਜਿਹੜਾ ਸਾਡੇ ਇਹ ਜਿਹੜੇ ਸੀਨੀਅਰ ਲੀਡਰ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਮੇਨ ਐਗਜ਼ੈਕਟਿਵ ਨੇ, ਇਹ ਸਮੇਂ-ਸਮੇਂ ਸਿਰ ਝੂਠ ਬੋਲਦੇ ਰਹੇ। ਪਹਿਲਾਂ ਤਾਂ ਉਸ ਝੂਠ ਦਾ ਜਵਾਬ ਇਹਨਾਂ ਲੋਕਾਂ ਤੋਂ ਬੋਲ ਕੇ ਮੰਗਣਾ ਹੈ। ਜਿਵੇਂ ਵੇਰਕਾ ਸਾਹਿਬ ਤੋਂ ਇਹ ਗੱਲਾਂ ਤੋਂ ਮੈਂ ਨੋਟ ਕਰੀ ਜਾ ਰਿਹਾ ਕਿ 5 ਤੋਂ 80 ਸਰੂਪ ਹੋਏ ਅਗਨਪੇਟ ਵਾਲੀ ਗੱਲ ਪਹਿਲਾ ਝੂਠ। ਦੂਜਾ ਜਿਹੜੇ ਖਰਾਬ ਹੋਏ ਜਾਂ ਕਹਿ ਲਈਏ ਕੋਈ ਕੁਤਾਹੀਆਂ ਹੋ ਗਈਆਂ ਤੇ ਉਹ ਗੋਇੰਦਵਾਲ ਸਾਹਿਬ ਕਹਿੰਦੇ ਨੇ ਚਲੇ ਗਏ ਲੇਕਿਨ ਉਹ ਨਹੀਂ ਉੱਥੇ ਗਏ, ਰਿਕਾਰਡ ਨਹੀਂ ਲੱਭਦਾ, ਦੂਜਾ ਝੂਠ। ਤੀਸਰਾ ਝੂਠ ਵੀ ਜਿਹੜਾ ਕਦੀ ਛਪੇ ਨਹੀਂ ਹੈ ਜਾਂ ਛਪ ਕੇ ਬਾਹਰ ਚਲੇ ਗਏ ਨੇ ਜੀ, ਜਦ ਤੱਕ ਤੁਹਾਡੇ ਕੋਲ ਸਦਾਈ ਨਹੀਂ ਹੋ ਰਹੀ, ਬੀਬੀ ਜੀ ਦੇ ਕਹਿਣ ਅਨੁਸਾਰ ਨੰਬਰਿੰਗ ਨਹੀਂ ਪੈ ਰਹੀ, ਇਹਦਾ ਮਤਲਬ ਕਿ ਸਰੂਪ ਪੂਰੇ ਸਾਡੇ ਕੋਲ ਹੈਗੇ ਸਨ। ਹੁਣ ਉਹ ਸਰੂਪ ਕਿਧਰੇ ਬਾਹਰ ਗਏ ਨੇ, ਇਹਦੇ ਬਾਰੇ ਕੋਈ ਐਕਟ ਹੈ ਨਹੀਂ ਕਿ 1-2 ਬੰਦੇ ਨੇ ਕਰ ਦਿੱਤਾ। ਹੁਣ ਇਹਦੇ ਸਾਰਿਆਂ ਦੇ ਪਿੱਛੇ ਇਹਨਾਂ ਦੇ ਝੂਠਾਂ ਦੇ ਜਿਹੜੇ ਪੈਸੇ ਨਹੀਂ ਜਮ੍ਹਾਂ ਕਰਾਏ, ਸਾਰੀਆਂ ਗੱਲਾਂ ਝੂਠ ਨੇ। ਮੈਨੂੰ ਜੋ ਲੱਗਦਾ ਹੈ, ਜੋ ਮੇਰੇ ਮਨ ਦੀ ਹੈ, ਮੈਂ ਸ਼ਾਇਦ ਉਹ ਬੀਬੀ ਜੀ ਤੋਂ ਵੀ ਪੁੱਛਾਂਗਾ, ਵੇਰਕਾ ਸਾਹਿਬ ਤੋਂ ਪੁੱਛਾਂਗਾ ਕਿ ਐਦਾਂ ਤੇ ਨਹੀਂ ਹੈ ਜਿਹੜਾ ਇਹਨਾਂ ਨੇ ਸ਼ੱਕ ਪਾਇਆ ਕਿ 2017 ਦੇ ਵਿੱਚ ਇਹ ਗੱਲਾਂ ਛੁਪਾਈਆਂ ਇਲੈਕਸ਼ਨ ਨੂੰ ਲੈ ਕੇ, ਇਹ ਸਾਰੀਆਂ ਗੱਲਾਂ ਹੁੰਦੀਆਂ ਨੇ। ਮੇਰੇ ਮਨ 'ਚ ਇੱਕ ਚੀਜ਼ ਹੈਗੀ ਹੈ ਕਿ ਕਿਧਰੇ ਇਹ ਸਰੂਪ ਛਪੇ ਵੀ ਨੇ, ਸਰੂਪ ਹੈਗੇ ਵੀ ਸਨ, ਸਰੂਪ ਬਾਹਰ ਗਏ। ਬਾਹਰ ਕਿੱਥੇ ਗਏ? ਸਿਰਫ ਔਰ ਸਿਰਫ ਡੇਰਾਵਾਦ ਨੂੰ ਵਧਾਉਣ, ਡੇਰਾਵਾਦ ਨੀਲਧਾਰੀਆਂ ਨੂੰ, ਨਾਮਧਾਰੀਆਂ ਨੂੰ, ਸੋਧੇ ਸਾਧ ਨੂੰ, ਰਾਧਾ ਸਵਾਮੀਆਂ ਨੂੰ, ਤੁਸੀਂ ਸਾਰਿਆਂ ਨੂੰ ਦਿੱਤਾ, ਕਿਉਂਕਿ ਇਹ ਸਾਰੇ ਦੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰਦੇ ਆ, ਉਹ ਸਰੂਪ ਰੱਖਦੇ ਆ
ਔਰ ਇਹਨਾਂ ਦੇ ਕੋਲ ਕੋਈ ਐ ਨਹੀਂ ਕਿ ਰਮਾਇਣ ਦੀ ਗੱਲ ਕਰਕੇ ਆਪਣਾ ਡੇਰਾ ਚਲਾਉਂਦੇ ਆ, ਕੋਈ ਗੀਤਾ ਦੀ ਗੱਲ ਕਰਕੇ ਚਲਾਉਂਦੇ, ਇਕੱਲੇ ਤੇ ਇਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਚਲਾਉਂਦੇ ਔਰ ਉੱਥੇ ਸਰੂਪ ਰੱਖ ਕੇ ਕਿਧਰੇ ਇਹ ਤੇ ਨਹੀਂ ਕਿ ਉਹਨਾਂ ਨੇ ਆਪਣੇ ਨਿੱਕੇ ਨਿੱਕੇ ਡੇਰੇ 'ਚ ਸਰੂਪ ਪਹੁੰਚਾਏ ਔਰ ਸਿਆਸਤ ਵਾਸਤੇ ਉਹਨਾਂ ਨੂੰ ਸਰੂਪ ਦਿੱਤੇ ਗਏ ਕਿ ਲੋ ਜੀ ਇਹ ਚੁੱਪ ਚੁਪੀਤੇ ਵਿੱਚ ਤੁਸੀਂ ਸਾਡੇ ਨਾਲ ਜੁੜ ਜਾਓ। ਕਿਧਰਾਂ ਇਹ ਤੇ ਗੱਲ ਨਹੀਂ ਹੈਗੀ ਹੈ। ਤਾਂ ਹੀ ਤਾਂ ਸਤਕਾਰ ਕਮੇਟੀਆਂ ਲੱਗੀਆਂ ਪਈਆਂ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਨਾਲ ਨਹੀਂ ਹੈਗੇ। ਜੀ ਮੈਂ ਜੀ ਤੇ ਭੁਪਿੰਦਰ ਸਿੰਘ ਜੀ ਕਹਿਣਾ ਚਾਹਾਂਗੀ, ਹਾਂਜੀ ਮੈਂ ਗੱਲ ਕਰਨਾ ਜਵਾਬ ਜੀ ਦੇਣਾ ਚਾਹਾਂਗੀ ਕਿ ਪਹਿਲੀ ਜੀ ਗੱਲ ਜੀ ਤਾਂ ਇਹ ਹੈਗੀ ਹੈ ਕਿ ਸਾਨੂੰ ਪਤਾ ਨਹੀਂ ਕਿ ਵੀ ਕਿਤੇ ਡੇਰਿਆਂ ਤੇ ਗਏ ਕਿ ਨਹੀਂ ਗਏ। ਹਾਂ, ਦੂਸਰੀ ਗੱਲ ਜੀ ਇਹ ਹੈਗੀ ਹੈ, ਜੀ ਜੇ ਸਪੋਜ਼ ਮੰਨ ਲਓ ਜੇ ਡੇਰਿਆਂ ਤੇ ਗਏ ਵੀ ਹਨ, ਹਾਂ, ਤੇ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੀਮਤ ਕਰ ਲਵਾਂਗੇ ਕਿ ਜੇ ਕੋਈ ਗੈਰ ਸਿੱਖ ਪੜ੍ਹਨਾ ਚਾਹਵੇ, ਬਾਣੀ ਪੜ੍ਹਨਾ ਚਾਹਵੇ, ਤੇ ਕੀ ਅਸੀਂ ਉਹਨੂੰ ਇਜਾਜ਼ਤ ਨਹੀਂ ਦਿਆਂਗੇ? ਕਿਉਂਕਿ ਅਸੀਂ ਦੇਖੋ ਜਿਹੜੀ ਸਾਡੀ ਪੁਰਾਣੀ ਹਿਸਟਰੀ ਤੁਰੀ ਆ ਰਹੀ ਹੈ, ਜਿਹੜੀ ਸਾਡੀ ਪਰੰਪਰਾ ਤੁਰੀ ਆ ਰਹੀ ਹੈ, ਹੁਣ ਸਿੰਧੀ ਪਰਿਵਾਰ ਹਨ, ਸਿੰਧੀ ਪਰਿਵਾਰ ਨਾ ਸਿੱਖ ਦਿਸਦੇ ਨਾ ਰਹਿਤ ਰੱਖਦੇ, ਪਰ ਅੱਜ ਵੀ ਉਹਨਾਂ ਜੀ ਦੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਹੁੰਦੀਆਂ, ਉਹ ਪਾਠ ਕਰਨ ਵਾਲੇ ਹੁੰਦੇ। ਅਸੀਂ ਕਈ ਵਾਰ ਸ਼ਹਿਰ ਦੇ ਵਿੱਚ ਕਈ ਵਾਰ ਇਹੋ ਜਿਹੇ ਬੰਦੇ ਦੇਖਦੇ ਆ ਜੇ ਸਿਰੋਂ ਨੰਗੇ ਬੈਠੇ ਹੁੰਦੇ ਨੇ, ਸੁਖਮਨੀ ਸਾਹਿਬ ਦਾ ਗੁਟਕਾ ਹਿੰਦੀ ਵਿੱਚ ਲੈ ਕੇ ਤੇ ਪਾਠ ਕਰਦੇ ਪਏ ਹੁੰਦੇ ਨੇ, ਤੇ ਕੀ ਅਸੀਂ ਉਹਨੂੰ ਕਹੀਏ ਹੁਣ ਤੂੰ ਸਤਿਕਾਰ ਨਹੀਂ ਕਰ ਰਿਹਾ, ਤੂੰ ਸਿਰ ਨਹੀਂ ਟੱਕਿਆ ਹੋਇਆ ਤੇ ਤੂੰ ਹਿੰਦੀ ਦੇ ਵਿੱਚ ਪੜ੍ਹਦਾ ਪਿਆ ਹੈਗਾ? ਉਹ ਸਾਨੂੰ ਦਿਖਾਉਣ ਲਈ ਤਾਂ ਕਰ ਨਹੀਂ ਰਿਹਾ, ਬੰਦਾ ਨੁੱਕਰ 'ਚ ਬੈਠਾ ਆਪਣਾ ਵੱਖਰਾ ਬੈਠ ਕੇ ਪਾਠ ਕਰਦਾ ਪਿਆ ਹੈਗਾ। ਸੋ ਇਹ ਜਿਹੜੇ ਭੈਣ ਜੀ ਜੀ ਭੈਣ ਜੀ ਮੇਰਾ ਇਹ ਕਹਿੰਦਾ ਨਹੀਂ ਮਤਲਬ, ਮੇਰੀ ਗੱਲ ਨੂੰ ਸਮਝੋ। ਨਹੀਂ ਭੈਣ ਜੀ, ਮੈਂ ਆਪ ਜੀ ਗਲਤ ਪਾਸੇ ਲੈ ਗਏ। ਮੇਰਾ ਕਹਿਣ ਦਾ ਭਾਵ ਹੈ, ਜਿਵੇਂ ਆਪ ਜੀ ਨੇ ਕਿਹਾ ਕਿ ਜਦੋਂ ਜਿਸ ਨੂੰ ਸਰੂਪ ਚਾਹੀਦਾ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਾ ਕੇ ਪੜਤਾਲ ਕਰਦਾ ਵੀ ਕਿੱਥੇ ਜਾ ਰਿਹਾ, ਕੀ ਉਹਦੀ ਸੇਵਾ ਸੰਭਾਲ ਕਿਸ ਤਰ੍ਹਾਂ ਹੋਏਗੀ, ਇਸ ਲਹਿਜ਼ੇ ਨਾਲ ਮੇਰੀ ਗੱਲ ਚੱਲ ਰਹੀ ਹੈ। ਕਈ ਜਗ੍ਹਾ ਦੇ ਉੱਤੇ ਮੈਂ ਆਪ ਜਗ੍ਹਾ ਜਾ ਕੇ ਨੇ ਕਿ ਕਈ ਗੁਰਦੁਆਰੇ ਕੀ ਕਈ ਮੰਦਰਾਂ ਦੇ ਵਿੱਚ ਵੀ ਸਰੂਪ ਪਏ ਨੇ ਔਰ ਸਰੂਪਾਂ ਦੇ ਰੁਮਾਲੇ ਤੱਕ ਨਹੀਂ ਝਾੜੇ ਜਾਂਦੇ। ਉਹ ਸਰੂਪਾਂ ਨੂੰ ਕਈਆਂ ਨੂੰ ਆਲਿਆਂ ਵਿੱਚ ਰੱਖਿਆ ਹੋਇਆ ਹੈ ਕਈ ਜਗ੍ਹਾ। ਉਹਦੇ ਬਾਰੇ ਮੈਂ ਥੋੜਾ ਜਿਹਾ ਜਾਨਣਾ ਚਾਹ ਰਿਹਾ ਵੀ ਉਹ ਸਰੂਪ ਜਾਣ ਦੇ ਬਾਅਦ ਫਿਰ ਅਸੀਂ ਅੱਜ ਰੋ ਰਹੇ ਹਾਂ ਕਿ ਜੀ ਅੱਜ ਬਰਗਾੜੀ ਕਾਂਡ ਹੋ ਗਿਆ, ਅੱਜ ਉੱਥੇ ਮਹਾਰਾਜ ਦਾ ਸਰੂਪ ਉਹਦਾ ਤਿਰਸਕਾਰ ਹੋ ਗਿਆ। ਸਾਡੇ ਕੋਲ ਡਾਟਾ ਕਿਉਂ ਨਹੀਂ ਬਣਦਾ ਵੀ ਅਸੀਂ ਉਹ ਸਰੂਪ ਕਿੱਥੇ ਨੇ? ਸਾਨੂੰ ਸਮੇਂ-ਸਮੇਂ ਸੇ ਅਗਰ ਇਹ ਡੇਰਿਆਂ ਵਿੱਚ ਜਾਂ ਇਹ ਕੋਈ ਸਥਾਨਾਂ ਤੇ ਸਰੂਪ ਗਏ ਨੇ, ਭਾਵੇਂ ਮੰਦਰਾਂ ਦੇ ਵਿੱਚ ਗਏ ਨੇ, ਕਿਉਂਕਿ ਮੰਦਰਾਂ ਦੇ ਨਾਲ ਦੇਖੋ ਪੈਰਲਲ ਜਿਹੜਾ ਹੈ ਉਹ ਇੱਕ ਗੁਰੂ ਸਾਹਿਬ ਦਾ ਸਥਾਨ ਬਣਾ ਕੇ ਫਿਰ ਮੂਰਤੀ ਵਾਕਰ ਹੀ ਪੂਜਾ ਕਰਦੇ ਆ। ਆਪਾਂ ਹੁਣੇ ਬੀਬੀ ਜੀ ਆਪ ਜੀ ਨੇ ਕਿਹਾ ਕਿ ਇਹਨੂੰ ਆਪਾਂ ਮੂਰਤੀ ਵਾਲੇ ਪਾਸੇ ਨਾ ਲੈ ਜਾਈਏ, ਦੂਜੇ ਪਾਸੇ ਇਹ ਜਾਂਦੀ ਹੈ ਉਹ ਸੇਮ ਇੱਕ ਪਾਸੇ ਮੂਰਤੀ ਪਈ ਹੈ ਮੰਦਿਰ ਦੇ ਔਰ ਦੂਜੇ ਪਾਸੇ ਨਾਲ ਹੀ ਉਹਨਾਂ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ। ਉਸ ਬਾਰੇ ਵੀ ਆਪਾਂ ਇਹਨੂੰ ਸੋਚਣਾ ਹੈ ਤੇ ਉਸ ਨੂੰ ਕਿਸ ਢੰਗ ਨਾਲ ਲਵਾਂਗੇ। ਇਹੋ ਹੀ ਮੇਰਾ ਦੇਖੋ ਇਹ ਪੁਰਾਣੇ ਵੀ ਨਹੀਂ, ਮੈਂ ਇਹਦੀ ਕੋਈ ਹਮਾਇਤ ਨਹੀਂ ਕਰ ਰਹੀ, ਮੈਂ ਇਸ ਗੱਲ ਦੀ ਹਮਾਇਤ ਨਹੀਂ ਕਰ ਰਹੀ, ਪਰ ਮੈਂ ਇਹ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਤਰ੍ਹਾਂ ਹੁੰਦਾ ਹੈ। ਔਰ ਤੁਸੀਂ ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਪੁਰਾਣੇ ਜਿਹੜੇ ਹੁਣ ਉਦਾਸੀਆਂ ਦੇ ਡੇਰੇ ਹੈਗੇ, ਉਹਨਾਂ ਦੇ ਵਿੱਚ ਜੇ ਤੁਹਾਨੂੰ ਡਰਮ ਬੂਟਾ ਖਾੜੇ ਤਾਂ ਤੁਹਾਨੂੰ ਯਾਦ ਹੋਏਗਾ ਦਰਬਾਰ ਸਾਹਿਬ ਮੱਥਾ ਟੇਕਣ ਜਾਈਏ ਤੇ ਉੱਚੇ ਜੇ ਥਾਂ ਤੇ ਉਹਨਾਂ ਨੇ ਉੱਥੇ ਪ੍ਰਕਾਸ਼ ਕੀਤਾ ਹੁੰਦਾ ਸੀ, ਅਸੀਂ ਉੱਥੇ ਵੀ ਸਿਰ ਨਿਵਾ ਕੇ ਜਾਂਦੇ ਸੀ ਤੇ ਹੈਗਾ ਉਹ ਡੇਰਾ ਸੀ। ਸੋ ਪੁਰਾਣੇ ਜਿਹੜੇ ਮਹੰਤਾਂ ਦੇ ਡੇਰੇ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੁੰਦੇ ਸੀ। ਆਪਾਂ ਇੰਨਾ ਜਿਹੜੇ ਪੜ੍ਹ ਰਹੇ ਨੇ, ਜਿਹੜੇ ਉਹਦੀ ਵਿਆਖਿਆ ਕਰ ਰਹੇ ਨੇ, ਸਮਝ ਰਹੇ ਹੈਗੇ, ਅਸੀਂ ਹਰ ਚੀਜ਼ ਨੂੰ ਸ਼ੱਕ ਨਾਲ ਨਾ ਦੇਖੀਏ। ਕਿਸੇ ਦੀ ਸ਼ਰਧਾ ਵੀ ਹੋ ਸਕਦੀ ਹੈ। ਬਾਕੀ ਇਹ ਗੱਲ ਤੁਹਾਡੀ ਸਹੀ ਹੈ ਕਿ ਪਤਾ ਹੋਣਾ ਚਾਹੀਦਾ, ਜੇ ਰਿਕਾਰਡ ਰੱਖਣਾ ਸ਼ੁਰੂ ਹੀ ਕੀਤਾ ਤਾਂ ਫਿਰ ਪਤਾ ਹੋਣਾ ਚਾਹੀਦਾ। ਇਹ ਅਸੀਂ ਨਹੀਂ ਕਹਿ ਸਕਦੇ ਕਿ ਜੀ ਸਾਨੂੰ ਪਤਾ ਹੀ ਨਹੀਂ, ਇਹ ਗਲਤ ਹੈ। ਔਰ ਇਹ ਜਿਹੜੇ 328 ਬੀੜਾਂ ਦਾ ਜਿਹੜਾ ਸ਼੍ਰੋਮਣੀ ਕਮੇਟੀ ਇਸ ਵੇਲੇ ਕਹਿ ਰਹੀ ਹੈ ਕਿ ਜੀ ਇਹ ਸਿਰਫ ਪੈਸਿਆਂ ਦੀ ਹੇਰਾਫੇਰੀ ਹੈ, ਚਲੋ ਮੰਨ ਲਿਆ ਪੈਸਿਆਂ ਦੀ ਹੇਰਾਫੇਰੀ ਹੈ, ਪਰ ਉਹ ਬੀੜਾਂ ਗਈਆਂ ਕਿੱਥੇ ਉਹ ਦੱਸਣਾ ਬੜਾ ਜ਼ਰੂਰੀ ਹੈ, ਉਹ ਆਈਡੈਂਟੀਫਾਈ ਕਰਨਾ ਜ਼ਰੂਰੀ ਹੈ ਕਿੱਥੇ ਗਈਆਂ। ਜੀ ਕਿਰਨਜੋਤ ਕੌਰ ਜੀ, ਜਿਸ ਤਰ੍ਹਾਂ ਭੁਪਿੰਦਰ ਸਿੰਘ ਨੇ ਕਿਹਾ ਬਈ ਜਾਂ ਤੁਸੀਂ ਵੀ ਹੁਣ ਕਹਿ ਕੇ ਹਟੇ ਹੋ ਬਈ ਉਹ ਆਇਡੈਂਟੀਫਾਈ ਕਰਨੀ ਜ਼ਰੂਰੀ ਆ, ਚਲੋ ਆਪਾਂ ਬਾਕੀ ਗੱਲਾਂ ਅਗਰ ਮੰਨ ਵੀ ਲੈਂਦੇ ਆ ਬਈ ਡੇਰਿਆਂ 'ਚ ਗਈ ਆ ਜਾਂ ਰਾਮ ਰਹੀਮ ਦੇ ਡੇਰੇ ਗਈ ਆ ਜਾਂ ਕਿਸੇ ਵੀ ਡੇਰੇ ਦੇ ਵਿੱਚ ਬੀੜਾ ਨਾ ਉੱਥੇ ਨਹੀਂ ਗਈਆਂ, ਨਹੀਂ ਉਹ ਨਹੀਂ ਗਈਆਂ। ਪਰ ਚਲੋ ਆਪਾਂ ਦੇਖੋ ਉਹ ਜਿੱਦਾਂ ਕਹਿੰਦੇ ਹੁੰਦੇ ਆ ਭੈਣ ਜੀ ਵੀ ਜਿੰਨੇ ਮੂੰਹ ਉਨੀਆਂ ਗੱਲਾਂ, ਆਪਾਂ ਚਲੋ ਇਹ ਅਲੱਗ-ਅਲੱਗ ਇਹਨੂੰ, ਪਰ ਇੱਕ ਤਾਂ ਗੱਲ ਜ਼ਰੂਰੀ ਆ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਆ, ਸਾਡੀ ਰਿਸਪੌਂਸਿਬਿਲਟੀ ਆ, ਇਹ ਕੋਈ ਛੋਟੀ ਮੋਟੀ ਤਾਂ ਚੀਜ਼ ਨਹੀਂ ਹੈਗੀ ਵੀ ਜਿਹਦੇ ਵਿੱਚ ਇਹ ਲਾਪਰਵਾਹੀ ਹੋਈ ਹੈ ਜਾਂ ਗਲਤੀ ਹੋਈ ਆ। ਜੇ ਅਗਰ ਆਉਣ ਵਾਲੇ ਟਾਈਮ, ਇੱਕ ਮਿੰਟ ਮੇਰੀ ਗੱਲ ਪੂਰੀ ਹੋ ਲੈਣ ਦਿਓ, ਅਗਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜੇ ਅਸੀਂ ਆਉਣ ਵਾਲਾ ਟਾਈਮ ਨਾ ਵੀ ਦੇਖੀਏ, ਪ੍ਰੈਜ਼ੈਂਟ ਟਾਈਮ ਦੇ ਵਿੱਚ ਗੁਟਕਿਆਂ ਦੇ ਵਿੱਚ ਕਿੰਨੀ ਅਲੱਗ-ਅਲੱਗ ਚੀਜ਼ਾਂ ਘਸੋੜੀਆਂ ਗਈਆਂ। ਅਗਰ ਆਉਣ ਵਾਲੇ ਟਾਈਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ 328 ਲਾਪਤਾ ਹੁੰਦੇ ਨੇ, ਉਹਨਾਂ ਵਿੱਚ ਇਹੋ ਜਿਹੀਆਂ ਚੀਜ਼ਾਂ ਘਸੋੜ ਦਿੱਤੀਆਂ ਜਾਂਦੀਆਂ, ਤੁਸੀਂ ਕਿੱਦਾਂ ਉਹਨਾਂ ਦੀ ਛਾਣਬੀਣ ਕਰੋਗੇ ਕਿ ਕਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ
ਉਹ ਬਾਇਆ ਸ਼੍ਰੋਮਣੀ ਕਮੇਟੀ ਤੋਂ ਪ੍ਰਿੰਟ ਹੋਇਆ ਜਾਂ ਉਹ ਬਾਹਰੋਂ ਪ੍ਰਿੰਟ ਹੋਇਆ, ਤੇ ਉਹਦੀ ਕੀ ਨਿਸ਼ਾਨੀ ਰਹੂਗੀ, ਤੇ ਕਿਵੇਂ ਆਪਾਂ ਮੰਨਾਂਗੇ ਕਿ ਜਿਹੜੀ 1430 ਪੰਨਿਆਂ ਦੇ ਵਿੱਚ ਜੋ ਅਸਲ ਗੁਰੂ ਦੀ ਬਾਣੀ ਹੈ ਉਹ ਵਾਕਿਆ ਹੀ ਉਵੇਂ ਹੈ, ਬਿੰਦੀਆਂ ਟਿੱਪੀਆਂ ਜਾਂ ਹੋਰ ਫੁੱਲ ਸਟਾਪ ਨੇ ਜਾਂ ਡੰਡੇ ਨੇ ਜਿੰਨਾ ਵੀ ਕੁਝ ਉਹ ਚੇਂਜ ਨਹੀਂ ਕੀਤਾ ਗਿਆ, ਇਹਨੂੰ ਕਿੱਦਾਂ ਕੰਟਰੋਲ ਕਰੋਗੇ ਤੁਸੀਂ, ਜਿਹੜਾ ਸਭ ਤੋਂ ਵੱਡਾ ਇਸ਼ੂ ਹੈ ਅੱਜ ਦੇ ਟਾਈਮ ਦੇ ਵਿੱਚ? ਹਾਂਜੀ ਦੇਖੋ ਇਸ ਮੁੱਦੇ ਕਰਕੇ ਹੀ ਤਾਂ ਇਹ ਸਾਰੀ ਗੱਲ ਸ਼ੁਰੂ ਹੋਈ ਸੀ ਕਿ ਸ਼੍ਰੋਮਣੀ ਕਮੇਟੀ ਨੇ ਜ਼ਿੰਮੇਵਾਰੀ ਲਈ ਕਿ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕੇਵਲ ਸ਼੍ਰੋਮਣੀ ਕਮੇਟੀ ਕਰੇ, ਔਰ ਜਿਹੋ ਜਿਹੇ ਅਸੀਂ ਹਾਲਾਤ ਦੇਖ ਰਹੇ ਹਾਂ ਔਰ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਇੱਥੇ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਬੜੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ, ਮੈਂਬਰ ਹਨ, ਉਹਨਾਂ ਨਾਲ ਵੀ ਇਸ ਸੰਬੰਧੀ ਜਦ ਗੱਲ ਹੋਈ ਹੈ, ਇੱਕ ਗੱਲ ਸਾਹਮਣੇ ਆਈ ਹੈ ਕਿ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਹ ਵੀ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਇਸ਼ੂ ਦੇ ਉੱਪਰ ਵੀ ਇਹ ਅਣਗਹਿਲੀਆਂ ਹੋ ਸਕਦੀਆਂ, ਇਹ ਸਾਡੇ ਚੋਂ ਕਦੀ ਕਿਸੇ ਨੇ ਨਹੀਂ ਸੀ ਸੋਚਿਆ। ਤੇ ਸ਼ਾਇਦ ਇਹ ਪਤਾ ਨਹੀਂ, ਹਰ ਇੱਕ ਦੀ ਸ਼ਰਧਾ ਵੀ ਤਾਂ ਹੈ ਕਿ ਕੋਈ ਸਿੱਖ ਅਗਰ ਇਹ ਕੰਮ ਕਰਦਾ ਪਿਆ ਕਿਉਂ ਇਸ ਤਰ੍ਹਾਂ ਕਰੇਗਾ। ਪਰ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਫਿਊਚਰ ਦੇ ਵਿੱਚ ਨਾ ਹੋਏ, ਪਰ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਭੀੜ ਕੇਵਲ ਇਹ ਤਾਂ ਹੈ ਨਹੀਂ ਕਿ ਜਿਹੜਾ ਇੱਕ ਭੀੜ ਸਾਡੇ ਕੋਲ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਹੈ ਕੇਵਲ ਉਹ ਹੈ। ਤੁਸੀਂ ਦੇਖੋ ਡਿਜੀਟਲ ਮੀਡੀਅਮ ਦੇ ਉੱਪਰ ਵੀ ਤਾਂ ਹੁਣ ਜਿਸ ਤਰ੍ਹਾਂ ਪੂਰੀ ਦੀ ਪੂਰੀ ਗੁਰੂ ਗ੍ਰੰਥ ਸਾਹਿਬ ਅਵੇਲੇਬਲ ਹਨ, ਇੰਨਾ ਆਸਾਨ ਤਾਂ ਹੈ ਨਹੀਂ ਕਿ ਹੁਣ ਤੁਸੀਂ ਕੋਈ ਚੇਂਜ ਕਰ ਲਓਗੇ, ਕਿਉਂਕਿ ਜਿਹੜੀਆਂ ਚੇਂਜਸ ਆਉਣਗੀਆਂ ਉਹਨਾਂ ਨੂੰ ਦੇਖਣਾ ਕਿਹੜਾ, ਉਹਨਾਂ ਨੂੰ ਆਈਡੈਂਟੀਫਾਈ ਕਰਨਾ ਕਿਹੜਾ ਮੁਸ਼ਕਿਲ ਹੈ। ਕਿ ਜਦ ਸਾਡੇ ਕੋਲ ਇੱਕ ਓਰੀਜਨਲ PDF ਹੈਗੀ ਹੈ, ਇੱਕ ਓਰੀਜਨਲ ਸਾਡੇ ਕੋਲ ਹੈ ਕਿ ਇਹ ਆਥੈਂਟਿਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਉਹਦੇ ਵਿੱਚ ਇਹ ਰਲਾ ਇੰਨਾ ਆਸਾਨ ਨਹੀਂ। ਗੁਟਕਿਆਂ ਦੀ ਗੱਲ ਇਸ ਤਰ੍ਹਾਂ ਹੈ ਕਿ ਜਿੰਨੇ ਡੇਰੇ ਹਰ ਇੱਕ ਨੇ ਆਪਣੀ ਵੱਖਰੀ ਵੱਖਰੀ ਮਰਿਆਦਾ ਬਣਾਈ ਹੋਈ ਹੈ, ਔਰ ਤੁਸੀਂ ਵੇਖੋਗੇ ਕਿ ਗੁਟਕਿਆਂ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਇਹ ਫਲਾਣੀ ਮਰਿਆਦਾ ਦਾ ਹੈ। ਔਰ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਹੈ ਔਰ ਮਜ਼ੇਦਾਰ ਗੱਲ ਵੀ ਹੈ ਕਿ ਸਾਲ ਕੁ ਪਹਿਲੇ ਮੇਰੇ ਇਸੇ ਤਰ੍ਹਾਂ ਇੱਕ ਬਾਬੇ ਦੇ ਨਾਲ ਵਿਚਾਰ ਚਰਚਾ ਹੋ ਗਈ, ਕਿਉਂਕਿ ਉਹ ਕਿਸੇ ਦੇ ਘਰ ਅਖੰਡ ਪਾਠ ਕਰਨ ਕਿਸੇ ਦੀ ਮੌਤ ਹੋ ਗਈ, ਉੱਥੇ ਉਹਨਾਂ ਨੇ ਪਰਿਵਾਰ ਨੇ ਬੁਲਾਇਆ ਜੀ ਆਖਰੀ ਰਸਮਾਂ ਵਾਸਤੇ, ਪਾਠ ਵਾਸਤੇ। ਉਹ ਕੀ ਕਰਨ ਕਿ ਪਾਠ ਕਰਨ, ਅਖੰਡ ਪਾਠ ਇੱਕ ਪਾਸੇ ਚੱਲਦਾ ਪਿਆ, ਤੇ ਜਦੋਂ ਸ਼ਾਮ ਦਾ ਵੇਲਾ ਹੋਏ ਉੱਥੇ ਸਰਾਣੇ ਬੈਠ ਕੇ ਉਹ ਮਿਊਟ ਕਰਕੇ ਅਖੰਡ ਪਾਠ ਨੂੰ ਤੇ ਉੱਥੇ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰ ਦੇਣ। ਤੇ ਜਦੋਂ ਮੈਂ ਦੇਖਿਆ ਤਾਂ ਮੈਂ ਇਤਰਾਜ਼ ਕੀਤਾ ਕਿ ਵੀ ਤੁਸੀਂ ਜਾਂ ਤਾਂ ਅਖੰਡ ਪਾਠ ਸੁਣ ਸਕਦੇ ਹੋ ਤੇ ਜਾਂ ਰਹਿਰਾਸ ਦਾ ਪਾਠ ਸੁਣ ਸਕਦੇ ਹੋ, ਦੋਨੋਂ ਇਕੱਠੇ ਤਾਂ ਹੋ ਨਹੀਂ ਸਕਦੇ। ਤੇ ਕਰਦੇ ਕਰਦੇ ਗੱਲ ਕੀ ਨਿਕਲੀ, ਉਹ ਬਾਬੇ ਦੇ ਮੂੰਹ ਹੀ ਨਿਕਲ ਗਿਆ, ਕਹਿੰਦੇ ਜੀ ਇਹ ਫਿਰ ਹਰ ਡੇਰੇ ਦੀ ਆਪਣੀ ਮਰਿਆਦਾ ਹੁੰਦੀ ਹੈ। ਮਤਲਬ ਜਿੰਨੇ ਬਾਬੇ ਬਣ ਗਏ ਉਹ ਬਾਬੇ ਆਪਣੀ ਨਵੀਂ ਮਰਿਆਦਾ ਸ਼ੁਰੂ ਕਰ ਰਹੇ ਹੈਗੇ, ਔਰ ਇਹ ਪਿਛਲੇ 10-15 ਸਾਲ ਦੇ ਵਿੱਚ ਬਹੁਤ ਮਲਟੀਪਲਾਈ ਹੋਏ। ਉਹਨਾਂ ਦਾ ਜ਼ੋਰ ਗੁਟਕਿਆਂ ਦੇ ਉੱਪਰ ਤਾਂ ਚੱਲ ਗਿਆ, ਪਰ ਵਾਹਿਗੁਰੂ ਦਾ ਸ਼ੁਕਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਾਸਤੇ ਫਿਲਹਾਲ ਇਹੋ ਜਿਹਾ ਕੋਈ ਮਸਲਾ ਨਹੀਂ ਹੈ, ਔਰ ਅਸੀਂ ਆਸ ਕਰਦੇ ਹਾਂ ਇਹੋ ਜਿਹਾ ਹੋਏਗਾ ਵੀ ਨਹੀਂ। ਕਿਰਨਜੋਤ ਕੌਰ ਜੀ, ਤੁਹਾਡੇ ਕੋਲ ਮੈਂ ਵਾਪਸ ਆਉਣਾ, ਆਪਾਂ ਲਾਸਟ ਸਵਾਲ ਕਰਕੇ ਸਮਾਪਤੀ ਕਰੀਏ। ਸਰਬਜੀਤ ਸਿੰਘ ਜੀ, ਜਿਹੜੀ ਪਬਲਿਕ ਸੰਗਤ ਪਬਲਿਕ ਕੀਤੀ ਆ ਰਿਪੋਰਟ ਇਹਨਾਂ ਨੇ ਇਨਵੈਸਟੀਗੇਸ਼ਨ ਤੋਂ ਬਾਅਦ, ਤੁਸੀਂ ਪੜ੍ਹੀ ਆ ਸਾਰੀ, ਮੇਰੇ ਕੋਲ ਵੀ 10 ਪੇਜ ਪਏ ਨੇ ਉਹਦੇ, ਤੇ ਜਿੰਨੇ ਵੀ ਤੁਸੀਂ ਵੀ ਪੜ੍ਹੇ ਹੋਣੇ ਆ ਸਾਰੇ, ਮੇਰੇ ਕੋਲ 8-10 ਪੇਜ ਹੈਗੇ ਜਿਹੜਾ ਨੇ ਪਬਲਿਕ ਕੀਤੀ ਆ, ਤੁਸੀਂ ਪੜ੍ਹੀ ਆ। ਕੀ ਸੋਚਦੇ ਹੋ ਇਹਨੂੰ, ਤੇ ਕੀ ਤੁਹਾਨੂੰ ਲੱਗਦਾ ਵੀ ਕੀ ਹੋਣਾ ਚਾਹੀਦਾ ਆਉਣ ਵਾਲੇ ਟਾਈਮ ਵਿੱਚ? ਵੇਖੋ ਜਿਹੜੀ ਰਿਪੋਰਟ ਪਬਲਿਕ ਕੀਤੀ, ਜਿਹੜੀ ਇਹਨਾਂ ਨੇ ਵੈਬਸਾਈਟ ਤੇ ਪਾਈ, ਉਹਦੇ ਤੇ ਵੇਖੋ ਤੁਸੀਂ ਸਿਗਨੇਚਰ ਵੇਖੋ, ਤਿੰਨਾਂ ਮੈਂਬਰਾਂ ਦੇ 23/8/2020 ਦੇ ਦਸਤਖਤ ਆ ਤਿੰਨਾਂ ਦੇ, ਤੁਸੀਂ ਚੈੱਕ ਕਰੋ ਆਪਣੇ 10 ਨੰਬਰ ਪੇਜ ਤੇ ਆ, ਜਦੋਂ ਕਿ 9 ਨੰਬਰ ਪੇਜ ਤੇ ਇੱਕ 24, ਤੁਸੀਂ ਇਹ ਚੈੱਕ ਕਰੋ 10 ਨੰਬਰ ਪੇਜ ਤੇ ਜਿਹੜੇ ਸਾਈਨ ਆ ਦਸਤਖਤ ਆ ਮੈਂਬਰਾਂ ਦੇ ਤਿੰਨਾਂ, ਡਾਕਟਰ ਈਸ਼ਰ ਸਿੰਘ, ਹਰਪ੍ਰੀਤ ਕੌਰ ਔਰ ਹਰਲੀਨ ਕੌਰ ਜੀ। ਇਹ ਤਿੰਨਾਂ ਦੇ ਡੇਟ ਪਈ ਆ, 23/8 ਡੇਟ ਪਈ ਇਹਦੇ ਤੇ, 23/8/2020। ਈਸ਼ਰ ਸਿੰਘ ਐਡਵੋਕੇਟ, ਹਰਪ੍ਰੀਤ ਕੌਰ ਐਡਵੋਕੇਟ ਤੇ ਹਰਲੀਨ ਕੌਰ CA 23/8/20 ਪਈ ਹੋਈ ਆ। ਹਾਂਜੀ, ਹੁਣ ਇਹਦੇ ਤੋਂ ਪਿਛਲੇ ਪੇਜ ਤੇ ਚੱਲ ਜਾਓ, 9 ਨੰਬਰ ਪੇਜ ਤੇ। ਹਾਂਜੀ, ਇਹਦੇ ਤੇ ਸਭ ਤੋਂ ਲਾਸਟ ਜਿਹੜਾ ਪੈਰਾ ਵਾ ਉਹ ਦੇਖੋ, ਉਹਦੇ ਤੇ ਡੇਟ ਪਈ 24/8/2020 ਦਾ ਰੈਫਰੈਂਸ ਹੈ ਇੱਕ ਡਾਕੂਮੈਂਟ ਦਾ। ਜੀ 24/8/2020, 15 ਨੰਬਰ ਪੈਰਾ, 24,000
ਹਾਂਜੀ ਹਾਂਜੀ ਹਾਂਜੀ। ਇਹ ਕਿਵੇਂ ਪੋਸੀਬਲ ਹੈ ਵੀ 23 ਤਰੀਕ ਨੂੰ ਰਿਪੋਰਟ ਸਾਈਨ ਹੁੰਦੀ ਹੀ ਤੇ ਇੱਕ 24 ਤਰੀਕ ਦੀ ਰਿਪੋਰਟ ਉਹਦੇ ਚ ਕਿਵੇਂ ਆ ਜੂਗੀ? ਇਹ ਫਰਾਡ ਆ ਸਾਰਾ, ਇਹਨਾਂ ਨੇ ਫੈਬਰੀਕੇਟ ਕੀਤੇ ਭੁਪਿੰਦਰ ਸਿੰਘ ਜੀ, ਡਾਕੂਮੈਂਟ। ਭੁਪਿੰਦਰ ਸਿੰਘ ਜੀ, ਇੱਕ ਮੈਂ ਮਿੰਟ ਰੁਕਿਓ, ਇੱਕ ਬੀਬੀ ਮਿੰਟ ਜੀ, ਇੱਕ ਮਿੰਟ ਇੱਥੇ ਮੈਂ ਰੁਕਿਓ, ਇੱਕ ਮੇਰੀ ਗੱਲ ਪੂਰੀ ਹੋ ਲੈਣ ਦਿਓ, ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ। ਤੁਸੀਂ ਜਿਹੜਾ ਇਹ ਪੁਆਇੰਟ ਫੜਿਆ ਸਰਬਜੀਤ ਸਿੰਘ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਹੈ। ਮੈਂ ਅੱਧੀ ਪੜ੍ਹੀ ਆ ਇਹ 15ਵਾਂ ਨੰਬਰ ਕਾਲਮ ਹੈ, ਇਹਦੇ ਤੇ ਲਿਖਿਆ ਹੋਇਆ 24/8/2020 ਤੇ ਜਿਹੜੀ ਲਾਸਟ ਸਾਈਨ ਹੁੰਦਾ ਆ, ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਵੀ ਇਹਨੂੰ ਨੇੜੇ ਕਰਕੇ ਦਿਖਾਇਆ ਜਾਏ। ਉਹਦੇ ਤੇ 23 ਜਿਹੜੀ ਤਰੀਕ ਆ 23/8/20 ਆ। ਹੁਣ ਜਿਹੜੀ 23/8/20 ਆ, ਜਿੱਦਾਂ ਤੁਸੀਂ ਸਵਾਲ ਕੀਤਾ ਵੀ ਇੱਕ ਦਿਨ ਪਹਿਲਾਂ ਕਿੱਦਾਂ ਹੋ ਗਈ ਉਹ। ਹਾਂਜੀ ਕੰਟੀਨਿਊ ਰੱਖੋ। ਹਾਂਜੀ ਦੇਖੋ, ਜਿਹੜਾ ਇਹ ਸ਼੍ਰੋਮਣੀ ਕਮੇਟੀ ਨੂੰ ਪੂਰੀ ਰਿਪੋਰਟ ਜਿਹੜੀ ਜਨਤਕ ਕਰਨੀ ਚਾਹੀਦੀ। ਆਪਾਂ ਇਨਕੁਆਇਰੀ ਤੇ ਤਦ ਕਰਾਈ ਹੈ ਵੀ ਲੋਕਾਂ ਦੀ ਸੰਗਤ ਦੀ, ਸਿੱਖ ਸੰਗਤ ਦੀ, ਜਿਹੜੀ ਆਪਾਂ ਸਿੱਖਾਂ ਨੂੰ ਇੱਕ ਦੱਸਣਾ ਹੀ ਵੀ ਸੱਚਾਈ ਕੀ ਹੈ ਇਹਦੇ ਪਿੱਛੇ। ਜਿਹੜੀ ਆਪਾਂ ਸ਼੍ਰੋਮਣੀ ਕਮੇਟੀ ਤੇ ਜਿਹੜੀਆਂ ਉਂਗਲਾਂ ਉੱਠਦੀਆਂ, ਜਿਹੜੀ ਆਪਾਂ ਇਲਜ਼ਾਮ ਲਾਉਣੇ ਆ ਵੀ ਬਦਨਾਮ ਕਰਨਾ ਚਾਹੁੰਦੇ ਆ, ਉਹ ਰਿਪੋਰਟ ਪਬਲਿਕ ਕਰਨੀ ਚਾਹੀਦੀ। 1000 ਪੇਜ ਦੀ ਉਹ ਰਿਪੋਰਟ ਆ, ਠੀਕ ਹੈ। ਤੁਸੀਂ ਉਹਦੇ ਵਿੱਚੋਂ 10 ਪੇਜ ਜਿਹੜੇ ਕੱਢਣ ਦੇ ਜੇ, ਤੁਸੀਂ 10 ਪੇਜਾਂ ਦੇ ਵਿੱਚ ਵੀ ਇੱਕ ਡਾਕੂਮੈਂਟ ਉਹ ਲਾਉਂਦੇ ਜੇ ਜਿੱਦਾਂ ਰਿਪੋਰਟ ਸਾਈਨ ਹੁੰਦੀ ਉਹਦੇ ਤੋਂ ਅਗਲੇ ਦਿਨ ਜਿਹੜਾ ਤਿਆਰ ਹੋਇਆ ਵਾ। ਤੁਹਾਡੀ ਰਿਪੋਰਟ ਦੀ ਅਥੈਂਟਿਸਿਟੀ ਕੀ ਰਹਿ ਗਈ, ਕ੍ਰੈਡੀਬਿਲਿਟੀ ਕੀ ਰਹਿ ਗਈ ਤੁਹਾਡੀ ਰਿਪੋਰਟ ਦੀ? ਤੁਸੀਂ ਦੱਸਣਾ ਸੱਚ ਕਿਸੇ ਨੂੰ ਚਾਹੁੰਦੇ। ਇਹ ਸਿਰਫ ਦੋਸ਼ ਸੂਚੀ ਹੈ ਜਿਹੜੀ ਇਹਨਾਂ ਨੇ ਬਾਅਦ ਚ ਤਿਆਰ ਕੀਤੀ ਆ, ਔਰ ਲਾਸਟ ਪੇਜ ਜਿਹੜਾ ਦੂਜੀ ਰਿਪੋਰਟ ਚੋਂ ਕੱਢ ਕੇ ਇਹਦੇ ਥੱਲੇ ਲਾ ਕੇ ਆਪਣੇ ਆਪ ਨੂੰ ਇਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਬਿਲਕੁਲ ਠੀਕ ਹੈ, ਅਸੀਂ ਆਪ ਇੱਕ ਮੁਲਾਜ਼ਮ, ਸਾਡੇ ਜਿਹੜੇ ਆ ਡਾਕਟਰ ਰੂਪ ਸਿੰਘ ਜਾਂ ਆਪਣੇ ਤੁਹਾਡੇ ਗੁਰਬਚਨ ਸਿੰਘ, ਕਵਲਜੀਤ ਸਿੰਘ, ਇਹਨਾਂ ਦੇ ਖਿਲਾਫ ਆ ਦੋਸ਼ ਹੈਗੇ ਆ। ਫਿਰ ਇਹਦੇ ਵਿੱਚ ਇੱਕ ਪੈਰੇ ਵਿੱਚ ਇਹ ਵੀ ਲਿਖਿਆ ਵੀ ਚਾਰਟਰਡ ਅਕਾਊਂਟੈਂਟ ਨੇ ਇੱਕ ਡਾਕੂਮੈਂਟ ਦਿੱਤਾ ਵੀ ਉਹਨੇ ਪ੍ਰਧਾਨ ਨੂੰ ਤੇ ਐਗਜ਼ੈਕਟਿਵ ਨੂੰ 2016 ਦੇ ਵਿੱਚ ਇਹ ਪੁਆਇੰਟ ਆਊਟ ਕਰਤਾ ਸੀ ਵੀ ਇੱਥੇ ਸਾਰਾ ਕੁਝ ਪਬਲੀਕੇਸ਼ਨ ਵਿਭਾਗ 'ਚ ਸਾਰਾ ਕੁਝ ਠੀਕ ਨਹੀਂ ਹੋ ਰਿਹਾ, ਪੈਨਸਲ ਨਾਲ ਟੋਟਲ ਹੋ ਰਹੇ ਆ, ਕਰ ਰਹੇ, ਜਦੋਂ ਕਿ ਉਹਦੇ ਥੱਲੇ ਫਾਈਂਡਿੰਗ ਆਈ ਹੈ ਵੀ ਉਹ ਡਾਕੂਮੈਂਟ ਕਿਤੇ ਵੀ ਰਿਕਾਰਡ 'ਚ ਨਹੀਂ ਹੈਗਾ। ਇਹਦਾ ਮਤਲਬ ਵੀ ਜਿਹੜਾ ਐਸਐਸ ਕੋਹਲੀ ਚਾਰਟਰਡ ਅਕਾਊਂਟੈਂਟ ਆ, ਉਹਨੇ ਇੱਕ ਹੋਰ ਅਟੈਂਪਟ ਕੀਤੀ ਆ ਪ੍ਰਧਾਨ ਨੂੰ ਤੇ ਐਗਜ਼ੈਕਟਿਵ ਨੂੰ ਫਸਾਉਣ ਲਈ। ਇੱਕ ਡਾਕੂਮੈਂਟ ਫਾਲਸ, ਫੈਬਰੀਕੇਟਡ, ਬੈਕਡੇਟਡ ਤਿਆਰ ਕੀਤਾ ਉਹਨੇ। ਉਹਦੇ ਬਾਵਜੂਦ ਤੁਸੀਂ ਕ੍ਰਿਮੀਨਲ ਕੇਸ ਦਰਜ ਨਹੀਂ ਕਰਾਉਂਦੇ। ਤੁਸੀਂ ਕਹਿੰਦੇ ਅਕਾਲ ਤਖਤ ਸਾਹਿਬ ਤੇ ਆ ਜਾਓ, ਉੱਥੇ ਮਾਫੀ ਮੰਗ ਲਓ ਤੇ ਘਰਾਂ ਨੂੰ ਜਾਓ। ਇਹ ਕਿਵੇਂ ਹੋ ਜਾਊਗਾ? ਤੁਸੀਂ ਪਹਿਲੀ ਗੱਲ ਤੇ ਜਿਹੜੇ ਡਾਕੂਮੈਂਟ ਪਾਉਂਦੇ ਜੇ ਉਹਦੀ ਕ੍ਰੈਡੀਬਿਲਿਟੀ ਬਿਲਕੁਲ ਖਤਮ ਹੋ ਗਈ। ਤੁਹਾਡਾ ਇੱਕ ਡਾਕੂਮੈਂਟ ਉਹਦੇ ਤੋਂ ਬਾਅਦ ਤਿਆਰ ਹੋਇਆ ਜਿਹੜਾ ਉਹ ਵਿੱਚ ਮੈਂਸ਼ਨ ਹੈ। ਔਰ ਦੂਸਰਾ ਜਿਹੜਾ ਚਾਰਟਰਡ ਅਕਾਊਂਟੈਂਟ ਜਾਲੀ ਕਾਗਜ਼ ਬਣਾ ਕੇ ਤੁਹਾਨੂੰ ਕਟਹਿਰੇ 'ਚ ਖੜੇ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਵਿੱਚ ਮੈਂਸ਼ਨ ਆ। ਰਿਪੋਰਟ 'ਚ ਉਹਨਾਂ ਨੇ ਡਿਟੇਲ ਤੇ ਲਿਖਿਆ ਵੀ ਉਹ ਕਿਤੇ ਵੀ ਉਹਦੀ ਐਂਟਰੀ ਨਹੀਂ ਹੈਗੀ। ਫਿਰ ਨਾ ਪ੍ਰਧਾਨ ਤੇ ਨਾ ਐਗਜ਼ੈਕਟਿਵ ਜਿਹੜਾ ਉਸ ਬੰਨੇ ਨੂੰ ਜਾਣਾ ਨਹੀਂ ਚਾਹੁੰਦੇ, ਕਿਉਂਕਿ ਚਾਰਟਰਡ ਅਕਾਊਂਟੈਂਟ ਸੁਖਬੀਰ ਬਾਦਲ ਦਾ ਆਪਣੀਆਂ ਕੰਪਨੀਆਂ ਦਾ ਸਾਰਾ ਉਹਦਾ ਜਿਹੜਾ ਟਰਾਂਸਪੋਰਟ ਦਾ, ਮਾਈਨਿੰਗ ਦਾ, ਕੇਬਲ ਦਾ ਸਾਰਾ ਜਿਹੜਾ ਬਿਜ਼ਨਸ ਹੈ ਉਹਦਾ ਉਹ ਵੇਖਦਾ ਵਾ। ਤੇ ਇਸ ਕਰਕੇ ਤੁਸੀਂ ਉਹਦੇ ਖਿਲਾਫ ਕਾਰਵਾਈ ਨਹੀਂ ਕਰ ਸਕਦੇ। ਇਹਦੇ ਲਈ ਤੁਸੀਂ ਉਹਨੂੰ ਬਚਾਉਣ ਲਈ ਚੱਲ ਪਏ। ਤੁਸੀਂ ਇਹ ਵੇਖੋ ਕਿੱਡੀ ਹੈਰਾਨੀ ਵਾਲੀ ਗੱਲ ਹੈ ਵੀ ਤੁਸੀਂ ਸਸਪੈਂਡ ਕਰਨ ਦੇ ਜੀ ਮੁਲਾਜ਼ਮਾਂ ਨੂੰ, ਜਿਹੜੇ ਤੁਹਾਡੇ ਅਧਿਕਾਰੀ ਹੈ, ਤੁਸੀਂ ਉਹਨਾਂ ਨੂੰ ਡਿਸਮਿਸ ਕਰਨ ਦੇ ਜੇ, ਤੁਸੀਂ ਉਹਨਾਂ ਤੇ ਐਲੀਗੇਸ਼ਨ ਲਾਉਂਦੇ ਜੇ। ਤੁਸੀਂ ਕਿਸੇ ਨੂੰ ਡਿਸਮਿਸਲ ਆਰਡਰ ਨਹੀਂ ਦਿੱਤਾ, ਕਿਸੇ ਨੂੰ ਸਸਪੈਂਸ਼ਨ ਆਰਡਰ ਨਹੀਂ ਦਿੱਤਾ, ਗਾਂ ਚਾਰਜ ਸ਼ੀਟ ਤੁਸੀਂ ਇਸ਼ੂ ਕਰਨੀ ਹੈ। ਤੁਸੀਂ ਤੇ ਲਾਅ ਵੀ ਫੋਲੋ ਨਹੀਂ ਕਰਦੇ, ਫਿਰ ਤੁਸੀਂ ਕਿਤੇ ਸਾਨੂੰ ਕਾਨੂੰਨ ਲਾਗੂ ਨਹੀਂ। ਸ਼੍ਰੋਮਣੀ ਕਮੇਟੀ ਇੱਕ ਐਕਟ ਦੇ ਅਧੀਨ ਆ, ਭਾਰਤ ਦਾ ਕੰਸਟੀਟਿਊਸ਼ਨ ਜਿਹੜਾ ਉਹਨੂੰ ਉਹ ਫੋਲੋ ਕਰਨਾ ਪੈਂਦਾ ਵਾ ਇਹਨਾਂ ਨੂੰ। ਈਵਨ ਇਹਨਾਂ ਨੇ FIR ਦਰਜ ਕਰਾਈਆਂ, ਜਦੋਂ ਕੋਈ ਮੁਲਾਜ਼ਮ ਫਰਾਡ ਕਰਦਾ ਵਾ ਤੇ FIR ਦਰਜ ਕਰਾਉਂਦੇ ਆ। ਫਿਰ ਉਹਦੇ ਤੋਂ ਤੁਸੀਂ ਕਿਉਂ ਭੱਜਦੇ ਜੇ? ਤੁਹਾਨੂੰ ਰਿਪੋਰਟ ਜਨਤਕ ਕਰਨੀ ਚਾਹੀਦੀ ਆ। ਇਹ ਸੰਗਤ ਨੂੰ ਦੱਸਣਾ ਚਾਹੀਦਾ ਵੀ 328 ਸਰੂਪ ਭਾਵੇਂ ਕਿਸੇ ਨੇ ਪੈਸੇ ਦੇ ਲਈ ਫਰਾਡ ਕਰਨ ਲਈ ਬਾਹਰ ਸਰੂਪ ਜਿਹੜੇ ਕਿਸੇ ਨੂੰ ਦੇ ਤੇ ਭੇਟਾ ਖਾ ਲਈ ਆ, ਜੇਵੇ 'ਚ ਪਾ ਲਈ ਆਪਣੇ 'ਚ, ਉਹਦੇ ਬਾਵਜੂਦ ਦੱਸਣਾ ਪਊ। ਇੱਥੇ ਮੈਂ ਇੱਕ ਚੀਜ਼ ਹੋਰ ਐਡ ਕਰਦਾ, ਇਹ ਬਿਲਕੁਲ ਜਿਹੜੀ ਆ ਸੱਚੀ ਗੱਲ ਨਹੀਂ ਗੀ ਵੀ ਹੁਣ ਪਤਾ ਲੱਗਾ। 2012-13 ਦੀ ਰਿਪੋਰਟ ਆ ਸਾਡੇ ਕੋਲ, 2013-14 ਦੀ ਰਿਪੋਰਟ ਆ, 2014-15 ਦੀ ਰਿਪੋਰਟ ਆ, 2018 ਦੀ ਰਿਪੋਰਟ ਆ, 2019 ਦੀ ਰਿਪੋਰਟ ਆ, 2020 ਦੀ ਰਿਪੋਰਟ ਆ। ਸ਼੍ਰੋਮਣੀ ਕਮੇਟੀ ਨੂੰ ਟਾਈਮ ਤੋਂ ਟਾਈਮ ਪਤਾ ਲੱਗਦਾ ਰਿਹਾ ਵੀ ਇੱਥੇ ਮਹਾਰਾਜ ਦੇ ਪਾਵਨ ਸਰੂਪਾਂ 'ਚ ਜਿਹੜੇ ਬਾਹਰ ਦੇ ਪ੍ਰਦੇਸ਼ਾਂ 'ਚ ਜਾਂਦੇ ਆ, ਦੂਜੀਆਂ ਸਟੇਟਾਂ 'ਚ ਜਾਂਦੇ, ਉਹਦੇ ਜਿਹੜੇ ਫੰਡ, ਜਿਹੜੀ ਭੇਟਾ ਵਾ ਉਹ ਵਾਪਸ ਆ ਕੇ ਜਮ੍ਹਾਂ ਨਹੀਂ ਹੁੰਦੀ। 2018 'ਚ ਫਲਾਈਂਗ ਡਿਪਾਰਟਮੈਂਟ ਨੇ ਇੱਕ ਰਿਕਮੈਂਡੇਸ਼ਨ ਕੀਤੀ, 9,82,000 ਅਮਾਊਂਟ ਰਿਕਵਰ ਕੀਤੀ। ਨਾਲ ਰਿਕਮੈਂਡੇਸ਼ਨ ਕੀਤੀ ਵੀ ਜਿਹੜਾ ਇਹ ਬਾਜ ਸਿੰਘ ਆ ਤੇ ਕਵਲਜੀਤ ਸਿੰਘ, ਇਹਨਾਂ ਨੂੰ ਕਿਸੇ ਵੀ ਜਿਹੜੀ ਜ਼ਿੰਮੇਵਾਰ ਪੋਸਟ ਤੇ ਨਾ ਲਾਇਆ ਜਾਵੇ। ਉਹਦੇ ਬਾਵਜੂਦ ਉਹਨਾਂ ਨੂੰ ਇਹਨਾਂ ਪੋਸਟਾਂ ਤੋਂ ਨਾ ਬਦਲਣਾ ਤੇ ਬਾਜ ਸਿੰਘ ਨੂੰ ਦੁਬਾਰਾ ਪਾਵਨ ਸਰੂਪਾਂ ਦੀ ਬੱਸ ਦੇ ਨਾਲ ਭੇਜਣਾ, ਇਹ ਸਾਬਤ ਕਰਦਾ ਵਾ ਵੀ ਇਹ ਸਿਰਫ ਹੇਠਲੇ ਲੈਵਲ ਤੇ ਨਹੀਂ, ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਐਗਜ਼ੈਕਟਿਵ ਦੇ ਕਿਸੇ ਮੈਂਬਰ ਦੀ ਜਾਂ ਜਿਹੜੇ ਸਕੱਤਰ ਲੈਵਲ ਦੇ ਜਿਹੜੇ ਉਹਨਾਂ ਦੀ ਇਹਨਾਂ ਨੂੰ ਸਪੋਰਟ ਸੀ, ਤਾਂ ਹੀ ਇਹਨਾਂ ਨੂੰ ਕੋਈ ਬਦਲ ਨਹੀਂ ਸਕਿਆ। ਨਹੀਂ ਤੇ ਇੱਕ ਆਮ ਮੁਲਾਜ਼ਮ ਦੀ ਕੀ ਹਿੰਮਤ ਹੈਗੀ ਕਿ 2012 'ਚ ਫੜਿਆ ਜਾਵੇ ਫਰਾਡ ਕਰਦਾ,
ਫਿਰ 2013 'ਚ ਫੜਿਆ ਜਾਵੇ, 14 'ਚ ਫੜਿਆ ਜਾਵੇ, ਫਿਰ 18 'ਚ ਫੜਿਆ ਜਾਵੇ। ਇਹ ਕਦੀ ਹੋ ਸਕਦਾ ਵਾ? ਇਹ ਜਾਂ ਤੇ ਪਿੱਛੇ ਜਿਹੜਾ ਪੋਲੀਟੀਕਲ ਸਰਬ ਜੀ ਮਾਸਟਰ ਇਹਨਾਂ ਦੇ ਜਿਹੜੇ ਹੈਗੇ ਆ ਉਹ ਆਪਣੇ ਪਿੱਛੇ ਇਨਵੋਲਵ, ਜਾਂ ਪ੍ਰਧਾਨ ਇਨਵੋਲਵ ਆ, ਜਾਂ ਇਹ ਪੈਸੇ ਦਿੰਦੇ ਆ। ਕਿਉਂਕਿ ਸਾਡੇ ਕੋਲ ਹੋਰ ਵੀ ਕੇਸ ਹੈਗੇ ਆ ਜਿਹਦੇ ਵਿੱਚ ਰਿਸ਼ਵਤਾਂ ਜਿਹੜੀਆਂ ਉੱਪਰ ਤੱਕ ਦਿੱਤੀਆਂ ਜਾਂਦੀਆਂ, ਪ੍ਰਾਪਰਟੀਆਂ 'ਚ ਕਿਵੇਂ ਫਰਾਡ ਕਰਦੇ ਆ, ਕਿਵੇਂ ਪ੍ਰਸ਼ਾਦ ਦੇ 'ਚ ਘਪਲੇ ਕਰਦੇ ਆ, ਇਹ ਸਾਰਾ ਕੁਝ ਸਾਡੇ ਕੋਲ ਆਇਆ ਆ। ਪਰ ਇਹ ਕੇਸ ਇੱਕ ਵੱਖਰੀ ਤਰ੍ਹਾਂ ਦਾ ਕੇਸ ਸਰ ਹੈ, ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕੇਸ ਹੈ, ਇਸ ਕਰਕੇ ਅਸੀਂ ਉਹਨਾਂ ਨੂੰ ਇਹਦੇ ਨਾਲ ਜਿਹੜਾ ਅਟੈਚ ਨਹੀਂ ਕਰਨਾ ਚਾਹੁੰਦੇ। ਜੀ ਸਰਬਜੀਤ ਸਿੰਘ, ਤੁਹਾਡਾ ਬਹੁਤ ਬਹੁਤ ਧੰਨਵਾਦ। 2-2 ਮਿੰਟ ਆਪਾਂ ਭੁਪਿੰਦਰ ਸਿੰਘ ਜੀ, ਆਪਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ ਤੇ ਆਪਾਂ ਤਾਂ ਬਾਹਰ ਬੈਠੇ ਹਾਂ ਕਿਉਂਕਿ ਸਰਬਜੀਤ ਸਿੰਘ ਜੀ ਤੇ ਭੈਣ ਜੀ ਇੰਡੀਆ ਟਾਈਮ ਜ਼ਿਆਦਾ ਹੋ ਗਿਆ। ਭੁਪਿੰਦਰ ਸਿੰਘ ਜੀ, ਕੀ ਹੋਰ ਕੋਈ ਗੱਲ ਹੈ ਜਿਹੜੀ ਮੈਂ ਪੁੱਛਣੀ ਭੁੱਲ ਗਿਆ ਭੈਣ ਜੀ ਨੂੰ? ਸੁਖਵਿੰਦਰ ਵੀਰ ਜੀ ਰਿਕੁਐਸਟ ਹੈ 5-7 ਮਿੰਟ ਦੀ ਗੱਲ ਹੋਰ, ਕੋਈ 5-7 ਮਿੰਟ ਦੀ ਗੱਲ ਹੋ ਰਹੀ, ਵੱਧ ਜਾਏ ਕੋਈ ਫਰਕ ਨਹੀਂ ਪੈਂਦਾ। ਇਹ ਵਿਸ਼ਾ ਬਹੁਤ ਗੰਭੀਰ ਹੈ ਔਰ ਅੱਜ ਸਾਡੇ ਨਾਲ ਬੜੇ ਮੌਜੂਦ ਸਤਿਕਾਰਯੋਗ ਬੀਬੀ ਜੀ ਨਾਲ ਨੇ, ਜਿਸ ਤਰ੍ਹਾਂ ਉੱਥੇ ਹਿਊਮਨ ਰਾਈਟ ਦੇ ਨੇ, ਆਪਾਂ 2-4 ਗੱਲਾਂ ਪੁੱਛ ਲਈਏ। ਮੈਂ ਬੜਾ ਖੁਸ਼ ਹਾਂ ਬੀਬੀ ਜੀ ਨੇ ਇਹ ਤੇ ਥੋੜੀ ਸ਼ੋਰਟੀ ਰੱਖਦੇ ਆ ਵੀ ਹੱਲੇ ਸਾਹਿਬ ਮਾਰੇ ਦੇ ਸਰੂਪਾਂ ਦੇ ਵਿੱਚ ਚੇਂਜਸ ਜਿਹੜੀਆਂ ਨੇ ਸ਼ਾਇਦ ਹੱਲੇ ਨਹੀਂ ਹੋਈਆਂ, ਬਟ ਇਹ ਕੋਈ ਪਤਾ ਨਹੀਂ ਕਦੋਂ ਹੋ ਜਾਣ। ਪੁਰਾਣੇ ਸਰੂਪਾਂ 'ਚ ਕਿਧਰੇ ਚੇਂਜਸ ਹੁੰਦੀਆਂ ਨੇ, ਬੜੀ ਲੇਟ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਚੀਜ਼ ਜਿਹੜੀ ਲਿਖਤ ਬੜੀ ਬਦਲੀ ਗਈ ਹੈ। ਸ਼ੁਰੂ ਵਿੱਚ ਲੱਕੜ ਦੇ ਛਾਪੇ ਦੇ ਵੀ ਸਰੂਪ ਛਪਦੇ ਸੀਗੇ, ਉਹ ਲੱਕੜ ਦੇ ਛਾਪਾ ਜਿਹੜਾ ਇੱਕੋ ਹੀ ਵਾਰੀ ਬਣਦਾ ਸੀ, ਲੇਕਿਨ ਮੇਰੇ ਕੋਲ ਕਈ ਸਰੂਪਾਂ ਦਾ ਉਦਾਹਰਨ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਵਿੱਚ ਜਿਹੜੇ ਬਦਲੇ ਹੋਏ ਆ। ਚਲੋ ਇਹ ਸਮਾਂ ਆ ਕੇ ਪਤਾ ਲੱਗੇਗਾ ਵੀ ਕਦੋਂ ਕਿਹੜੀ ਛਪਾਈ ਬਦਲਦੀ, ਕਿਹੜੀ ਨਹੀਂ ਬਦਲਦੀ। ਗੱਲ ਅੱਜ ਇਹ ਹੈਗੀ ਕਿ ਜਿਹੜੇ ਸਰੂਪ ਚਲੇ ਗਏ ਉਹ ਕੱਲੇ ਸਿੱਖ ਕੋਲ ਜਾਂਦੇ ਨਾ 325 ਸਰੂਪਾਂ ਚੋਂ ਮੈਂ ਕਹਿੰਦਾ ਚਲੋ 5, 10, 20, 25 ਜਿਹੜੇ ਸਰੂਪ ਨੇ ਉਹ ਕਿਸੇ ਨਾ ਕਿਸੇ ਕਾਰਨ ਜਿਹੜੇ ਸਾਨੂੰ ਅਗਨ ਪੇਟ ਕਰਨੇ ਪਏ, ਬਾਅਦ ਵਿੱਚ ਵੀ ਉਹਨਾਂ ਕੋਤਾਹੀਆਂ ਹੋ ਸਕਦੀਆਂ। ਕੁਝ ਇੱਕ ਐਗਜ਼ਾਮਪਲ ਲੈ ਲੈਂਦੇ ਆ। ਬਾਕੀ 300 ਸਰੂਪ ਅਗਰ ਇੱਕ ਕੱਲੇ ਪਰਿਵਾਰ ਦੇ ਘਰ ਜਾਣੇ ਤਾਂ ਤੁਸੀਂ ਸੋਚੋ ਕਿੰਨਾ ਲੰਬਾ ਟਾਈਮ ਹੈ। ਉਹ ਵੇਰਕਾ ਸਾਹਿਬ ਦੀ ਜਿਹੜੀ ਗੱਲ ਤੋਂ ਅਸੀਂ ਥੋੜਾ ਲਾ ਸਕਦੇ ਹਾਂ ਵੀ ਰਿਪੋਰਟਾਂ ਦੇ ਵਿੱਚ ਆਂਦਾ ਪਿਆ ਘਟਦੇ ਪਏ ਨੇ। ਹੁਣ ਉਹਦੇ ਬਾਅਦ ਜਦੋਂ ਸਾਰੇ ਘਟਣ ਦੀ ਗੱਲ ਇਕੱਠੀ ਆ ਜਾਂਦੀ ਹੈ ਤੇ ਦੇਖੋ ਸ਼੍ਰੋਮਣੀ ਕਮੇਟੀ ਜਿਹਦਾ ਕੰਮ ਹੈ, ਭਾਵੇਂ ਪ੍ਰਧਾਨ ਐਗਜ਼ੈਕਟਿਵ ਦਾ ਉਹ ਕਿਵੇਂ ਲੱਗਦੇ ਆ ਪ੍ਰਧਾਨ, ਉਹ ਕਿਵੇਂ ਗੱਲ ਛੁਪਾ ਰਹੇ ਆ ਔਰ ਛੁਪਾਉਣ ਲਈ ਅਕਸਰ ਇਹ ਕੰਮ ਕੀਤਾ ਗਿਆ। ਜਿਹੜੀ ਮੁੱਦਾ ਵੱਡਾ ਭਖਦਾ ਹੈ ਕੌਮ ਦੇ ਵਿੱਚ, ਉਹਨੂੰ ਛੁਪਾਉਣ ਲਈ ਜਾਂ ਉਹਨੂੰ ਮੁਕਾਉਣ ਲਈ ਉਹ ਕੀ ਕਰਦੇ ਆ ਕਿ ਚੁੱਕ ਕੇ ਜਥੇਦਾਰ ਦੇ ਕੋਰਟ ਦੇ ਵਿੱਚ ਪਾ ਦਿੰਦੇ ਆ। ਇੱਥੇ ਵੀ ਇਦਾਂ ਹੀ ਹੋ ਰਿਹਾ ਸੀਗਾ ਕਿ ਚਿੜੀ ਸਿੱਕਾ ਸ਼ੁਰੂ ਹੋਇਆ, ਇਹਨਾਂ ਨੇ ਕਿਹਾ ਜੀ ਚੱਲ ਵੀ ਉਹ ਚਿੜੀ ਗਈ, ਹੁਣ ਜਥੇਦਾਰ ਆਪੇ ਸਾਂਭ ਲਏਗਾ। ਜਥੇਦਾਰ ਐਤਕੀ ਥੋੜੇ ਸਿਆਣੇ ਨਿਕਲਿਆ, ਉਹਨਾਂ ਨੇ ਆਪਣੀ ਰਿਪੋਰਟ ਬਣਾਈ, ਲੇਕਿਨ ਉਹਦੇ ਵਿੱਚ ਵੀ ਉਹ ਕਮਜ਼ੋਰ ਥੋੜੇ ਰਹਿ ਗਏ। ਹੁਣ ਉਹਨਾਂ ਨੂੰ ਆਪਣੀ ਗੱਲ ਤੇ ਆਉਣਾ ਚਾਹੀਦਾ ਹੈ। ਕਹਿੰਦੇ ਨੇ ਕਿ ਵੀ ਮੈਂ FIR ਦਰਜ ਕਰਾਵਾਂ, ਰਿਪੋਰਟ ਤਾਂ ਇਹਦੇ ਲਈ ਇਨਕੁਆਇਰੀ ਕਰਾਂਗਾ ਵੀ ਕੱਲੇ ਨੂੰ ਦੋਸ਼ੀ ਜਿਹੜੇ ਸਾਬਤ ਹੋਣਗੇ ਉਹਨਾਂ ਨੂੰ ਸਜ਼ਾ ਮਿਲੇਗੀ। ਹੁਣ ਅੱਜ ਬੜੀ ਵੱਡੀ ਹੈਰਾਨੀ ਦੀ ਗੱਲ ਹੈ ਵੀ ਜਿਨ੍ਹਾਂ ਕੋਲੋਂ ਰਿਪੋਰਟ ਤਿਆਰ ਹੁੰਦੀ ਹੈ ਉਹਦੇ ਵਿੱਚ ਵੀ ਇਹ ਕੁਐਸਚਨ ਮਾਰਕ ਨਿਕਲ ਗਿਆ। ਅੱਜ ਸਰਬਜੀਤ ਵੀਰ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਪੁਆਇੰਟ ਕੱਢ ਲਿਆ ਵੀ ਰਿਪੋਰਟ ਜਿਹੜੀ ਹੈ 23 ਨੂੰ ਸਾਈਨ ਹੋ ਗਈ ਤੇ 24 ਦਾ ਜ਼ਿਕਰ ਕਿਵੇਂ ਆ ਗਿਆ, ਇੱਕ ਦਿਨ 24 ਦਾ ਜ਼ਿਕਰ ਕੀਤਾ ਜੀ। ਇਹ ਤਾਂ ਅੱਜ ਮੈਂ ਕਹਿ ਰਿਹਾ ਇਹ ਇਹਨਾਂ ਦੀਆਂ ਜਿਹੜੀਆਂ ਇਹ ਗੱਲਾਂ ਕਰਦੇ ਆ ਪ੍ਰਧਾਨਾਂ ਨੇ ਜਾਂ ਐਗਜ਼ੈਕਟਿਵ ਨੇ ਆਪਣੀਆਂ ਚੋਰੀਆਂ ਛੁਪਾਉਣ ਲਈ, ਇਹ ਗੱਲ ਸਾਹਮਣੇ ਆ ਗਈ। ਇਹ ਤਾਂ ਸਪਸ਼ਟ ਆ ਗਈ ਵੀ ਤੁਸੀਂ ਝੂਠ ਔਰ ਅੱਜ ਤੁਸੀਂ ਇਹ ਫੜੇ ਗਏ। ਹੁਣ ਮੈਨੂੰ ਦੱਸੋ ਸਿੰਘ ਸਾਹਿਬ ਜੀ, ਇਹ ਸਿੰਘ ਸਾਹਿਬ ਵੀ ਦੱਸਣ ਕਿ ਹੁਣ ਤੁਸੀਂ ਦੱਸੋ ਵੀ ਤੁਸੀਂ ਇੱਕ ਅਹੁਦੇ ਤੇ ਹੋ, ਭਾਵੇਂ ਠੀਕ ਹੈ ਤੁਸੀਂ ਇੱਕ ਮੁਲਾਜ਼ਮ ਹੋ, ਸ਼੍ਰੋਮਣੀ ਕਮੇਟੀ ਵੱਲੋਂ ਤੁਸੀਂ ਇੱਕ ਮੁਲਾਜ਼ਮ ਹੋ, ਤਨਖਾਹ ਲੈਂਦੇ ਹੋ, ਲੇਕਿਨ ਜਦੋਂ ਤੁਸੀਂ ਇੱਕ ਅਹੁਦੇ ਤੇ ਆ ਗਏ ਤੇ ਤੁਸੀਂ ਅਹੁਦੇਦਾਰ ਹੋ, ਤੁਸੀਂ ਹੁਣ ਉਸ ਗੱਦੀ ਨਾਲ ਕਿਵੇਂ ਵਫਾਦਾਰੀ ਔਰ ਕਿਵੇਂ ਉਹਦੇ ਨਾਲ ਇਨਸਾਫ ਕਰੋਗੇ ਵੀ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਥੱਲੇ ਤੱਕ ਦੀ ਕਿਵੇਂ ਸਜ਼ਾਵਾਂ ਦੋਗੇ। ਈਵਨ ਜਿਨ੍ਹਾਂ ਨੇ ਰਿਪੋਰਟ ਬਣਾਈ ਜਿਹੜੇ ਦੋ ਵਕੀਲ ਤੇ ਚਾਰਟਰਡ ਅਕਾਊਂਟੈਂਟ ਨੇ, ਇਹਨਾਂ ਨੂੰ ਸਜ਼ਾ ਕਿਵੇਂ ਦਿਓਗੇ। ਫਿਰ ਸਾਡੇ ਜਿੰਨੇ ਸ਼੍ਰੋਮਣੀ ਕਮੇਟੀ ਦੇ ਜਿੰਨੇ ਮੈਂਬਰ ਨੇ ਉਹ ਦੱਸਣ ਕਿ ਉਹ ਹੁਣ ਇਹਨਾਂ ਬਾਰੇ ਕਿਸ ਤਰ੍ਹਾਂ ਦੀ ਗੱਲਾਂ ਕਰਨਗੇ ਔਰ ਇਹਦਾ ਇਨਸਾਫ ਕਿਵੇਂ ਮਿਲੇਗਾ ਸਿੱਖਾਂ ਨੂੰ, ਇਹ ਸੱਚਾਈ ਕਿਵੇਂ ਬਾਹਰ ਆਏਗੀ। ਜਿਹੜੇ ਦੋਖੀ ਨੇ ਉਹਨਾਂ ਨੂੰ ਕਿਵੇਂ ਅਸੀਂ ਲੋਕ ਇਹ ਸਜ਼ਾ ਦੇ ਸਕਦੇ ਹਾਂ। ਇਹ ਆਪ ਸਜ਼ਾ ਦੇਣ ਵਾਲਾ ਕੰਮ ਨਹੀਂ ਹੈ ਕਿ ਮੈਂ ਆਪਣੇ ਘਰ ਦੇ ਦਿਆਂਗਾ, 2 ਚਪੇੜਾ ਮਾਰਾਂਗਾ ਤੇ ਬੱਚੇ ਨੂੰ ਸੁਲਾ ਲਾਂਗਾ ਨਾ। ਇਹ ਹਰ ਸਿੱਖ ਦਾ ਹੁਣ ਮਤਲਬ ਹੈ। ਹੁਣ ਇਹਨੂੰ ਸਜ਼ਾ ਕਿਵੇਂ ਮਿਲੇਗੀ ਕਿ ਤੁਹਾਡੇ ਕੋਲ ਜੇਲਾਂ ਬਣਾਈਆਂ ਨੇ ਜਿਹਦੇ ਤੁਸੀਂ ਜੇਲਾਂ ਹੀ ਸੁੱਟੋਗੇ 15-15 ਸਾਲ ਇਹਨਾਂ ਨੂੰ। ਸ਼੍ਰੋਮਣੀ ਕਮੇਟੀ ਨੇ ਜੇਲ੍ਹ ਬਣਾਈ ਹੈ, ਦੱਸੋ ਅਗਰ ਉਹ ਬਣਾਈ ਹੈ ਤੇ ਉਹਦੇ ਸੁੱਟਣਗੇ। ਇਹ ਤੇ ਆਪਣੇ ਚ ਅਸੀਂ ਸਜ਼ਾ ਦੇਾਂਗੇ, ਅਸੀਂ ਸਮਰੱਥ ਹਾਂ। ਜੇ ਤੁਸੀਂ ਸਮਰੱਥ ਹੁੰਦੇ ਤੇ ਅੱਜ ਬਾਹਰ ਦਾ ਸਿੱਖ ਜਾਂ ਆਮ ਸਿੱਖ ਰੋਂਦਾ ਨਾ। ਤੁਸੀਂ ਸਿੱਖ ਨੂੰ ਸੰਭਾਲ ਕੇ ਰੱਖਦੇ, ਤੁਸੀਂ ਸਿੱਖੀ ਵਧਾਉਂਦੇ, ਸਿੱਖੀ ਘਟਾਉਂਦੇ ਨਾ। ਤੁਸੀਂ ਸਮਰੱਥ ਨਹੀਂ ਹੋ, ਇਹ ਆਪਣੀਆਂ ਗਲਤੀਆਂ ਮੰਨਣੀਆਂ ਪੈਣੀਆਂ। ਭੁਪਿੰਦਰ ਸਿੰਘ ਜੀ, ਮੈਂ ਭੈਣ ਜੀ ਕਿਰਨਜੋਤ ਕੌਰ ਜੀ ਤੁਹਾਡੇ ਕੋਲ ਆਉਣਾ, ਮੈਂ ਸਵਾਲ ਤੁਹਾਨੂੰ ਰੱਖ ਦਿੰਦਾ, ਫਿਰ ਤੁਸੀਂ ਮੈਂ ਇਹਨਾਂ ਦਾ ਜਵਾਬ ਦੇ ਦਿਆਂ। ਪਹਿਲੇ ਤੁਸੀਂ ਸਵਾਲ ਬਾਅਦ ਚ ਕਰਨਾ ਜੀ, ਮੈਂ ਪਹਿਲੇ ਇਹਨਾਂ ਦਾ ਜਵਾਬ ਦਿਆਂ। ਨਹੀਂ, ਮੇਰੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੋਣਾ। ਮੈਂ ਤੇ ਟਰਸਟ ਕਰੋ, ਮੈਂ ਤੁਹਾਨੂੰ ਮੈਨੂੰ ਪਤਾ ਤੁਹਾਡਾ ਜਵਾਬ ਉਹਦੇ ਚ ਹੀ ਹੈ ਜਿਹੜਾ ਮੈਂ ਸਵਾਲ ਪੁੱਛਣ ਲੱਗਾ ਤੁਹਾਨੂੰ। ਮੈਂ ਤੁਹਾਨੂੰ ਇਹ ਪੁੱਛਣ ਲੱਗਾ, ਜਦੋਂ ਅਸੀਂ ਸੰਸਥਾ ਦੇ ਵਿੱਚ ਕੰਮ ਕਰਦੇ ਆ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਇਸ ਕਰਕੇ ਕਰਦਾ ਕਿ ਤੁਹਾਡਾ ਵੱਡਾ ਪਨ ਹੈ ਕਿ ਤੁਸੀਂ ਸਾਡੇ ਨਾਲ ਸ਼ਮੂਲੀਅਤ ਕੀਤੀ। ਲੇਕਿਨ ਜਿਹੜੇ ਦਰਦ ਦੇ ਵਿੱਚੋਂ ਗੱਲ ਭਾਵੇਂ ਭੁਪਿੰਦਰ ਸਿੰਘ ਕਰ ਰਹੇ ਨੇ, ਭਾਵੇਂ ਦਾਸ ਸੁਖਵਿੰਦਰ ਸਿੰਘ ਕਰ ਰਿਹਾ ਤੇ ਭਾਵੇਂ ਸਰਬਜੀਤ ਸਿੰਘ ਜੀ ਕਰ ਰਹੇ ਨੇ, ਉਹਨੂੰ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ। ਅਸੀਂ ਇਸ ਗੱਲ ਨੂੰ ਵੀ ਸਮਝਦੇ ਹਾਂ ਕਿ ਤੁਹਾਡੀਆਂ ਵੀ ਕੋਈ ਲਿਮਿਟੇਸ਼ਨ ਨੇ, ਕਿ ਬਾਰਡਰ ਨੂੰ ਕ੍ਰਾਸ ਕਰਕੇ ਤੁਸੀਂ ਉਹ ਪਬਲਿਕ ਨਹੀਂ ਕਰ ਸਕਦੇ। ਮੈਂ ਸਮਝਦਾ ਪਾਰਟ,
ਪਰ ਇੱਕ ਗੁਰੂ ਦੇ ਸਿੱਖ ਹੋਣ ਦੇ ਨਾਤੇ, ਕਿਉਂਕਿ ਮਸਲਾ ਗੁਰੂ ਗ੍ਰੰਥ ਸਾਹਿਬ ਦਾ ਤੇ ਜਿਹੜੀ ਗੁਰੂ ਸਾਹਿਬ ਦੀਆਂ ਗੱਲਾਂ ਨੇ, ਤੇ ਉਸ ਤੋਂ ਬਾਅਦ ਸਾਡੇ ਕੋਲ ਹੈ ਨਹੀਂਗਾ ਕੁਝ ਵੀ। ਸੋ ਮੈਂ ਇਹ ਚਾਹੁੰਦਾ ਵੀ ਤੁਸੀਂ ਜਿਸ ਤਰ੍ਹਾਂ ਬੜੇ ਜਜ਼ਬੇ ਦੇ ਨਾਲ, ਜਾਂ ਹਮੇਸ਼ਾ ਹੀ ਤੁਹਾਡੀਆਂ ਸਲਾਮਾਂ ਅਸੀਂ ਦੇਖਦੇ ਆ, ਤੇ ਬਹੁਤ ਸੋਹਣੇ ਤੁਸੀਂ ਜਵਾਬ ਵਾਰਤਾਲਾਪ ਕੀਤੀ ਵੀ ਆ, ਤੇ ਉਸੇ ਜਜ਼ਬੇ ਦੇ ਨਾਲ ਮੈਂ ਚਾਹੁੰਦਾ ਕਿ ਇਮਾਨਦਾਰੀ ਦੇ ਨਾਲ ਜਿੰਨਾ ਕੁ ਤੁਸੀਂ ਲਿਮਿਟੇਸ਼ਨ ਦੇ ਅੰਦਰ ਰਹਿ ਕੇ ਜਰੂਰ ਦੱਸੋ ਸੰਗਤਾਂ ਨੂੰ ਵੀ ਜੋ ਕੁਝ ਹੋ ਰਿਹਾ, ਜਾਂ ਭਵਿੰਦਰ ਸਿੰਘ ਨੇ ਸਵਾਲ ਕੀਤੇ ਨੇ, ਹੁਣ ਤੁਸੀਂ ਕੰਟੀਨਿਊ ਰੱਖੋ, ਤੁਹਾਡਾ ਟਾਈਮ ਹੈ, ਜਦੋਂ ਸਮਾਪਤੀ ਕਰੋਗੇ ਆਪਾਂ ਸਮਾਪਤ ਕਰ ਲਾਂਗੇ ਜੀ। ਥੈਂਕ ਯੂ ਜੀ। ਦੇਖੋ, ਇਹ ਜਿਹੜਾ ਕੇਸ ਆਇਆ ਸੀ ਜਦੋਂ ਮਿਸਿੰਗ ਬੀੜਾਂ ਦਾ, ਉਸ ਵਕਤ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਸੀ, ਕਿਉਂਕਿ ਦਫ਼ਤਰ ਦਾ ਇਹ ਮਸਲਾ ਸੀ ਕਿ ਵੀ ਤੁਹਾਡੇ ਮੁਲਾਜ਼ਮ ਇਨਵੋਲਵ ਸੀ, ਤੁਹਾਡਾ ਸਟਾਫ ਇਨਵੋਲਵ ਸੀ, ਔਰ ਸ਼੍ਰੋਮਣੀ ਕਮੇਟੀ ਕੋਲ ਫਲਾਈਂਗ ਸਕੁਆਡ ਵੀ ਹੁੰਦੀ ਹੈ, ਇਹਨਾਂ ਕੋਲ ਪੜਤਾਲੀਆ ਵੀ ਬੰਦੇ ਹੁੰਦੇ ਹੈਗੇ, ਸਾਰੇ ਇਹਨਾਂ ਨੂੰ ਕਰਨਾ ਚਾਹੀਦਾ ਸੀ। ਔਰ ਜਿਹੜੀ ਪ੍ਰਧਾਨ ਨੇ ਇੱਕ ਸਬ ਕਮੇਟੀ ਬਣਾਈ ਸੀ ਜਿਹਦੇ ਵਿੱਚ ਕੁਝ ਐਗਜ਼ੈਕਟਿਵ ਮੈਂਬਰ ਵੀ ਪਾਏ ਸੀ, ਉਹਦੇ ਖਿਲਾਫ ਅਸੀਂ 5 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ, ਜਿਹਦੇ ਵਿੱਚ ਮੈਂ ਵੀ ਸ਼ਾਮਲ ਸੀ, ਅਸੀਂ ਲਿਖ ਕੇ ਪ੍ਰਧਾਨ ਨੂੰ ਦਿੱਤਾ ਕਿ ਜਿਹੜੀ ਤੁਸੀਂ ਸਬ ਕਮੇਟੀ ਬਣਾਈ ਹੈ, ਆਮ ਲੋਕਾਂ ਦਾ ਇਹਦੇ ਤੇ ਵਿਸ਼ਵਾਸ ਨਹੀਂ, ਤੇ ਮਿਹਰਬਾਨੀ ਕਰਕੇ ਤੁਸੀਂ ਸਬ ਕਮੇਟੀ ਨਿਰਪੱਖ ਗੁਰਸਿੱਖਾਂ ਦੀ ਬਣਾਓ ਤਾਂ ਕਿ ਕਮੇਟੀ ਦੀ ਕ੍ਰੈਡੀਬਿਲਿਟੀ ਬਣੇ। ਤੇ ਉਸ ਸਾਡੀ ਚਿੱਠੀ ਤੋਂ ਬਾਅਦ ਇਹਨਾਂ ਨੇ ਐਮਰਜੈਂਸੀ ਮੀਟਿੰਗ ਕਾਲ ਐਗਜ਼ੈਕਟਿਵ ਦੀ ਕੀਤੀ, ਔਰ ਇਹ ਜਿਹੜਾ ਕੇਸ ਹੈ, ਜਥੇਦਾਰ ਅਕਾਲ ਤਖਤ ਨੂੰ ਬੇਨਤੀ ਕੀਤੀ ਜੀ ਤੁਸੀਂ ਇਨਵੈਸਟੀਗੇਸ਼ਨ ਕਰਾਓ। ਹੁਣ ਇਹ ਜਥੇਦਾਰ ਅਕਾਲ ਤਖਤ ਦਾ ਕੰਮ ਨਹੀਂ ਸੀ, ਪਰ ਫਿਰ ਵੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਸੀ, ਜਥੇਦਾਰ ਜੀ ਨੇ ਅੱਗੇ ਜਾਂਚ ਕਮਿਸ਼ਨ ਬਣਾਇਆ, ਚਲੋ ਉਹਦੀ ਰਿਪੋਰਟ ਹੋਈ, ਔਰ ਮੈਂ ਦੇਖਿਆ ਕਿ ਜਿੰਨੀ ਮਿਹਨਤ ਦੇ ਨਾਲ ਉਹਨਾਂ ਨੇ ਕੰਮ ਕੀਤਾ, ਅਸੀਂ ਹੋ ਸਕਦਾ ਸਹਿਮਤ ਹੋਈਏ ਨਾ ਹੋਈਏ ਉਹਨਾਂ ਦੀ ਰਿਪੋਰਟ ਦੇ ਨਾਲ, ਉਹ ਵੱਖਰੀ ਗੱਲ ਹੈ, ਪਰ ਇਹ ਜਿਹੜੀ ਜਾਂਚ ਕਮਿਸ਼ਨ ਸੀ, ਇਹਨਾਂ ਨੇ ਬੜੀ ਮਿਹਨਤ ਦੇ ਨਾਲ ਤੇ ਬੜੀ ਸ਼ਰਧਾ ਦੇ ਨਾਲ ਆਪਣਾ ਟਾਈਮ ਇੱਥੇ ਲਾਇਆ, ਉਹਨਾਂ ਨੇ ਬਕਾਇਦਾ ਰਿਪੋਰਟ ਬਣਾਈ। ਰਿਪੋਰਟ ਜਿਹੜੀ ਉਹਨਾਂ ਨੇ ਬਣਾਈ, ਜਥੇਦਾਰ ਜੀ ਨੂੰ ਸਬਮਿਟ ਕੀਤੀ, ਜਥੇਦਾਰ ਜੀ ਨੇ ਉਹ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਦੇਤੀ ਕਿ ਲੋ ਜੀ ਤੁਸੀਂ ਕਿਹਾ ਸੀ ਪੜਤਾਲ ਕਰੋ, ਪੜਤਾਲ ਕਰਾਤੀ, ਇਹ ਰਿਪੋਰਟ ਰਹੀ ਤੇ ਇੱਥੇ ਕਰੋ ਐਕਸ਼ਨ। ਹੁਣ ਐਕਸ਼ਨ ਤਾਂ ਸ਼੍ਰੋਮਣੀ ਕਮੇਟੀ ਤੇ ਇਹਨਾਂ ਵੀ ਅੰਦਾਜ਼ਾ ਹੈਗਾ ਆਮ ਸਨਾ ਦੇ ਵਿੱਚ ਕਿੰਨਾ ਰੋਸ ਤੇ ਗੁੱਸਾ ਹੈ, ਤੇ ਉਹਨੂੰ ਠੰਡਾ ਕਰਨ ਲਈ ਇਹਨਾਂ ਨੇ ਜਿਹੜਾ ਤੱਤੇ ਪੈਰੀ ਮੀਟਿੰਗ ਬੁਲਾ ਕੇ ਸ਼ਾਰਟ ਨੋਟਿਸ ਤੇ ਐਮਰਜੈਂਸੀ ਮੀਟਿੰਗ ਬੁਲਾਈ ਤੇ ਅਨਾਉਂਸ ਕਰਤਾ ਜੀ ਸਾਰੇ ਦੇ ਸਾਰੇ ਮੁਲਾਜ਼ਮ ਡਿਸਮਿਸ ਜੀ, ਫੌਜਦਾਰੀ। ਬਾਅਦ ਦੇ ਵਿੱਚ ਇਹਨਾਂ ਨੂੰ ਹੋਸ਼ ਆਈ ਹੋਣੀ ਹੈ ਕਿ ਵੀ ਇਹ ਤੁਸੀਂ ਕਰ ਕੀ ਰਹੇ ਹੋ। ਆਖਰ ਮੁਲਾਜ਼ਮ ਨੂੰ ਡਿਸਮਿਸ ਕਰਨ ਵਾਸਤੇ ਵੀ ਤਾਂ ਤੁਹਾਡਾ ਕੋਈ ਤੌਰ ਤਰੀਕਾ ਹੈ, ਤੁਹਾਡਾ ਆਪਣੇ ਨਿਯਮ ਹੈਗੇ, ਤੁਸੀਂ ਉਹਨਾਂ ਨੂੰ ਚਾਰਜ ਸ਼ੀਟ ਕਰੋ, ਉਹਨਾਂ ਤੇ ਦੋਸ਼ ਲਗਾਓ, ਔਰ ਬਕਾਇਦਾ ਜਿਹੜਾ ਸਿਸਟਮ ਹੈ, ਜੇ ਪੜਤਾਲੀਆ ਕਮੇਟੀ ਉਹਨਾਂ ਤੇ ਦੋਸ਼ ਲਾ ਰਹੀ ਹੈ, ਤੁਸੀਂ ਦੋਸ਼ ਲਾ ਕੇ ਉਹਨਾਂ ਤੇ ਐਕਸ਼ਨ ਲਓ। ਪਰ ਉਸ ਵੇਲੇ ਤੱਤੇ ਪੈਰੀ ਇਹ ਕਹਤਾ ਜੀ ਡਿਸਮਿਸ, ਨਾਲ ਹੀ ਜੀ ਇਹਦੇ ਤੇ ਫੌਜਦਾਰੀ ਕੇਸ ਹੋਏਗਾ। ਬਾਅਦ ਦੇ ਵਿੱਚ ਖਿਆਲ ਆਇਆ ਤੇ ਇਹਨਾਂ ਨੇ ਹੁਣ ਫਿਰ ਯੂ ਟਰਨ ਲੈ ਲਿਆ। ਦੇਖੋ, ਮੈਂ ਸਮਝਦੀ ਹਾਂ ਪੁਲਿਸ ਦੇ ਵਿੱਚ ਇਹ ਕੇਸ ਲਿਜਾਣਾ ਹੀ ਗਲਤ ਸੀ, ਕਿਉਂਕਿ ਜਦੋਂ ਪੁਲਿਸ ਇਨਵੋਲਵ ਹੋਏਗੀ ਤੇ ਗ੍ਰੰਥ ਸਾਹਿਬ ਨੂੰ ਤੁਸੀਂ ਕਿਹੜਾ ਰੁਤਬਾ ਦਿਓਗੇ? ਮਾਲ ਬਰਾਮਦਗੀ ਦਾ ਪੁਲਿਸ ਕੀ ਕਾਰਵਾਈ ਕਰੇਗੀ? ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਕਿੱਥੋਂ ਲੈ ਕੇ ਆਏਗੀ? ਤੁਸੀਂ ਸਤਕਾਰ ਦੀਆਂ ਗੱਲਾਂ ਕਰਦੇ ਹੋ, ਪਰ ਗੱਲ ਕਰਨ ਲੱਗਿਆ ਸੋਚੋ ਤਾਂ ਸਹੀ ਕਿ ਪੁਲਿਸ ਦੇ ਹੱਥ ਦਿਓਗੇ ਤੇ ਪੁਲਿਸ ਤੁਹਾਡੀ ਸਿੱਖ ਪੁਲਿਸ ਥੋੜੀ ਹੈਗੀ ਹੈ। ਪੁਲਿਸ ਨੇ ਕੋਈ ਧਾਰਮਿਕ ਜਜ਼ਬੇ ਦੇ ਅਧੀਨ ਥੋੜਾ ਨਾ ਕੰਮ ਕਰਨਾ ਹੈ, ਔਰ ਉਹ ਫੈਸਲਾ ਹੀ ਗਲਤ ਸੀ। ਗੱਲ ਤਾਂ ਬਿਲਕੁਲ ਸਹੀ ਹੈਗੀ ਹੈ, ਗੱਲ ਤਾਂ ਇੱਥੇ ਪੈਸੇ ਦੀ ਹੇਰਾਫੇਰੀ ਵੱਡੇ ਪੱਧਰ ਦੇ ਉੱਪਰ ਹੈ, ਪਰ ਜੇ ਵੱਡੇ ਪੱਧਰ ਤੇ ਚਲੋ ਪੈਸੇ ਦੀ ਹੇਰਾਫੇਰੀ ਇੱਕ ਪਾਸੇ ਰੱਖੋ, ਗੱਲ ਫੇਰ ਜਿਹੜੀ ਅਸੀਂ ਪਹਿਲਾਂ ਸਾਰਿਆਂ ਨੇ ਕੀਤੀ ਹੈ, ਗੱਲ ਫੇਰ ਉੱਥੇ ਮੁੱਕਦੀ ਹੈ ਕਿ ਅਖੀਰ ਇਹ ਬੀੜਾ ਕਿਤੇ ਤਾਂ ਗਈਆਂ ਨਾ, ਜਦੋਂ ਤਿਆਰ ਹੋਈਆਂ, ਜਦੋਂ ਤੁਸੀਂ ਇਹਨਾਂ ਦੀ ਭੇਟਾ ਆਪਣੀ ਜੇਬ ਚ ਪਾ ਗਏ, ਉਹ ਕਿਤੇ ਤਾਂ ਬੀੜਾ ਗਈਆਂ, ਉਹ ਦੱਸੋ ਕਿੱਥੇ। ਔਰ ਇਹ ਜਿਹੜਾ ਆਈਡੈਂਟੀਫਿਕੇਸ਼ਨ ਇਹ ਸ਼੍ਰੋਮਣੀ ਕਮੇਟੀ ਦੇ ਅੰਦਰ ਹੀ ਸਟਾਫ ਮੌਜੂਦ ਹੈ ਜਿਹੜਾ ਕਰ ਸਕਦਾ ਹੈ। ਮੈਂ ਸਮਝਦੀ ਹਾਂ ਇਹ ਐਗਜ਼ੈਕਟਿਵ ਕਮੇਟੀ ਪ੍ਰਧਾਨ ਦੀ ਨਲਾਇਕੀ ਹੈ ਜੇ ਉਹ ਇਹ ਆਪਣੇ ਸਟਾਫ ਦੇ ਵਿੱਚੋਂ ਇਹ ਬੰਦੇ ਕੱਢ ਨਹੀਂ ਸਕਦੇ ਔਰ ਕੰਮ ਕਰਾ ਨਹੀਂ ਸਕਦੇ, ਕਿਉਂਕਿ ਯਕੀਨ ਮੰਨੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 80% ਸਟਾਫ ਜਿਹੜਾ ਉਹ ਅੱਜ ਵੀ ਜਿਹੜਾ ਗੁਰੂ ਦਾ ਡਰ ਭੈ ਰੱਖਦਾ ਹੈ। ਇੱਕ ਥੋੜਾ ਐਲੀਮੈਂਟ ਹੈਗਾ ਜਿਹੜਾ ਕਿ ਗਲਤ ਹੈ, ਔਰ ਉਹ ਜਿਹੜਾ ਗਲਤ ਐਲੀਮੈਂਟ ਹੈ ਉਹਨੇ ਸ਼੍ਰੋਮਣੀ ਕਮੇਟੀ ਦੀ ਵੀ ਬਦਨਾਮੀ ਕੀਤੀ ਹੈ, ਕਰਪਸ਼ਨ ਵੀ ਫੈਲਾਈ ਹੋਈ ਹੈ, ਔਰ ਅਜਿਹੀਆਂ ਗੱਲਾਂ ਵੀ ਕਰ ਰਿਹਾ ਜਿਹਦੇ ਨਾਲ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਦਨਾਮੀ ਹੈ। ਔਰ ਪ੍ਰਧਾਨ ਐਗਜ਼ੈਕਟਿਵ ਜ਼ਿੰਮੇਵਾਰ ਹੈ
ਜਿਹੜਾ ਕਿ ਅਜਿਹੇ ਕਿਰਦਾਰ ਵਾਲੇ ਇਹੋ ਜਿਹੇ ਕੰਮਾਂ ਵਾਲੇ ਜਿਹੜੇ ਮੁਲਾਜ਼ਮ ਹਨ ਉਹਨਾਂ ਨੂੰ ਡਿਸਮਿਸ ਨਹੀਂ ਕਰਦੀ, ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈਂਦੀ। ਔਰ ਹੈਰਾਨੀ ਦੀ ਗੱਲ ਹੈ ਕਿ ਕਈ ਵਾਰ ਕਰਪਟ ਬੰਦਾ ਜਿਹੜਾ ਹੁੰਦਾ ਉਹ ਜ਼ਿਆਦਾ ਤਰੱਕੀਆਂ ਲੈ ਜਾਂਦਾ ਹੈ ਤੇ ਇਮਾਨਦਾਰ ਬੰਦਾ ਨੁਕਰੇ ਬੈਠਾ ਰਹਿੰਦਾ ਕਿ ਵੀ ਕਿਉਂਕਿ ਉਹਦੀ ਨਾ ਸਿਫਾਰਿਸ਼ ਹੁੰਦੀ ਹੈ ਤੇ ਨਾ ਉਹ ਉਹੋ ਜਿਹੀਆਂ ਵਗਾਰਾਂ ਪਾਲਣ ਦੀ ਸਮਰੱਥਾ ਰੱਖਦਾ, ਨਾ ਉਹ ਕਰਨਾ ਚਾਹੁੰਦਾ। ਸੋ ਅਸੀਂ ਇੱਕ ਨੈਗੇਟਿਵ ਪੱਖ ਦੇਖਦੇ ਹਾਂ, ਸਾਨੂੰ ਪੋਜ਼ਿਟਿਵ ਨਹੀਂ ਦਿਖਦਾ, ਪਰ ਸਾਨੂੰ ਤਸੱਲੀ ਹੁੰਦੀ ਹੈ ਜਦੋਂ ਅਸੀਂ ਸਟਾਫ ਦੇ ਵਿੱਚ ਉਹ ਪੋਜ਼ਿਟਿਵ ਗੁਰੂ ਦਾ ਡਰ ਪੈ ਰੱਖਣ ਵਾਲੇ ਬੰਦੇ ਵੀ ਵੇਖਦੇ ਹਾਂ। ਸੋ ਧੰਨਵਾਦ ਤੁਹਾਡਾ। ਇੱਕ ਤਾਂ ਅਸੀਂ ਜਥੇਦਾਰ ਦਾ ਜਿਹੜਾ ਰੋਲ ਹੈ ਨਾ, ਅਸੀਂ ਜਥੇਦਾਰ ਨੂੰ ਹਰ ਵਾਰ ਕਟਹਿਰੇ 'ਚ ਖੜਾ ਨਾ ਕਰੀਏ ਕਿਉਂਕਿ ਜਥੇਦਾਰ ਦਾ ਕੰਮ ਪ੍ਰਬੰਧਕੀ ਨਹੀਂ ਹੈ ਔਰ ਇਹ ਪ੍ਰਬੰਧਕੀ ਇਸ਼ੂ ਹੈ। ਇਹ ਸ਼੍ਰੋਮਣੀ ਕਮੇਟੀ ਨੂੰ ਹੈਂਡਲ ਕਰਨਾ ਚਾਹੀਦਾ ਹੈ, ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਔਰ ਜਥੇਦਾਰ ਪਿੱਛੇ ਲੁਕਣਾ ਨਹੀਂ ਚਾਹੀਦਾ। ਕਿਰਨਜੋਤ ਕੌਰ ਜੀ, ਸਵਾਲ ਤਾਂ ਹੋਰ ਵੀ ਸੇ ਪੰਮਾ, ਕਿਉਂਕਿ ਜਿੱਦਾਂ ਭੁਪਿੰਦਰ ਸਿੰਘ ਨੇ ਦੱਸਿਆ ਵੀ ਇੱਥੇ ਤਾਂ ਭਾਵੇਂ 2 ਘੰਟੇ ਪ੍ਰੋਗਰਾਮ ਕਰਦੇ ਰਹੀਏ ਆਪਾਂ, ਪਰ ਮੈਂ ਇਹੀ ਕਹਿ ਸਕਦਾ ਕਿ ਤੁਹਾਡਾ ਵੱਡਾਪਨ ਹੈ ਕਿ ਇੰਨਾ ਟਾਈਮ ਹੋਣ ਦੇ ਬਾਵਜੂਦ ਵੀ ਸਾਨੂੰ ਟਾਈਮ ਦਿੱਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਕਮੇਟੀ ਅਗਲਾ ਜੋ ਵੀ ਕਰਦੀ ਆ ਤੇ ਅਸੀਂ ਉੱਤੇ ਦੁਬਾਰਾ ਪ੍ਰੋਗਰਾਮ ਕਰਾਂਗੇ। ਸੋ ਕਿਰਨਜੋਤ ਕੌਰ ਜੀ, ਤੁਹਾਡਾ, ਸਰਬਜੀਤ ਸਿੰਘ ਜੀ ਤੇ ਭੁਪਿੰਦਰ ਸਿੰਘ ਜੀ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੀ ਟੀਮ ਵੱਲੋਂ ਤੁਹਾਡਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਸਾਡੇ ਅੱਜ ਦੇ ਮਹਿਮਾਨ ਸੀਗੇ। ਤੁਸੀਂ ਉਹਨਾਂ ਨੂੰ ਸੁਣਿਆ ਕਿ ਉਹਨਾਂ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜੀ ਭਾਵੇਂ ਸਰਬਜੀਤ ਸਿੰਘ ਵੇਰਕਾ ਨੇ ਜਿਹੜਾ ਅਫੀਸ਼ੀਅਲ ਜਿਹੜਾ ਲੋਕਤੰਤਰ ਦੇ ਹਿਸਾਬ ਦੇ ਨਾਲ ਉਹਨਾਂ ਨੇ ਦੱਸਿਆ ਕਿ 2016 ਦੇ ਵਿੱਚ ਤੇ ਉਹ ਚੱਲਦਾ ਚੱਲਦਾ ਕਿੱਥੇ ਪਹੁੰਚਾ। ਉਸ ਤੋਂ ਬਾਅਦ ਭੁਪਿੰਦਰ ਸਿੰਘ ਨੇ ਸਵਾਲ ਰੇਸ ਕੀਤੇ ਕਿ ਇਹ ਕਿਤੇ ਨਾ ਕਿਤੇ ਚਾਹੇ ਡੇਰਿਆਂ ਤੇ ਗੁਰੂ ਗ੍ਰੰਥ ਸਾਹਿਬ ਗਏ ਨੇ ਜਾਂ ਕਿੱਥੇ ਗਏ ਨੇ। ਕਿਰਨਜੋਤ ਕੌਰ ਨੇ ਦੱਸਿਆ ਕਿ 80% ਜਿਹੜੇ ਲੋਕ ਸ਼੍ਰੋਮਣੀ ਕਮੇਟੀ ਵਿੱਚ ਨੇ ਉਹ ਹੁਣ ਵੀ ਉਹ ਇਮਾਨਦਾਰ ਤੇ ਗੁਰੂ ਦੇ ਭੈ-ਭੀਤ ਵਿੱਚ ਨੇ। ਲੇਕਿਨ ਦੇਖਣਾ ਇਹ ਹੋਏਗਾ ਕਿ ਜਿਹੜਾ ਮੇਨ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ ਉਹ ਗਏ ਤਾਂ ਗਏ ਕਿੱਥੇ। ਸੋ ਇਹ ਅੱਜ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਦੁਬਾਰਾ ਅਸੀਂ ਲਾਈਨ ਅਪ ਕਰਕੇ ਤੁਹਾਡੇ ਰੂਬਰੂ ਹੋਰ ਜਾਣਕਾਰੀ ਜਿਹੜੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।